हाँ जी यूनुस जी, एम आई ऑडिबल? मिस्टर यूनिस, जी जी सर, जी बिल्कुल सर, बिल्कुल। आवाज आ रही है मेरी? जी जी सर। है 2 मिनट अपने को? बिल्कुल सर, बिल्कुल ਤੁਸੀਂ 2 ਮਿੰਟ ਲੱਗੋ, ਕੋਈ ਗੱਲ ਨਹੀਂ। कम्युनिकेशन लैंग्वेज केड़ा रखी है? अंग्रेजी, हिंदी, पंजाबी की रखी है दसो? ਸਰ ਪੰਜਾਬੀ ਵਿਲ ਬੀ ਬੈਟਰ। पंजाबी रखी है, ठीक है, नो प्रॉब्लम। ਬਿਲकुल हाँ जी। किन्ना किन्ने बजे खत्म कर दिए? 5 बजे कर दिए या ज्यादा चल सकता? ਸਰ ਅਪ ਟੂ ਯੂ ਸਰ, ਨੋ ਇਸ਼ੂ ਨੋ ਇਸ਼ੂ। ਵੈਸੇ ਅਸੀਂ 1 ਘੰਟੇ ਦਾ ਸ਼ਡਿਊਲ ਕੀਤਾ ਹੋਇਆ। हाँ हाँ। ਟੌਪਿਕ ਵਿੱਚ ਰਹਿ ਜਾਏਗਾ ਤਾਂ ਅਸੀਂ 10-15 ਮਿੰਟ ਐਕਸਟਰਾ ਲਾ ਸਕਦੇ, ਕੋਈ ਏਡੀ ਗੱਲ ਨਹੀਂ। क्वेश्चन आंसर का भी है दे स्कोप कोई? ਨਹੀਂ ਇਸੇ ਵਨ ਵੇ ਸਰ, ਵਨ ਵੇ ਕम्युनिकेशन। ओके। मैं अपना मेल आईडी शेयर कर दांगा विचकार मोबाइल करने की बजाय, है ना? ठीक है सर, ठीक है। इशू आएगा तो देन दे कैन कांटेक्ट। ओके फाइन सर, फाइन। हाँ जी आरिफ सर, किन्ने साडे पार्टिसिपेंट जुड़ गए ने YouTube ਦੇ ਉੱਪਰ? चौदह सौ प्लस है सर। हाँ जी 1400 प्लस है जी। ठीक है, ओके फाइन। सर ਅਸੀਂ 2 ਮਿੰਟ ਵੇਟ ਕਰ ਲੈਂਦੇ कर ਆ, ले। ਦੈਨ ਦਿਸ ਵੈਬਿਨਾਰ। ठीक है, ओके। 1700 हो गई सर, 1700 हो गई। ठीक है फाइन। सर कर सकते हैं जी, 2600 प्लस हो चुके हैं नहीं। ओके ठीक है सर। सो ਅਸੀਂ ਸਟਾਰਟ ਕਰਦੇ ਹਾਂ ਸਰ। ਗੁਰਚਰਨ ਸਰ, ਸ਼ੈਲ ਵੀ ਬਿਗਿਨ? हाँ जी, हाँ जी, बिल्कुल कर सकते हो। ਓਕੇ ਸਰ, ਥੈਂਕ ਯੂ। ਸਭ ਤੋਂ ਪਹਿਲਾਂ ਮੈਂ ਜਿੰਨੇ ਵੀ ਸਾਡੇ ਸਰੋਤੇ ਸਾਡੇ ਨਾਲ ਜੁੜੇ ਨੇ, ਵੈਦਰ ਦੇ ਆ ਸਟੂਡੈਂਟਸ, ਟੀਚਰਸ, ਸਾਡੇ ਸਕੂਲ ਮੁਖੀ ਸਹਿਬਾਨ ਨੇ, ਡੀਓ ਸਹਿਬਾਨ ਨੇ, ਮੈਂ ਉਹਨਾਂ ਸਾਰਿਆਂ ਦਾ ਇਸ ਵੈਬੀਨਾਰ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦਾ ਤੇ ਮੈਂ ਮਾਣ ਮਹਿਸੂਸ ਕਰ ਰਿਹਾ ਕਿ ਮੈਂ ਤੁਹਾਨੂੰ ਅੱਜ ਇੱਕ ਅਜਿਹੀ ਹਸਤੀ ਦੇ ਨਾਲ ਇੰਟਰੋਡਿਊਸ ਕਰਵਾਉਣ ਜਾ ਰਿਹਾ ਜਿਨ੍ਹਾਂ ਦਾ ਸਾਈਬਰ ਕ੍ਰਾਈਮ ਅਤੇ ਇਸ ਦੇ ਨਾਲ ਜਿਹੜੇ ਜੁੜੇ ਹੋਏ ਜਿੰਨੇ ਵੀ ਸਾਡੇ ਟਾਕਸ ਹੈਗੇ ਨੇ ਉਹਨਾਂ ਵਿੱਚ ਕਾਫੀ ਨਾਮੀ ਗ੍ਰਾਮੀ ਹਸਤੀ ਨੇ। ਸਰਦਾਰ ਗੁਰਚਰਨ ਸਿੰਘ ਜੀ ਇੱਕ ਸੀਨੀਅਰ ਫੈਕਲਟੀ ਨੇ ਸੈਂਟਰਲ ਡਿਟੈਕਟਿਵ ਟ੍ਰੇਨਿੰਗ ਇੰਸਟੀਚਿਊਟ ਚੰਡੀਗੜ੍ਹ ਦੇ ਵਿੱਚ, ਤੇ ਸਾਡੇ ਜਿੰਨੇ ਵੀ YouTube ਦੇ ਉੱਪਰ ਜਾਂ ਬਹੁਤ ਸਾਰੀਆਂ ਤੁਸੀਂ ਇੰਟਰਵਿਊਜ਼ ਜਿਹੜੀਆਂ ਨੇ ਦੇਖੀਆਂ ਹੋਣਗੀਆਂ ਇਹਨਾਂ ਦੀਆਂ, ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਆਪਣੇ ਬਹੁਤ ਸਾਰੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਅਤੇ ਸਮਾਂ ਕੱਢ ਕੇ ਸਾਡੇ ਬੱਚਿਆਂ ਨੂੰ, ਸਾਡੇ ਟੀਚਰ ਸਾਹਿਬਾਨਾਂ ਨੂੰ ਇਸ ਅਜੋਕੇ ਸਮੇਂ ਦੇ ਵਿੱਚ ਜਿਹੜੇ ਸਾਡੇ ਸਾਈਬਰ ਕ੍ਰਾਈਮਸ ਨੇ ਜਾਂ ਜਿਹੜੀ ਸਾਈਬਰ ਸਿਕਿਉਰਿਟੀ ਹੈ ਉਹਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਸ ਤੇ ਖੜਾ ਮਹਿਸੂਸ ਕਰਦੇ ਹਾਂ, ਕਿਹੜੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ, ਉਹਨਾਂ ਸਾਰਿਆਂ ਦੇ ਬਾਰੇ ਜਿਹੜੀ ਅੱਜ ਸਾਨੂੰ ਇਹ ਜਾਣਕਾਰੀ ਦੇਣਗੇ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮਾਂ ਜਿੰਨਾ ਵੀ ਸਮਾਂ ਅਸੀਂ ਇਹਨਾਂ ਦੇ ਨਾਲ ਸਪੈਂਡ ਕਰਾਂਗੇ, ਬੜੇ ਧਿਆਨ ਦੇ ਨਾਲ ਅਸੀਂ ਇਹਨਾਂ ਨੂੰ ਸੁਣਨਾ ਹੈ, ਠੀਕ ਹੈ, ਤਾਂ ਜੋ ਇਸ ਪੂਰੇ 1 ਘੰਟੇ ਦੇ ਵੈਬੀਨਾਰ ਦੇ ਵਿੱਚੋਂ ਅਸੀਂ ਬਹੁਤ ਹੀ ਪ੍ਰੋਡਕਟਿਵ ਜਿਹੜੀਆਂ ਚੀਜ਼ਾਂ ਨੇ ਉਹ ਲੈ ਸਕੀਏ। ਸੋ ਮੈਂ ਹੁਣ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਅੱਜ ਦੇ ਬਹੁਤ ਹੀ ਪ੍ਰਮੁੱਖ ਸਪੀਕਰ ਸਰਦਾਰ ਗੁਰਚਰਨ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦੇ ਇਸ ਵੈਬੀਨਾਰ ਦੀ ਜਿਹੜੀ ਆ ਸ਼ੁਰੂਆਤ ਕਰਨ। ਸਰ ਓਵਰ ਟੂ ਯੂ ਸਰ ਗੁਰਚਰਨ ਸਿੰਘ ਜੀ। ਥੈਂਕ ਯੂ ਸੋ ਮਚ ਸਰ, ਪਲੀਜ਼ ਕੰਟੀਨਿਊ ਸਰ। ਥੈਂਕ ਯੂ ਯੂਨਸ ਜੀ। ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਡੇ ਵਿੱਚ ਆਉਣ ਦਾ,
जैसा कि यूनिवर्सिटी ने हुणे दस्सिया सीगा भी साइबर क्राइम और साइबर वल्नरेबिलिटी बहुत ही बड़ा मुद्दा हैगा। मेरे को डेली ही मैं ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਕੋਲ ਡੇਲੀ ਹੀ ਸੈਂਕੜੋਂ ਕੇसेस ऐसे आते हैं ਜਿਹਦੇ ਵਿੱਚ ਵਿਕਟਿਮ ਕੀ ਹੈ ਛੋਟੇ ਛੋਟੇ ਬੱਚੀਆਂ ਨੇ ਛੋਟੇ ਛੋਟੇ ਮਤਲਬ ਸਟੂਡੈਂਟਸ ਹੈ ਸਕੂਲਾਂ ਦੇ। ਪਰ ਆਪਾਂ ਮਤਲਬ ਵਾਈ ਵੀ ਆਰ ਬਿਕਮਿੰਗ ਵਿਕਟਿਮ ਆਪਾਂ ਵਿਕਟਿਮ ਕਿਉਂ ਬਣ ਰਹੇ ਹਾਂ ਇਹਦੇ ਪਿੱਛੇ ਇੱਕੋ ਹੀ ਕਾਰਨ ਹੈ ਦੈਟ ਵੀ ਪੀਪਲ ਆਰ ਨਾਟ ਅਵੇਅਰ ਸਾਨੂੰ ਪਤਾ ਹੀ ਨਹੀਂ ਵੀ ਆਪਾਂ ਮੋਬਾਈਲ ਫੋਨ ਸਮਾਰਟਫੋਨ ਸੋਸ਼ਲ ਮੀਡੀਆ ਨੂੰ ਕਿਵੇਂ ਪ੍ਰਯੋਗ ਕਰਨਾ ਹੈ। ਤੇ ਮੈਂ ਸਿਰਫ ਤੁਹਾਨੂੰ ਥੋੜੇ ਥੋੜੇ ਜਿਹੇ ਟਿਪਸ ਦੱਸਾਂਗਾ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋਏ ਔਰ ਕਦੀ ਤੁਸੀਂ ਅਗਰ ਵਿਕਟਿਮ ਬਣ ਜਾਓ ਤੇ ਆਪਾਂ ਨੇ ਕਿਵੇਂ ਆਪਣੇ ਆਪ ਨੂੰ ਬਚਾਉਣਾ ਹੈ। ਤੇ ਸਭ ਤੋਂ ਪਹਿਲੇ ਮੈਂ ਡਿਸਕਸ਼ਨ ਕਰਾਂਗਾ ਵੀ ਅੱਜ ਦੇਖੋ ਅੱਜ ਆਪਾਂ ਆਨਲਾਈਨ ਮੋਡ ਦੇ ਉੱਤੇ ਆਏ ਹੋਏ ਆ ਸਾਡੇ ਪੈਂਡੈਮਿਕ ਦੇ ਚਲਦੇ ਕਰੋਨਾ ਦੇ ਚਲਦੇ ਜਿਹੜੇ ਫਿਜ਼ੀਕਲ ਮੋਡ ਹੈ ਉਹ ਨਹੀਂ ਚੱਲ ਰਿਹਾ ਔਰ ਆਪਾਂ ਆਨਲਾਈਨ ਮੋਡ ਦੇ ਉੱਤੇ ਕਲਾਸਿਸ ਅਟੈਂਡ ਕਰ ਰਹੇ ਹਾਂ। ਪਰ ਜਦੋਂ ਆਪਾਂ ਆਨਲਾਈਨ ਮੋਡ ਦੇ ਉੱਤੇ ਕਲਾਸਿਸ ਚਾਹੇ ਉਹ ਆਪਾਂ ਮੋਬਾਈਲ ਫੋਨ ਤੇ ਅਟੈਂਡ ਕਰ ਰਹੇ ਹਾਂ ਚਾਹੇ ਆਪਣਾ ਲੈਪਟਾਪ ਤੇ ਅਟੈਂਡ ਕਰ ਰਹੇ ਹਾਂ ਉਸ ਟਾਈਮ ਵੀ ਸਾਡੇ ਤੇ ਬਹੁਤ ਸਾਰਾ ਖਤਰਾ ਰਹਿੰਦਾ ਹੈ। ਕਿਸ ਰੂਪ ਦੇ ਵਿੱਚ ਸਾਈਬਰ ਅਫੈਂਡਰਸ ਔਰ ਸਾਈਬਰ ਕ੍ਰਿਮੀਨਲ ਜਿਹੜੇ ਹੈਗੇ ਆ ਉਹ ਸਾਨੂੰ ਮੋਨੀਟਰ ਕਰ ਰਹੇ ਹੁੰਦੇ ਸਾਡੀ ਇੱਕ ਇੱਕ ਚੀਜ਼ ਨੂੰ। ਤੇ ਮਤਲਬ ਕਿ ਇੱਕ ਸਿੰਪਲ ਤੁਹਾਡਾ ਅਗਰ ਈਮੇਲ ਆਈਡੀ ਆ ਮੋਬਾਈਲ ਨੰਬਰ ਮੈਨੂੰ ਮਿਲ ਜਾਵੇ ਤੇ ਮਤਲਬ ਉਸ ਈਮੇਲ ਆਈਡੀ ਔਰ ਮੋਬਾਈਲ ਨੰਬਰ ਦੇ ਉੱਤੇ ਆਪਾਂ ਬਹੁਤ ਸਾਰੀ ਇਨਫੋਰਮੇਸ਼ਨ ਗੈਦਰ ਕਰ ਸਕਦੇ ਹਾਂ ਇੱਕ ਬੰਦੇ ਦੇ ਬਾਰੇ। ਤੇ ਸਟੂਡੈਂਟਸ ਵਾਸਤੇ ਖਾਸ ਕਰਕੇ ਦੱਸਣਾ ਚਾਹਾਂਗਾ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਕੁਝ ਵੀ ਚੀਜ਼ ਪ੍ਰਯੋਗ ਕਰਦੇ ਹਾਂ ਤੇ ਸਾਡੀ ਬਹੁਤ ਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਸੋਸ਼ਲ ਡੋਮੇਨ ਪਬਲਿਕ ਸਪੇਸ ਯਾਨੀ ਕਿ ਸਾਈਬਰ ਸਪੇਸ ਦੇ ਉੱਤੇ ਚੱਲ ਰਹੀ ਹੁੰਦੀ ਹੈ। ਤੇ ਇਸ ਮਤਲਬ ਐਸੀ ਇਨਫੋਰਮੇਸ਼ਨ ਨੂੰ ਫਿਰ ਕ੍ਰਿਮੀਨਲ ਯੂਜ਼ ਕਰਕੇ ਉਹ ਸਾਨੂੰ ਵਿਕਟਮਾਈਜ਼ ਕਰਦੇ ਆ। ਮੇਰੇ ਕੋਲ ਬਹੁਤ ਹੀ ਸਾਰੇ ਕੇसेस ਆਉਂਦੇ ਜਿਹਦੇ ਚ ਡਿਸਕਸ਼ਨ ਹੁੰਦਾ ਹੈ ਵੀ ਕਿਸੇ ਨੇ ਕੀ ਕੀਤਾ ਕਿਸੇ ਸਟੂਡੈਂਟ ਸਕੂਲ ਦੇ ਸਟੂਡੈਂਟ ਦੀ ਜਾਂ ਕਿਸੇ ਕਾਲਜ ਦੇ ਸਟੂਡੈਂਟ ਦੇ ਕਿਸੇ ਬੱਚੀ ਦੀ ਜਾਂ ਬੱਚੇ ਦੀ ਮॉर्फ ਕਰਕੇ ਤਸਵੀਰ ਬਣਾਈ ਤੇ ਤਸਵੀਰ ਬਣਾਉਣੇ ਤੋਂ ਬਾਅਦ ਉਹ ਫੇਸਬੁੱਕ ਦੇ ਉੱਤੇ ਉਹਨੂੰ ਹਰਾਸ ਕਰ ਰਿਹਾ ਉਹਨੂੰ ਵਾਇਰਲ ਕਰ ਰਿਹਾ ਬਦਨਾਮ ਕਰ ਰਿਹਾ। ਐਸੇ ਕੇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਦਿੱਕਤ ਰਹਿੰਦੀ ਹੈ ਨਾ ਫॉर द ਵਿਕਟਿਮ ਮਤਲਬ ਇੱਕ ਪੀੜਿਤ ਦੇ ਵਾਸਤੇ ਉਹ ਇਹ ਰਹਿੰਦੀ ਵੀ ਉਹ ਕਦੀ ਵੀ ਰਿਪੋਰਟ ਕਰਨ ਵਾਸਤੇ ਅੱਗੇ ਹੀ ਨਹੀਂ ਆਉਂਦੇ। ਬਹੁਤ ਕਮ ਕੇसेस ਹੈਗੇ ਜਿਹੜੇ ਰਿਪੋਰਟ ਹੁੰਦੇ ਆ। ਮਤਲਬ ਅਗਰ ਤੁਸੀਂ ਮੈਨੂੰ ਪੁੱਛੋਗੇ ਵੀ 80% ਕੇसेस ਦੇ ਵਿੱਚ ਸਾਈਬਰ ਜਿਹੜੇ ਵਿਕਟਿਮ ਹੈ ਨਾ ਉਹ ਰਿਪੋਰਟ ਕਰਨ ਹੀ ਨਹੀਂ ਆਉਂਦੇ ਅੱਗੇ ਮਾਮਲੇ ਨੂੰ। ਤਾਂ ਮੈਂ ਸਭ ਤੋਂ ਪਹਿਲੇ ਆਪਣਾ ਸੈਸ਼ਨ ਜਦੋਂ ਸਟਾਰਟ ਕਰਾਂਗਾ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਤੁਹਾਨੂੰ ਵੀ ਜ਼ਰੂਰ ਤੁਸੀਂ ਇੱਕ ਕੰਮ ਕਰਿਆ ਜੇ ਰਿਪੋਰਟਿੰਗ ਜ਼ਰੂਰ ਕਰਨੀ ਹੈ ਜਦੋਂ ਵੀ ਤੁਹਾਨੂੰ ਲੱਗੇ ਵੀ ਤੁਸੀਂ ਵਿਕਟਿਮ ਬਣੇ ਹੋ ਕਿਸੇ ਸਾਈਬਰ ਅਫੈਂਡਰ ਦੇ ਕਿਉਂਕਿ ਜਦੋਂ ਤੱਕ ਤੁਸੀਂ ਰਿਪੋਰਟ ਨਹੀਂ ਕਰੋਗੇ ਮਾਮਲਾ ਤੇ ਉਹ ਕ੍ਰਿਮੀਨਲ ਪਕੜਿਆ ਨਹੀਂ ਜਾਏਗਾ ਔਰ ਅਗਲੀ ਵਾਰ ਉਹ ਇੱਕ ਵੱਡਾ ਅਪਰਾਧ ਕਰਨ ਵਾਸਤੇ ਸਾਡੇ ਵਿੱਚ ਆਏਗਾ। ਤੇ ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲੇ ਮੋਬਾਈਲ ਫੋਨ ਡਿਵਾਈਸ ਦੇ ਬਾਰੇ। ਮੋਬਾਈਲ ਫੋਨ ਡਿਵਾਈਸ ਜਿਹੜੀ ਹੈ ਅੱਜ ਦੀ ਡੇਟ ਹੀ ਸਮਾਰਟ ਮੋਬਾਈਲ ਫੋਨ ਡਿਵਾਈਸ ਬਣ ਗਈ ਹੈ। ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜੇ ਮੋਬਾਈਲ ਫੋਨ ਡਿਵਾਈਸਸ ਨੂੰ ਪ੍ਰਯੋਗ ਦੇ ਵਿੱਚ ਲਿਆਂਦੇ ਹੋਏ ਵੀ ਤੁਸੀਂ ਇਹਨਾਂ ਡਿਵਾਈਸਸ ਦੇ ਉੱਤੇ ਪਹਿਲੀ ਤਾਂ ਗੱਲ ਐਡਿਕਸ਼ਨ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ। ਐਡਿਕਸ਼ਨ ਦਾ ਇਨ ਦੀ ਸੈਂਸ ਵੀ ਮੈਨੂੰ ਹਰ ਵੇਲੇ ਮੈਂ ਮੋਬਾਈਲ ਫੋਨ ਡਿਵਾਈਸ ਦੇ ਪ੍ਰਤੀ ਮਤਲਬ ਇੰਨਾ ਲਗਾਵ ਕਰਕੇ ਰੱਖਾਂ ਵੀ ਮੈਂ ਆਪਣੀ ਜ਼ਰੂਰੀ ਚੀਜ਼ਾਂ ਹੀ ਭੁੱਲ ਜਾਵਾਂ। ਠੀਕ ਹੈ ਤੁਸੀਂ ਆਨਲਾਈਨ ਕਲਾਸਿਸ ਦੇ ਚੱਕਰ ਦੇ ਵਿੱਚ ਤੁਸੀਂ ਅੱਜ ਮੋਬਾਈਲ ਫੋਨ ਡਿਵਾਈਸਸ ਦਾ ਪ੍ਰਯੋਗ ਜਿਹੜਾ ਹੈਗਾ ਉਹ ਤੁਹਾਡੇ ਵਾਸਤੇ ਜ਼ਰੂਰੀ ਹੋ ਗਿਆ ਪਰ ਐਟ ਦੀ ਸੇਮ ਟਾਈਮ ਜਦੋਂ ਵੀ ਤੁਹਾਨੂੰ ਕਦੀ ਫ੍ਰੀ ਟਾਈਮ ਮਿਲੇ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਬਿਤਾਓ ਕਿਉਂਕਿ ਇੱਕ ਬਹੁਤ ਹੀ ਵੱਡੀ ਚੀਜ਼ ਸਮੱਸਿਆ ਸਾਡੇ ਵਿੱਚ ਆ ਰਹੀ ਹੈ ਉਹ ਹੈ ਸੋਸਾਇਟੀ ਕਨਫਲਿਕਟ। ਮਤਲਬ ਜਿਹੜਾ ਸਾਡਾ ਸੋਸਾਇਟੀ ਦੇ ਨਾਲ ਜਿਹੜਾ ਸਾਡਾ ਆਪਣਾ ਬੌਂਡਿੰਗ ਹੁੰਦਾ ਸੀਗਾ ਪਰਿਵਾਰ ਦੇ ਨਾਲ ਉਹ ਬੌਂਡਿੰਗ ਜਿਹੜਾ ਖਤਮ ਹੁੰਦਾ ਜਾ ਰਿਹਾ ਹੈ। ਤੇ ਉਹ ਬੌਂਡਿੰਗ ਜਿਹੜੀ ਹੈਗੀ ਉਹਨੂੰ ਅਗਰ ਦੁਬਾਰਾ ਆਪਾਂ ਰਿਵਾਈਵ ਕਰਨਾ ਚਾਹੁੰਦੇ ਆ ਜਿਹੜੀ ਸਾਡੇ ਸਮਾਜ ਦੇ ਪ੍ਰਤੀ ਜਾਂ ਜਿਹੜੀ ਸਾਡੇ ਫੈਮਿਲੀ ਦੇ ਪ੍ਰਤੀ ਤੇ ਉਸ ਵਾਸਤੇ ਸਾਨੂੰ ਜਿਹੜਾ ਐਡਿਕਸ਼ਨ ਲੈਵਲ ਹੈਗਾ ਸਮਾਰਟਫੋਨ ਡਿਵਾਈਸਸ ਦਾ ਇਹਨੂੰ ਥੋੜਾ ਦੂਰ ਰੱਖਣਾ ਪਏਗਾ। ਹੁਣ ਆਪਾਂ ਦੱਸਦੇ ਆ ਵੀ ਅਗਰ ਤੁਸੀਂ ਸਮਾਰਟਫੋਨ ਨੂੰ ਯੂਜ਼ ਕਰਨ ਲੱਗੋ ਤਾਂ ਸਭ ਤੋਂ ਪਹਿਲੇ ਆਪਾਂ ਕਹਿੰਦੇ ਆ ਵੀ ਇੱਕ ਸਮਾਰਟਫੋਨ ਡਿਵਾਈਸ ਜਿਹੜੀ ਆਪਾਂ ਯੂਜ਼ ਕਰ ਰਹੇ ਆ ਉਹਦੇ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਹੈਗੀ ਹੈ ਜਿਹੜੀ ਮੈਂ ਡਿਸਾਈਡ ਕਰ ਰਿਹਾ। ਤੁਸੀਂ ਦੇਖਣਾ ਸਮਾਰਟਫੋਨ ਡਿਵਾਈਸ ਦੇ ਵਿੱਚ ਤੁਸੀਂ ਸਭ ਤੋਂ ਪਹਿਲੇ ਕਹਿੰਦੇ ਹੋ ਵੀ ਇਹਦਾ ਮੈਗਾਪਿਕਸਲ ਕੈਮਰਾ ਜਿਹੜਾ ਹੈਗਾ ਕਿੰਨਾ ਵਧੀਆ ਹੋਣਾ ਚਾਹੀਦਾ ਹੈ ਵੀ ਜਿੰਨਾ ਵਧੀਆ ਮੈਗਾਪਿਕਸਲ ਕੈਮਰਾ ਹੋਏਗਾ ਉਨਾ ਹੀ ਵਧੀਆ ਮੈਂ ਤਸਵੀਰ ਖਿੱਚ ਸਕਾਂਗਾ ਜਾਂ ਖਿੱਚ ਸਕਾਂਗੀ। ਪਰ ਫॉर योर काइंड ਇਨਫੋਰਮੇਸ਼ਨ ਸਮਾਰਟਫੋਨ ਦਾ ਜਿਹੜਾ ਕੈਮਰਾ ਹੁੰਦਾ ਫਰੰਟ ਕੈਮਰਾ ਤੇ ਬੈਕ ਕੈਮਰਾ ਉਹਨੂੰ ਕਦੀ ਵੀ ਕ੍ਰਿਮੀਨਲ ਔਨ ਕਰਕੇ ਮੇਰੇ ਕੋਲ ਟਾਈਮ ਦੀ ਘਾਟ ਹੈ ਆਪਾਂ ਵਨ ਵੇ ਕਮਿਊਨੀਕੇਸ਼ਨ ਕਰ ਰਹੇ ਹਾਂ ਅਦਰਵਾਈਜ਼ ਮੈਂ ਲਾਈਵ ਡੈਮੋਸਟ੍ਰੇਸ਼ਨ ਕਰ ਰਿਹਾ ਸੀਗਾ ਵੀ ਤੁਹਾਡੇ ਕੈਮਰੇ ਨੂੰ ਕਦੀ ਵੀ ਕੋਈ ਐਕਸੈਸ ਕਰਕੇ ਤੁਹਾਡੀ ਲਾਈਵ ਸਟ੍ਰੀਮਿੰਗ ਲੈ ਕੇ ਜਾ ਸਕਦਾ ਹੈ ਤੁਹਾਡੀ ਫੋਟੋ ਲੈ ਕੇ ਜਾ ਸਕਦਾ ਹੈ। ਤੇ ਤੁਸੀਂ ਖਾਸ ਕਰਕੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਗੇ ਜਿਹੜੇ ਵੀ ਐਪਲੀਕੇਸ਼ਨ ਤੁਸੀਂ ਮੋਬਾਈਲ ਫੋਨ ਦੇ ਉੱਤੇ ਲੋਡ ਕਰਦੇ ਹੋ ਪਲੇ ਸਟੋਰ ਤੋਂ ਜਾ ਕੇ ਉਹ ਐਪਲੀਕੇਸ਼ਨ ਨੂੰ ਲੋਡ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਤੁਸੀਂ ਉਹਨਾਂ ਦੇ ਰਿਵਿਊ ਕਮੈਂਟ ਜ਼ਰੂਰ ਦੇਖ ਲੈਣੇ ਆ ਕਿਉਂਕਿ ਮੈਂ ਤੁਹਾਨੂੰ ਦੱਸਾਂ ਮੈਕਸਿਮਮ ਐਪਲੀਕੇਸ਼ਨ ਜਿਹੜੇ ਸਾਡੇ ਮੋਬਾਈਲ ਫੋਨ ਦੇ ਉੱਤੇ ਲੋਡ ਕਰਦੇ ਆ ਆਪਾਂ ਡਾਊਨਲੋਡ ਕਰਦੇ ਆ ਉਹ ਸਾਡੇ ਕੈਮਰੇ ਦੀ ਐਕਸੈਸ ਜ਼ਰੂਰ ਲੈ ਕੇ ਜਾਂਦੇ ਆ। ਕੈਮਰੇ ਦੀ ਐਕਸੈਸ ਤੇ ਕੈਮਰੇ ਦੀ ਐਕਸੈਸ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਵੀ ਉਹ ਤੁਹਾਡਾ ਨਾ ਕੇਵਲ ਉਹ ਤੁਹਾਡੇ ਡਾਟਾ ਨੂੰ ਪੜ੍ਹ ਸਕਦੇ ਆ ਐਟ ਦੀ ਸੇਮ ਟਾਈਮ ਉਹ ਤੁਹਾਡੇ ਕੈਮਰੇ ਨੂੰ ਔਨ ਕਰਕੇ ਤੁਹਾਡੇ ਬਾਰੇ ਤੁਹਾਡੇ ਘਰ ਦੇ ਵਿੱਚ ਤੁਸੀਂ ਕਿਸ ਮੋਡ ਦੇ ਵਿੱਚ ਬੈਠੇ ਹੋਏ ਹੋ ਤੁਹਾਡੀ ਸਾਰੀ ਆਵਾਜ਼ਾਂ ਨੂੰ ਕੈਪਚਰ ਕਰ ਸਕਦੇ ਆ।
ਦੂਜੇ ਰੂਪ ਦੇ ਉੱਤੇ ਤੁਸੀਂ ਇਹ ਦੇਖਣਾ ਜੀ, ਜਦੋਂ ਮੋਬਾਈਲ ਫੋਨ ਦੇ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ, ਮੋਬਾਈਲ ਫੋਨ ਦੀ ਇੰਟਰਨਲ ਮੈਮਰੀ ਦੇ ਵਿੱਚ ਆਪਾਂ ਕੀ ਕਰਦੇ ਆ, ਆਪਾਂ ਬਹੁਤ ਹੀ ਆਪਣੀਆਂ ਪ੍ਰਾਈਵੇਟ ਪਿਕਚਰਾਂ ਜਿਹੜੀ ਹੈਗੀ ਉਹਦੇ ਸਟੋਰ ਕਰ ਦਿੰਦੇ ਆ, ਉਹਦੇ ਚ ਸੇਵ ਕਰ ਦਿੰਦੇ ਆ। ਵੀ ਕਦੀ ਵੀ ਤੁਸੀਂ ਧਿਆਨ ਰੱਖਣਾ, ਜਿਹੜੀਆਂ ਤੁਹਾਡੀਆਂ ਬਹੁਤ ਹੀ ਐਸੀ ਕੋਈ ਪ੍ਰਾਈਵੇਟ ਪਿਕਚਰਸ ਜਿਹੜੀ ਕਿ ਕਦੀ ਪਬਲਿਕ ਦੇ ਵਿੱਚ ਚਲੀ ਜਾਣ ਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨੂੰ ਕਦੀ ਵੀ ਤੁਸੀਂ ਮੋਬਾਈਲ ਫੋਨ ਦੇ ਵਿੱਚ ਡਾਇਰੈਕਟ ਮੈਮਰੀ ਦੇ ਵਿੱਚ ਸਟੋਰ ਕਰਕੇ ਨਹੀਂ ਰੱਖਣਾ। ਅਗਰ ਤੁਸੀਂ ਮੋਬਾਈਲ ਫੋਨ ਦੀ ਸਟੋਰ ਮੈਮਰੀ ਦੇ ਵਿੱਚ ਕਦੀ ਕੋਈ ਐਸੀ ਕੋਈ ਪਰਸਨਲ ਇਮੇਜ ਨੂੰ ਜਾਂ ਕੋਈ ਐਸੀ ਪਿਕਚਰ ਜਾਂ ਕੋਈ ਬਹੁਤ ਹੀ ਪ੍ਰਾਈਵੇਟ ਪਿਕਚਰ ਹੈ ਰੱਖਣਾ ਵੀ ਹੈ, ਤੇ ਤੁਸੀਂ ਇੱਕ ਐਪਲੀਕੇਸ਼ਨ ਦਾ ਪ੍ਰਯੋਗ ਕਰ ਰਹੇ ਹੋ ਜਿਹਨੂੰ ਕਹਿੰਦੇ ਆ ਐਪਲੀਕੇਸ਼ਨ ਲੌਕਸ, ਐਪਸ ਲੌਕ ਨਾਮ ਦਾ ਐਪਲੀਕੇਸ਼ਨ ਮਿਲਦਾ ਹੈ, ਇਹ ਤੁਹਾਨੂੰ ਪਲੇ ਸਟੋਰ ਤੋਂ ਫ੍ਰੀ ਦਾ ਮਿਲ ਜਾਏਗਾ ਐਪਸ ਲੌਕ। ਤੁਸੀਂ ਐਪਸ ਲੌਕ ਦਾ ਸਹਾਰਾ ਲੈ ਕੇ ਕੋਈ ਵੀ ਪਿਕਚਰ ਆਪਣੇ ਮੋਬਾਈਲ ਫੋਨ ਦੇ ਵਿੱਚ ਫੋਲਡਰ ਦੇ ਵਿੱਚ ਪਾਓ, ਐਪਲੀਕੇਸ਼ਨ ਦੇ ਥਰੂ ਤੁਸੀਂ ਇਹਨੂੰ ਲੌਕ ਕਰ ਸਕਦੇ ਹੋ, ਤਾਂ ਕਿ ਅਗਰ ਕਿਸੇ ਗਲਤ ਆਦਮੀ ਨੂੰ ਮਿਲੇਗੀ ਉਹ ਤੁਹਾਡੀ ਕੋਈ ਮੋਬਾਈਲ ਫੋਨ, ਤੇ ਉਹ ਕਦੀ ਵੀ ਤੁਹਾਡੀ ਤਸਵੀਰਾਂ ਦਾ ਸਹਾਰਾ ਲੈ ਕੇ ਤੁਹਾਨੂੰ ਬਲੈਕਮੇਲ ਨਾ ਕਰ ਸਕੇ, ਤੁਹਾਨੂੰ ਐਕਸਟੋਰਟ ਨਾ ਕਰ ਸਕੇ। ਇਵਨ ਮੈਂ ਕਹਿੰਦਾ ਬਹੁਤ ਸਾਰੇ ਐਸੇ ਕੇਸਿਸ ਆਉਂਦੇ ਆਪਣੇ ਕੋਲ ਜਿਹਦੇ ਵਿੱਚ ਇੰਨਾ ਜ਼ਬਰਦਸਤ ਬਲੈਕਮੇਲ ਕਰ ਦਿੰਦਾ ਇੱਕ ਮਤਲਬ ਜਿਹੜਾ ਕ੍ਰਿਮੀਨਲ ਹੁੰਦਾ, ਫਰਾਡਸਟਰ ਹੁੰਦਾ, ਉਹ ਤੁਹਾਡੇ ਬਲੈਕਮੇਲ ਕਰਨ ਤੋਂ ਬਾਅਦ ਉਹ ਤੁਹਾਡੀ ਨਾ ਤੇ ਤੁਹਾਡੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਬਲਕਿ ਤੁਹਾਨੂੰ ਤੁਹਾਡੇ ਸਮਾਜ ਤੋਂ ਦੂਰ ਕਰਦਾ ਹੈ ਤੇ ਤੁਹਾਨੂੰ ਫਾਈਨੈਂਸ਼ੀਅਲੀ ਵੀ ਬਹੁਤ ਜ਼ਿਆਦਾ ਵੀਕ ਕਰ ਸਕਦਾ ਹੈ। ਐਸੇ ਕੇਸਿਸ ਬਹੁਤ ਸਾਰੇ ਡੇਲੀ ਕੇਸ ਬੇਸਿਸ ਉੱਤੇ ਰਿਪੋਰਟ ਹੁੰਦੇ ਆ, ਜਿਹਦੇ ਵਿੱਚ ਆਪਾਂ ਮਤਲਬ ਕਿ ਇਨਵੈਸਟੀਗੇਸ਼ਨ ਕਰੀਦਾ, ਫਰਾਡਸਟਰ ਨੂੰ ਪਕੜਨੇ ਦੀ ਕੋਸ਼ਿਸ਼ ਕਰੀਦਾ, ਅਗਰ ਵਿਕਟਿਮ ਸਾਡੇ ਕੋਲ ਕੰਪਲੇਂਟ ਟਾਈਮਲੀ ਲੈ ਆਵੇ। ਤਾਂ ਮੈਂ ਅੱਜ ਥੋੜਾ ਜਿਹਾ ਡੈਮੋ ਵੀ ਕਰਾਂਗਾ, ਮੈਂ ਹੋਸਟ ਜਿਹੜੇ ਤੁਹਾਡੇ ਇਸ ਕੋਰਸ ਤੇ ਹੈ ਉਹਦੇ ਵਿੱਚ ਅਗਰ ਇਹਨਾਂ ਨੇ ਮੈਨੂੰ ਸਕਰੀਨ ਰਾਈਟ ਦਿੱਤੇ ਹੋਏ ਆ ਸਕਰੀਨ ਸ਼ੇਅਰ ਕਰਨ ਦੇ, ਮੈਂ ਤੁਹਾਡੇ ਸਾਹਮਣੇ ਡੈਮੋ ਕਰਾਂਗਾ ਕੁਝ ਚੀਜ਼ਾਂ ਵੀ ਕਿਹੜੀ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਹੈ। ਮੈਂ ਆਪਣੀ ਸਕਰੀਨ ਸ਼ੇਅਰ ਕਰਨ ਜਾ ਰਿਹਾ ਤੁਹਾਡੇ ਵਿੱਚ, ਥੋੜਾ ਜਿਹਾ ਧਿਆਨ ਦੇ ਦੇਣਾ ਤੁਸੀਂ। ਕਦੀ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਈ ਵੀ ਤੁਸੀਂ ਸਾਈਬਰ ਕ੍ਰਾਈਮ ਦੇ ਵਿਕਟਿਮ ਨਹੀਂ ਬਣ ਸਕਦੇ ਜੇ ਥੋੜਾ ਜਿਹਾ ਸਿਰਫ ਧਿਆਨ ਦਿਓ। ਸਭ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ, ਮੇਰਾ ਸਕਰੀਨ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੋਵੇਗਾ, ਮੈਂ ਮਾਈਕਰੋਸਾਫਟ ਵਰਡ ਦੇ ਡਾਕੂਮੈਂਟ ਦੇ ਉੱਤੇ ਕੁਝ ਟਾਈਪ ਕਰਾਂਗਾ। एक मिनट होल्ड करना, शायद स्क्रीन फ्रीज हो रही है। एक मिनट होल्ड कर जी। हाँ मैडम
ਜਿੰਨਾ ਚ ਸਾਡੇ ਸਰ ਜਿਹੜੇ ਥੋੜਾ ਅਰਜੈਂਟ ਕੰਮ ਲਈ ਗਏ ਨੇ ਬਾਹਰ, ਥੋੜੀ ਸੈਟਿੰਗ ਕਰ ਰਹੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਐਟਲੀਸਟ ਜਿਹੜਾ ਪੈਂਡੈਮਿਕ ਹੈਗਾ, ਇਸ ਪੈਂਡੈਮਿਕ ਦੇ ਦੌਰਾਨ ਸਾਡਾ ਕਾਫੀ ਸਮਾਂ ਜਿਹੜਾ ਅਸੀਂ ਆਪਣੇ ਇਲੈਕਟ੍ਰੋਨਿਕ ਗੈਜਟਸ ਉੱਪਰ ਗੁਜ਼ਾਰਦੇ ਹਾਂ। ਸੋ ਉਹਦੇ ਨਾਲ ਕਈ ਇਦਾਂ ਦੇ ਅਣਜਾਣ ਖਤਰੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਨਵੋਲਵ ਹੋ ਜਾਂਦੇ ਹਾਂ। ਸੋ ਉਹਨਾਂ ਚੀਜ਼ਾਂ ਦੇ ਬਾਰੇ ਅਸੀਂ ਜਿਹੜੀ ਅੱਜ ਵਿਚਾਰ ਚਰਚਾ ਕਰ ਰਹੇ ਹਾਂ, ਤੇ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਦੱਸਣ ਇਸ ਲਈ ਜੁੜੇ ਨੇ। ਜੇਕਰ ਬਾਈ ਚਾਂਸ ਤੁਹਾਡਾ ਇਸ ਪੂਰੇ ਵੈਬੀਨਾਰ ਦੇ ਦੌਰਾਨ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਸਵਾਲ ਹੈ ਤੁਹਾਡਾ, ਤੇ ਤੁਸੀਂ ਉਹ ਜਿਹੜਾ ਆ ਆਪਣੇ ਟੀਚਰ ਸਾਹਿਬਾਨਾਂ ਨੂੰ ਨੋਟ ਕਰਵਾ ਸਕਦੇ ਆ। ਜਿਹੜੇ ਟੀਚਰ ਸਾਹਿਬਾਨ ਨੇ ਉਹ ਆਪਣੇ ਅੱਗੇ ਸਾਡੇ ਡੀਐਮ ਆਈਸੀਟੀ ਨੂੰ ਨੋਟ ਕਰਵਾ ਸਕਦੇ ਨੇ, ਠੀਕ ਹੈ। ਤੇ ਬਹੁਤ ਸ਼ਾਰਟਲੀ ਹੀ ਅਸੀਂ ਇਹਨਾਂ ਸਾਰੀਆਂ ਕਿਊਰੀਜ਼ ਦੇ ਜਿਹੜੇ ਜਵਾਬ ਨੇ ਉਹਨੂੰ ਲੈ ਕੇ ਇੱਕ ਹੋਰ ਜਿਹੜਾ ਅਸੀਂ ਵੈਬੀਨਾਰ ਪਲਾਨ ਕਰ ਲਾਂਗੇ। ਇਸ ਵਾਰ ਅਸੀਂ ਇਹਨੂੰ ਵਨ ਵੇ ਕਮਿਊਨੀਕੇਸ਼ਨ ਇਸ ਕਰਕੇ ਵੀ ਰੱਖਿਆ ਹੋਇਆ ਕਿਉਂਕਿ ਇਟ ਵਾਜ਼ ਆਵਰ ਫਰਸਟ ਵੈਬੀਨਾਰ, ਤੇ ਅਸੀਂ ਚਾਹੁੰਦੇ ਸੀਗੇ ਕਿ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਉਹ ਬੜੇ ਆਸਾਨੀ ਦੇ ਨਾਲ ਪਹਿਲੇ ਵੈਬੀਨਾਰ ਵਿੱਚ ਕਰ ਲਿਆ ਜਾਵੇ, ਤੇ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਤੁਹਾਡੀ ਕਿਊਰੀ ਦੇ ਹਿਸਾਬ ਨਾਲ ਜਿਹੜਾ ਆ ਅਸੀਂ ਜਿਹੜੀ ਅਗਲੀ ਟਾਕ ਜਿਹੜੀ ਅਰੇਂਜ ਕਰ ਸਕਦੇ ਹਾਂ। ਸੋ ਕਿਸੇ ਨੂੰ ਵੀ ਲੀਵ ਕਰਨ ਦੀ ਜ਼ਰੂਰਤ ਨਹੀਂ ਹੈ, ਬਹੁਤ ਛੇਤੀ ਜਿਹੜੇ ਸਾਡੇ Yunus, ਯੈਸ ਸਰ there was some problem with the power issue. मैं दोबारा करके, मेरी स्क्रीन विजिबल है ਤੁਹਾਨੂੰ? यस सर, इट इज विजिबल नाउ। Okay, just मैं दोबारा स्क्रीन ਦੇ ਉੱਤੇ ਜਾ ਰਿਹਾ। ओके सर, ओके ठीक है। ਤੁਸੀਂ ਮੈਨੂੰ ਇਨੇਬਲਡ ਕਰੋ, ਤੁਹਾਡਾ ਸਕਰੀਨ ਮੈਨੂੰ ਰਾਈਟ ਨਹੀਂ ਮਿਲੇ ਤੁਹਾਡੀ ਸਕਰੀਨ ਸ਼ੇਅਰ ਦੇ। ਆਰਿਫ ਸਰ ਇਹਨਾਂ ਨੂੰ ਸਰ ਨੂੰ ਕੋਸਟ ਬਣਾ ਦਿਓ ਸਰ, ਤੁਸੀਂ ਕੋਸਟ ਹੈਗੇ ਆ। ਮੈਂ ਨਾ ਹੁਣ ਦੂਜੇ ਤੋਂ ਲੌਗਇਨ ਕੀਤਾ ਹੈ, ਮਤਲਬ ਦੂਜੇ ਸਿਸਟਮ ਤੋਂ। ਹੋਸਟ ਹੈਗੇ, ਓਕੇ ਓਕੇ ਸਰ, ਮੈਂ ਬਣਾ ਰਿਹਾ ਜੀ, ਬਣਾ ਰਿਹਾ। ਹਾਂ ਪਲੀਜ਼ ਸਰ ਕਰ ਸਕਦੇ ਹੋ ਜੀ। ਜਿਨ੍ਹਾਂ ਤੇ ਸਾਡੇ ਸਰ ਜਿਹੜੇ ਥੋੜਾ ਅਰਜੈਂਟ ਕੰਮ ਲਈ ਗਏ ਨੇ ਬਾਹਰ, ਥੋੜੀ ਸੈਟਿੰਗ ਕਰ ਰਹੇ। ਹਾਂਜੀ, ਹੁਣ ਮੇਰਾ ਸਕਰੀਨ ਵਿਜ਼ੀਬਲ ਹੈ? ਯੈਸ ਸਰ, ਵਿਜ਼ੀਬਲ ਹੈ ਸਰ। Okay, thank you. So before, sorry for inconvenience, before my screen went disrupted because of a power failure, मैं ਤੁਹਾਨੂੰ ਦੱਸਣਾ ਚਾਹਾਂਗਾ, ਮੈਂ ਡਿਸਕਸ ਕਰ ਰਿਹਾ ਸੀਗਾ ਮਤਲਬ ਰਿਪੋਰਟਿੰਗ ਦਾ ਪੁਆਇੰਟ। ਮੇਰੀ ਸਕਰੀਨ ਤੁਹਾਡੇ ਸਾਹਮਣੇ ਆ ਗਈ। ਸਭ ਤੋਂ ਪਹਿਲੇ ਅਗਰ ਕਦੀ ਤੁਹਾਨੂੰ ਲੱਗੇ ਵੀ you have become a victim of a cyber crime or a cyber fraud, ਤੇ ਤੁਸੀਂ ਦੇਖੋ, ਇਹ ਪਹਿਲੀ ਗੱਲ ਹੈ ਸੋਚਣਾ ਵੀ ਤੁਹਾਨੂੰ ਫਿਜ਼ੀਕਲੀ ਜਾਣ ਦੀ ਲੋੜ ਨਹੀਂ ਹੈ। You need not to go physically, ਵੀ ਤੁਸੀਂ ਆਨਲਾਈਨ ਰਿਪੋਰਟਿੰਗ ਕਰ ਸਕਦੇ ਹੋ। ਆਨਲਾਈਨ ਰਿਪੋਰਟਿੰਗ ਦਾ ਮਤਲਬ ਗਵਰਨਮੈਂਟ ਆਫ ਇੰਡੀਆ ਨੇ ਆਨਲਾਈਨ ਪੋਰਟਲ ਬਣਾ ਲਿਆ, ਉਸ ਪੋਰਟਲ ਦੇ ਉੱਤੇ ਜਾ ਕੇ ਤੁਸੀਂ ਆਪਣੀ ਕੰਪਲੇਂਟ ਫਾਈਲ ਕਰੋ। ਤੁਹਾਨੂੰ ਦੱਸਣਗੇ ਨਹੀਂ, ਤੁਹਾਨੂੰ ਨਹੀਂ ਕਹਿਣਗੇ ਵੀ ਤੁਸੀਂ ਫਿਜ਼ੀਕਲੀ ਜਾਓ, ਤੁਹਾਨੂੰ ਸਟੇਟਮੈਂਟ ਵੀ ਤੁਹਾਡੀ ਆਨਲਾਈਨ ਲੈ ਲਿੱਤੀ ਜਾਵੇਗੀ। ਤੁਸੀਂ ਨੋਟ ਕਰ ਲਓ, ਇੱਕ ਪੋਰਟਲ ਹੈ ਗਵਰਨਮੈਂਟ ਆਫ ਇੰਡੀਆ ਦਾ, ਉਹ ਹੈ www.cybercrime.gov.in www.cybercrime.gov.in। ਤੁਸੀਂ ਇਹਦੇ ਤੇ ਜਾ ਕੇ ਆਪਣੀ ਕੋਈ ਵੀ ਤੁਹਾਡੀ ਕੰਪਲੇਂਟ ਹੋਵੇ ਸਕਰੀਨਸ਼ਾਟ ਦੇ ਨਾਲ, ਕਦੀ ਵੀ ਕੋਈ ਤੁਹਾਨੂੰ ਬੰਦਾ ਹਰਾਸ ਕਰ ਰਿਹਾ ਹੋਵੇ ਸਾਈਬਰ ਸਪੇਸ ਦੇ ਉੱਤੇ, ਤੁਹਾਡੀ ਕੋਈ ਫੇਸਬੁੱਕ ਦੇ ਉੱਤੇ ਫੇਕ ਪ੍ਰੋਫਾਈਲ ਬਣਾ ਰਿਹਾ ਹੋਵੇ, ਤੁਹਾਡੀ ਕੋਈ ਇੰਸਟਾਗ੍ਰਾਮ ਦੇ ਉੱਤੇ ਕੁਝ ਤੁਹਾਡੇ ਬਾਰੇ ਕਮੈਂਟਸ ਲਿਖ ਰਿਹਾ ਹੋਵੇ, ਜਾਂ ਤੁਹਾਡੀ ਫੋਟੋ ਨੂੰ ਕਿਧਰੇ ਉਹਨੇ ਪੋਰਨੋਗ੍ਰਾਫਿਕ ਵੈਬਸਾਈਟ ਦੇ ਉੱਤੇ ਅਪਲੋਡ ਕੀਤਾ ਹੋਵੇ, ਤੁਸੀਂ ਕਦੀ ਵੀ ਬਿਲਕੁਲ ਵੀ ਚੁੱਪ ਨਹੀਂ ਬਹਿਣਾ। cybercrime.gov.in ਦੇ ਉੱਤੇ ਜਾਣਾ। ਇਜ਼ ਅ ਆਨਲਾਈਨ ਪੋਰਟਲ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ। ਇਸ ਪੋਰਟਲ ਦੇ ਉੱਤੇ ਜਿਹੜੀ ਵੀ ਕੰਪਲੇਂਟ ਤੁਸੀਂ ਪਾਓਗੇ ਉਹ ਅਲਟੀਮੇਟਲੀ ਤੁਹਾਡੇ ਜਿਹੜਾ ਵੀ ਕੰਸਰਨ ਡਿਸਟ੍ਰਿਕਟ ਹੋਏਗਾ ਉਹਦੇ ਤੇ ਰੈਫਰ ਹੋ ਜਾਏਗੀ, ਔਰ ਤੁਹਾਡੀ ਕੰਪਲੇਂਟ ਦੇ ਅਗੇਂਸਟ ਐਕਸ਼ਨ ਹੋ ਜਾਏਗਾ। ਸਭ ਤੋਂ ਵੱਡੀ ਸਾਨੂੰ ਦਿੱਕਤ ਕੀ ਆਉਂਦੀ ਹੈ, ਆਪਾਂ ਫਿਜ਼ੀਕਲੀ ਜਾਣਾ ਨਹੀਂ ਚਾਹੁੰਦੇ ਥਾਣੇ ਦੇ ਵਿੱਚ, ਆਪਾਂ ਡਿਸਕੰਫਰਟੇਬਲ ਫੀਲ ਕਰਦੇ ਹਾਂ। ਤੇ ਮਤਲਬ ਇਹ ਪੋਰਟਲ ਦੇ ਵਿੱਚ ਤੁਹਾਨੂੰ ਇੱਕ ਵੱਡਾ ਰਿਲੀਫ ਹੈ ਮਿਲੇਗਾ ਵੀ ਤੁਹਾਨੂੰ ਫਿਜ਼ੀਕਲੀ ਜਾਣ ਦੀ ਲੋੜ ਨਹੀਂ ਪੈਣੀ, ਤੁਸੀਂ ਇਮੀਡੀਏਟਲੀ ਰਿਪੋਰਟਿੰਗ ਕਰ ਸਕਦੇ ਹੋ। ਦੂਜਾ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਵੀ ਜਦੋਂ ਆਪਾਂ ਮੋਬਾਈਲ ਫੋਨ ਦੀ ਮੈਮਰੀ ਦੀ ਗੱਲ ਕਰੀਦਾ ਨਾ, ਤੇ ਮੋਬਾਈਲ ਫੋਨ ਦੇ ਅੰਦਰ ਕੀ ਹੁੰਦਾ ਵੀ ਆਪਾਂ ਕਈ ਵਾਰ ਆਪਣਾ ਡਾਟਾ ਰੱਖ ਲਈਦਾ, ਤੇ ਕੱਲ ਨੂੰ ਅਗਰ ਮੋਬਾਈਲ ਫੋਨ ਮੇਰਾ ਗੁੰਮ ਹੋ ਜਾਵੇ, ਤੇ ਗੁੰਮ ਹੋਣੇ ਤੋਂ ਬਾਅਦ ਉਹ ਜਿਹੜੇ ਬੰਦੇ ਦੇ ਹੱਥ ਮੇਰਾ ਮੋਬਾਈਲ ਫੋਨ ਲੱਗੇਗਾ ਤੇ ਉਹ ਮੈਨੂੰ ਐਕਸਟੋਰਟ ਕਰ ਸਕਦਾ ਹੈ, ਮੈਨੂੰ ਬਲੈਕਮੇਲ ਕਰ ਸਕਦਾ ਹੈ। ਤੇ ਕੋਸ਼ਿਸ਼ ਕਰਨਾ ਵੀ ਹਮੇਸ਼ਾ ਤੁਹਾਡੇ ਮੋਬਾਈਲ ਫੋਨ ਡਿਵਾਈਸ ਦੇ ਉੱਤੇ ਮਿਨੀਮਮ ਡਾਟਾ ਰਵੇ। ਮਤਲਬ ਇੱਕ ਪ੍ਰਾਈਵੇਟ ਡਾਟਾ ਜਿਹੜਾ ਹੈਗਾ ਉਹ ਜਾਂ ਤੇ ਤੁਸੀਂ ਲੌਕ ਦੇ ਵਿੱਚ ਰੱਖਣਾ ਕਰਕੇ, ਫੋਲਡਰ ਲੌਕ ਕਰਕੇ, ਜਾਂ ਫਿਰ ਉਹਨੂੰ ਤੁਸੀਂ ਰੱਖਣਾ ਹੀ ਨਹੀਂ ਆਪਣੇ ਮੋਬਾਈਲ ਫੋਨ ਦੇ ਡਿਵਾਈਸ ਦੇ ਅੰਦਰ। ਕਿਉਂਕਿ ਜਦੋਂ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ, ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਸਾਨੂੰ ਸੈਟਬੈਕ ਲੱਗ ਸਕਦਾ, ਉਹ ਲੱਗ ਸਕਦਾ ਮੋਬਾਈਲ ਫੋਨ ਦੇ ਵਿੱਚ ਪਏ ਹੋਏ ਡਾਟਾ ਦਾ। ਮੋਬਾਈਲ ਫੋਨ ਦੀ ਕਾਸਟ ਜ਼ਿਆਦਾ ਕੀਮਤੀ ਨਹੀਂ ਹੁੰਦੀ। ਤੀਜੇ ਨੰਬਰ ਤੇ ਇੱਕ ਹੋਰ ਚੀਜ਼ ਦਾ ਨੋਟ ਕਰਨਾ ਵੀ ਜਦੋਂ ਤੁਹਾਡਾ ਕੋਈ ਮੋਬਾਈਲ ਫੋਨ ਪੁਰਾਣਾ ਹੋ ਜਾਂਦਾ,
ਖਾਸ ਕਰਕੇ ਮੈਂ ਬੱਚਿਆਂ ਵਾਸਤੇ ਕਹਿਣਾ ਚਾਹਾਂਗਾ ਵੀ ਕਿਉਂਕਿ ਬਹੁਤ ਸਾਰੇ ਮਾਡਲਸ ਨਵੇਂ-ਨਵੇਂ ਆਉਂਦੇ ਆ, ਆਪਾਂ ਪੁਰਾਣੇ ਮੋਬਾਈਲ ਫੋਨ ਨੂੰ ਕੀ ਕਰਦੇ ਆ, ਬਾਈਬੈਕ ਕਰ ਲੈਂਦੇ ਆ ਜਾਂ ਪੁਰਾਣੇ ਮੋਬਾਈਲ ਫੋਨ ਨੂੰ ਆਪਾਂ ਵੇਚ ਦਿੰਦੇ ਆ। ਜ਼ਰੂਰ ਧਿਆਨ ਕਰਨਾ ਵੀ ਕਦੀ ਵੀ ਮੋਬਾਈਲ ਫੋਨ ਨੂੰ ਵੇਚਣ ਤੋਂ ਪਹਿਲੇ ਉਹਦੇ ਅੰਦਰ ਪਿਆ ਹੋਇਆ ਜਿਹੜਾ ਡਾਟਾ ਹੈ ਉਹਨੂੰ ਪਰਮਾਨੈਂਟਲੀ ਮਲਟੀਪਾਸ ਤਰੀਕੇ ਨਾਲ ਤੁਸੀਂ ਡਿਲੀਟ ਕਰਨਾ ਹੈ, ਕਿਉਂਕਿ ਜੇ ਤੁਸੀਂ ਫੈਕਟਰੀ ਮੋਡ ਦੇ ਨਾਲ ਡਾਟਾ ਨੂੰ ਰੀਸੈਟ, ਆਪਾਂ ਕੀ ਕਰਦੇ ਆ ਜਦੋਂ ਵੀ ਮੋਬਾਈਲ ਫੋਨ ਨੂੰ ਸੇਲ ਕਰਦੇ ਆ ਨਾ, ਮੋਬਾਈਲ ਫੋਨ ਨੂੰ ਰੀਸੈਟ ਕਰ ਦਿੰਦੇ ਆ ਟੂ ਫੈਕਟਰੀ ਮੋਡ, ਰੀਸੈਟ ਟੂ ਫੈਕਟਰੀ ਮੋਡ। ਪਰ ਜੇ ਰੀਸੈਟ ਕਰਨ ਤੋਂ ਬਾਅਦ ਤੁਸੀਂ ਕੋਈ ਵੀ ਮੋਬਾਈਲ ਫੋਨ ਨੂੰ ਡਿਵਾਈਸ ਨੂੰ ਤੁਸੀਂ ਮੇਰੇ ਕੋਲ ਲੈ ਕੇ ਆਣਾ, ਸਾਰਾ ਦਾ ਸਾਰਾ ਡਾਟਾ ਜਿਹੜਾ ਹੈ ਉਹ ਮੋਬਾਈਲ ਫੋਨ ਦੇ ਅੰਦਰੋਂ ਵਾਪਸ ਫਿਰ ਨਿਕਲ ਆਉਂਦਾ। ਮਤਲਬ ਪਰਮਾਨੈਂਟਲੀ ਡਾਟਾ ਕਦੀ ਵੀ ਕੋਈ ਡਿਲੀਟ ਨਹੀਂ ਹੁੰਦਾ। ਪਰਮਾਨੈਂਟਲੀ ਅਗਰ ਤੁਸੀਂ ਕਿਸੇ ਡਾਟਾ ਨੂੰ ਡਿਲੀਟ ਕਰਨਾ ਹੈ ਮੋਬਾਈਲ ਫੋਨ ਦੀ ਮੈਮਰੀ ਦੇ ਵਿੱਚੋਂ, ਤੇ ਤੁਹਾਨੂੰ ਕੀ ਕਰਨਾ ਪਏਗਾ, ਮਲਟੀਪਾਸ ਰੀਸੈਟਿੰਗ ਕਰਨਾ ਪਏਗਾ। ਇਹ ਨੋਟ ਕਰ ਲੈਣਾ, ਮਲਟੀਪਾਸ ਰੀਸੈਟਿੰਗ। ਮਲਟੀਪਾਸ ਰੀਸੈਟਿੰਗ ਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲੇ ਆਪਾਂ ਕੀ ਕਰਦੇ ਆ, ਮੋਬਾਈਲ ਫੋਨ ਨੂੰ ਰੀਸੈਟ ਕਰਦੇ ਆ ਫੈਕਟਰੀ ਮੋਡ। ਉਸ ਤੋਂ ਬਾਅਦ ਆਪਾਂ ਉਸ ਮੋਬਾਈਲ ਫੋਨ ਡਿਵਾਈਸ ਨੂੰ ਆਪਣੇ ਕੰਪਿਊਟਰ ਦੇ ਰਾਹੀਂ ਡਾਟਾ ਕੇਬਲ ਦੇ ਨਾਲ ਅਟੈਚ ਕਰੀਦਾ। ਫਿਰ ਉਸ ਤੋਂ ਬਾਅਦ ਆਪਾਂ ਕੀ ਕਰੀਦਾ, ਮੋਬਾਈਲ ਫੋਨ ਦੀ ਮੈਮਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਅਗਰ ਸਪੋਜ਼ ਤੁਹਾਡੇ ਮੋਬਾਈਲ ਫੋਨ ਦੀ ਜਿਹੜੀ ਮੈਮਰੀ ਹੈਗੀ ਆ ਉਹ 32 ਗੀਗਾਬਾਈਟ ਦੀ ਹੈ, ਆਪਾਂ ਕੀ ਕਰਨਾ ਹੈ, ਉਸ ਮੋਬਾਈਲ ਫੋਨ ਦੇ ਵਿੱਚ 30 ਗੀਗਾਬਾਈਟ ਦਾ ਡਾਟਾ ਟ੍ਰਾਂਸਫਰ ਕਰਦੇ ਆ ਆਪਣੇ ਕੰਪਿਊਟਰ ਤੋਂ। ਮਤਲਬ 30 ਗੀਗਾਬਾਈਟ ਦਾ ਡਾਟਾ ਕੀ ਹੋਏਗਾ, ਫਿਲਮਾਂ ਹੋਣਗੀਆਂ, ਗਾਣੇ ਹੋਣਗੇ, 4-4 5-5 ਕਾਪੀਆਂ ਟ੍ਰਾਂਸਫਰ ਕਰ ਦੇਣਾ। ਉਹਦਾ ਮਤਲਬ ਕਹਿਣੇ ਦਾ ਕੀ ਕਰ ਰਿਹਾ, ਮੈਂ ਡਾਟਾ ਨੂੰ ਓਵਰਰਾਈਟ ਕਰ ਰਿਹਾ। ਮਤਲਬ ਇਹ ਕਿਹਾ ਜਾਂਦਾ ਵੀ ਜੇ ਤੁਸੀਂ ਪੁਰਾਣੇ ਡਾਟਾ ਦੇ ਉੱਤੇ ਨਵੇਂ ਡਾਟੇ ਨੂੰ ਓਵਰਰਾਈਟ ਕਰ ਦੋ ਤੇ ਪੁਰਾਣਾ ਡਾਟਾ ਜਿਹੜਾ ਹੈ ਉਹ ਵਾਪਸ ਨਹੀਂ ਆ ਸਕਦਾ। ਤੇ ਤੁਸੀਂ ਕੋਸ਼ਿਸ਼ ਕਰਨਾ ਵੀ ਜਿਹੜਾ ਪਹਿਲੇ ਮੋਬਾਈਲ ਫੋਨ ਨੂੰ ਰੀਸੈਟ ਕਰਨਾ, ਰੀਸੈਟ ਕਰਨੇ ਤੋਂ ਬਾਅਦ ਉਹਦੇ ਵਿੱਚ ਕੰਪਿਊਟਰ ਦੇ ਰਾਹੀਂ ਉਹਦੇ ਮੋਬਾਈਲ ਦੇ ਵਿੱਚ ਡਾਟਾ ਪਾਣਾ, ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਰੀਸੈਟ ਕਰਨਾ, ਫਿਰ ਉਹਦੇ ਵਿੱਚ ਇਸ ਪ੍ਰੋਸੈਸ ਨੂੰ 4 ਟਾਈਮਸ ਇਸ ਪ੍ਰੋਸੈਸ ਨੂੰ ਰਿਪੀਟ ਕਰਨਾ, 4 ਟਾਈਮਸ ਰਿਪੀਟ। ਉਸ ਤੋਂ ਬਾਅਦ ਕੀ ਹੋਏਗਾ, ਤੁਹਾਡੇ ਮੋਬਾਈਲ ਦਾ ਡਾਟਾ ਕੋਈ ਵੀ ਤੁਹਾਡੇ ਮੋਬਾਈਲ ਫੋਨ ਦੇ ਵਿੱਚੋਂ ਡਾਟਾ ਦੁਬਾਰਾ ਨਹੀਂ ਲੈ ਕੇ ਆ ਸਕਦਾ। ਔਰ ਤੀਜੇ ਨੰਬਰ ਦੇ ਉੱਤੇ ਖਾਸ ਕਰਕੇ ਮੋਬਾਈਲ ਫੋਨ ਨੂੰ ਜਦੋਂ ਵੀ ਯੂਜ਼ ਕਰਨਾ ਨਾ, ਜਿਹੜਾ ਵੀ ਐਪਲੀਕੇਸ਼ਨ ਤੁਸੀਂ ਮੋਬਾਈਲ ਫੋਨ ਦੇ ਉੱਤੇ ਲੋਡ ਕਰੋ, ਉਹਨੂੰ ਉਸ ਐਪਲੀਕੇਸ਼ਨ ਨੂੰ ਜ਼ਰੂਰ ਉਹਦੇ ਰਿਵਿਊ ਜਾ ਕੇ ਜ਼ਰੂਰ ਦੇਖ ਲੈਣਾ। ਪਲੇ ਸਟੋਰ ਦੇ ਉੱਤੇ ਉਹਦੇ ਰਿਵਿਊ ਮਿਲਦੇ ਆ, ਤੁਹਾਨੂੰ ਰਿਵਿਊ ਦੇ ਵਿੱਚ ਲਿਖਿਆ ਮਿਲ ਜਾਏਗਾ ਵੀ ਬਹੁਤ ਸਾਰੇ ਰਿਵਿਊ ਐਸੇ ਵੀ ਮਿਲ ਜਾਣਗੇ ਜਿਹਦੇ ਵਿੱਚ ਲਿਖਿਆ ਹੁੰਦਾ ਵੀ ਮੋਬਾਈਲ ਫੋਨ ਜਿਹੜਾ ਹੈਗਾ ਉਹ ਖਰਾਬ ਹੈ, ਹੈਕਿੰਗ ਕਰਦਾ ਹੈ, ਉਹ ਤੁਹਾਡਾ ਡਾਟਾ ਸਟੀਲ ਕਰਦਾ ਹੈ। ਤੇ ਅਗਰ ਰਿਵਿਊ ਜਿਹੜੇ ਹੈ ਪੂਰ ਆਏ ਹੋਏ ਆ ਤਾਂ ਉਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨੇ ਤੋਂ ਪਹਿਲਾਂ ਬਹੁਤ ਧਿਆਨ ਨਾਲ ਸੋਚਣਾ ਵੀ ਇਹ ਐਪਲੀਕੇਸ਼ਨ ਤੁਹਾਡੇ ਮੋਬਾਈਲ ਦੇ ਉੱਤੇ ਜਾਂ ਤੁਹਾਡੇ ਪ੍ਰਾਈਵੇਸੀ ਨੂੰ ਲੈ ਕੇ ਜਾ ਸਕਦਾ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਇੱਕ ਐਪਲੀਕੇਸ਼ਨ ਮੈਂ ਦੇਖਿਆ ਜਿਹੜਾ ਬਹੁਤ ਹੀ ਜ਼ਿਆਦਾ ਯੂਜ਼ ਹੁੰਦਾ ਪੂਰੇ ਇੰਡੀਆ ਦੇ ਵਿੱਚ, ਮੈਂ ਕਹਿੰਦਾ ਉਹ ਸਭ ਤੋਂ ਵੱਡਾ ਸਪਾਈਵੇਅਰ ਹੈ। ਮੈਂ ਤੁਹਾਨੂੰ ਹੁਣ ਡੈਮੋ ਵੀ ਕਰਕੇ ਦਿਖਾਵਾਂਗਾ। ਉਹ ਐਪਲੀਕੇਸ਼ਨ ਕਿਹੜਾ ਹੈਗਾ, ਉਸ ਐਪਲੀਕੇਸ਼ਨ ਨੂੰ ਕਹਿੰਦੇ ਆ ਟਰੂ ਕਾਲਰ। ਤੁਹਾਡੇ ਅਗਰ ਮੋਬਾਈਲ ਫੋਨ ਦੇ ਉੱਤੇ ਐਪਲੀਕੇਸ਼ਨ ਹੈ ਤੇ ਧਿਆਨ ਰੱਖਿਆ ਜੇ ਇਹ ਐਪਲੀਕੇਸ਼ਨ ਬਹੁਤ ਸਾਰਾ ਡਾਟਾ ਸਟੀਲ ਕਰਕੇ ਲੈ ਕੇ ਚਲਾ ਜਾਂਦਾ ਹੈ ਔਰ ਸਾਡੀਆਂ ਲੋਕੇਸ਼ਨਾਂ ਨੂੰ ਵੀ ਲੈ ਕੇ ਚਲਾ ਜਾਂਦਾ ਹੈ। ਤੁਸੀਂ ਦੇਖਣਾ, ਤੁਸੀਂ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਮੈਕਸਿਮਮ ਜਿਹੜੇ ਐਪਲੀਕੇਸ਼ਨ ਹੈ ਉਹ ਇੰਸਟਾਗ੍ਰਾਮ ਹੈ, ਫੇਸਬੁੱਕ ਹੈ ਜਾਂ ਵਟਸਐਪ ਹੈ, ਇਹ ਕੀ ਕਰਦੇ ਆ, ਇਹ ਸਾਰੇ ਦੇ ਸਾਰੇ ਐਪਲੀਕੇਸ਼ਨ ਤੁਹਾਡੀ ਲੋਕੇਸ਼ਨਸ ਵੀ ਲੈ ਕੇ ਜਾਂਦੇ ਆ। ਤੇ ਅਗਰ ਕਿਸੇ ਕ੍ਰਿਮੀਨਲ ਦੇ ਕੋਲ ਤੁਹਾਡੀ ਕਰੰਟ ਲੋਕੇਸ਼ਨ ਆ ਜਾਵੇ, ਤੁਹਾਨੂੰ ਸਟਾਕਿੰਗ ਕਰ ਸਕਦਾ, ਤੁਹਾਡਾ ਪਿੱਛਾ ਕਰ ਸਕਦਾ, ਤੁਹਾਨੂੰ ਮਤਲਬ ਕਿ ਉਹ ਪਿੱਛਾ ਕਰਕੇ ਕੁਝ ਵੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਉਹ। ਤੇ ਤੁਸੀਂ ਧਿਆਨ ਰੱਖਣਾ, ਮੈਂ ਤੁਹਾਨੂੰ ਟਰੂ ਕਾਲਰ ਦੀ ਗੱਲ ਕਰ ਰਿਹਾ ਸੀਗਾ, ਮੋਬਾਈਲ ਫੋਨ ਦੇ ਉੱਤੇ ਕਦੀ ਵੀ ਟਰੂ ਕਾਲਰ ਨਾ ਲੋਡ ਕਰਨਾ। ਪਰ ਹਾਂ, ਇੱਕ ਚੀਜ਼ ਜ਼ਰੂਰ ਕਰਨਾ, ਮੈਂ ਤੁਹਾਨੂੰ ਇੱਕ ਡੈਮੋ ਕਰਕੇ ਦਿਖਾ ਰਿਹਾ। ਤੁਸੀਂ ਨਾ ਵੈਬ ਟਰੂ ਕਾਲਰ ਦਾ ਪ੍ਰਯੋਗ ਕਰਨਾ ਹੈ। ਵੈਬ ਟਰੂ ਕਾਲਰ ਕਿਵੇਂ ਯੂਜ਼ ਕਰਨਾ ਹੈ, ਮੋਬਾਈਲ ਆਪਣਾ ਕੋਈ ਵੀ ਬਰਾਊਜ਼ਰ ਖੋਲਣਾ ਕੰਪਿਊਟਰ ਦੇ ਉੱਤੇ ਜਾਂ ਮੋਬਾਈਲ ਫੋਨ ਦੇ ਉੱਤੇ, ਉਸ ਬਰਾਊਜ਼ਰ ਤੇ ਟਾਈਪ ਕਰਨਾ ਵੈਬਸਾਈਟ www.truecaller.com। ਓਕੇ, ਹੁਣ ਦਿੱਕਤ ਕੀ ਆਉਂਦੀ ਹੈ, ਮੇਰੇ ਕੋਲ ਇੱਕ ਕੇਸ ਆਇਆ ਸੀਗਾ ਮੋਹਾਲੀ ਦਾ। ਮੋਹਾਲੀ ਦੇ ਵਿੱਚ ਇੱਕ 12ਵੀਂ ਕਲਾਸ ਦੀ ਕੁੜੀ, ਉਹ ਕੀ ਕਹਿੰਦੀ ਵੀ ਮੈਂ ਸਰ ਪਿਛਲੇ ਮਹੀਨੇ ਤੋਂ ਪ੍ਰੋਬਲਮ ਕੀ ਆ ਰਹੀ ਹੈ, ਮੈਂ ਜਿਹਨੂੰ ਵੀ ਕਾਲ ਕਰਦੀ ਹਾਂ ਉਹਦੇ ਮੋਬਾਈਲ ਫੋਨ ਦੇ ਉੱਤੇ ਡਿਸਪਲੇ ਹੁੰਦਾ ਕਾਲ ਗਰਲ ਕਾਲਿੰਗ। ਤੇ ਉਹ ਬੜੀ ਐਂਬੈਰਸ ਹੋਈ ਸੀ ਉਹ ਕੁੜੀ। ਉਹ ਕਹਿੰਦੀ ਜੀ ਮੈਂ ਇਹਦੇ ਚੱਕਰ ਦੇ ਵਿੱਚ ਮੈਂ ਨਾ ਤੇ ਕਲਾਸਾਂ ਲਾ ਪਾ ਰਹੀ ਹਾਂ, ਨਾ ਹੀ ਮੈਂ ਆਪਣੇ ਕਿਸੇ ਪਰਿਵਾਰ ਵਾਲੇ ਨਾਲ ਗੱਲ ਕਰ ਰਹੀ। ਮੈਨੂੰ ਬਹੁਤ ਹੀ ਐਸੀਆਂ ਕਾਲਾਂ ਆ ਰਹੀਆਂ ਰੋਜ਼ ਜਿਹਦੇ ਨਾਲ ਮੈਂ ਬਹੁਤ ਪਰੇਸ਼ਾਨ ਹੋਈ ਹਾਂ, ਅਨਸੋਲਿਸਿਟਡ ਕਾਲ। ਤਾਂ ਹੁਣ ਦੇਖੋ ਵੀ ਇਹ ਕਾਲ ਗਰਲ ਕਾਲਿੰਗ ਕਿਵੇਂ ਬਣ ਗਿਆ ਉਹਦਾ। ਉਹ ਇਸ ਕਰਕੇ ਬਣ ਗਿਆ ਵੀ ਕਿਸੇ ਬੰਦੇ ਨੇ ਕੀ ਕੀਤਾ ਹੋਇਆ, ਆਪਣੇ ਮੋਬਾਈਲ ਫੋਨ ਦੇ ਵਿੱਚ ਉਹਦਾ ਨਾਮ ਕਾਲ ਗਰਲ ਦੇ ਰੂਪ ਦੇ ਵਿੱਚ ਸੇਵ ਕੀਤਾ ਹੋਇਆ। ਕਿਉਂਕਿ ਟਰੂ ਕਾਲਰ ਦੇ ਵਿੱਚ ਕੰਮ ਕਿਵੇਂ ਹੁੰਦਾ, ਟਰੂ ਕਾਲਰ ਐਪਲੀਕੇਸ਼ਨ ਕੰਮ ਕਿਵੇਂ ਕਰਦਾ ਹੈ, ਜਿਹੜੇ ਕੰਟੈਕਟਸ ਤੁਹਾਡੇ ਮੋਬਾਈਲ ਫੋਨ ਦੇ ਅੰਦਰ ਜਿਵੇਂ ਸਟੋਰ ਹੁੰਦੇ ਆ ਐਵੇਂ ਹੀ ਟਰੂ ਕਾਲਰ ਲੈ ਕੇ ਚਲਾ ਜਾਂਦਾ ਹੈ। ਚਾਹੇ ਤੁਸੀਂ ਉਹਦੇ ਵਿੱਚ ਮਾਮਾ ਲਿਖਿਆ ਹੋਇਆ, ਉਹਦਾ ਨਾਮ ਚਾਚਾ ਲਿਖਿਆ ਹੋਇਆ, ਭੂਆ ਲਿਖਿਆ ਹੋਇਆ, ਸੇਮ ਐਜ਼ ਇਟ ਇਜ਼ ਹੀ ਚਲਾ ਜਾਂਦਾ ਹੈ ਤੇ ਬਹੁਤ ਹੀ ਨੁਕਸਾਨ ਪਹੁੰਚਾ ਸਕਦਾ ਤੁਹਾਡੇ ਵਾਸਤੇ। ਤੇ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਸਾਰੇ ਪਾਰਟਿਸਪੈਂਟ ਨੂੰ, ਤੁਸੀਂ ਅੱਜ ਜ਼ਰੂਰ ਚੈੱਕ ਕਰਿਆ ਜੇ ਆਪਣੇ ਟਰੂ ਕਾਲਰ ਦੇ ਉੱਤੇ ਜਾ ਕੇ ਵੀ ਤੁਹਾਡਾ ਨਾਮ ਕਿਵੇਂ ਲਿਖਿਆ ਹੋਇਆ। ਮੈਂ ਜ਼ਿਆਦਾਤਰ ਕੁੜੀਆਂ ਦੇ ਨਾਮ ਚੈੱਕ ਕਰਦਾ ਨਾ ਜਦੋਂ ਉਹਨਾਂ ਦੇ ਮੋਬਾਈਲ ਨੰਬਰ ਤੇ ਬਹੁਤ ਹੀ ਗਲਤ ਤਰੀਕੇ ਨਾਲ ਲਿਖੇ ਹੁੰਦੇ ਆ,
ਤੇ ਮੈਂ ਤੁਹਾਨੂੰ ਤਰੀਕਾ ਵੀ ਦੱਸਾਂਗਾ ਤੁਹਾਡਾ ਨਾਮ ਅਗਰ ਗਲਤ ਲਿਖਿਆ ਹੋਇਆ ਹੈ ਉਸ ਨਾਮ ਨੂੰ ਹਟਾਣਾ ਕਿਵੇਂ ਹੈ। ਤੇ ਦੇਖੋ ਮੈਂ ਤੁਹਾਨੂੰ ਡੈਮੋ ਕਰ ਰਿਹਾ ਵੈਬ ਟਰੂਕਾਲਰ ਦਾ, www.truecaller.com ਤੇ ਜਾਣਾ ਤੁਸੀਂ। ਦੇਖੋ ਜਦੋਂ ਹੀ ਆਪਾਂ truecaller.com ਤੇ ਜਾਵਾਂਗੇ ਇੱਥੇ ਲੌਗਇਨ ਮੰਗੇਗਾ ਮੇਰੇ ਤੋਂ। ਦੇਖੋ ਇੱਥੇ ਕੀ ਕਰਾਂਗਾ ਹੁਣ ਮੈਂ, ਇੱਕ ਮਿੰਟ ਮੈਂ ਸਾਈਨ ਇਨ ਕਰ ਲੈਣਾ ਜਰਾ। एक मिनट होल्ड करें जी। ओके देखो मतलब कि हुण मैं वैब ट्रूकालर ते गया www.truecaller.com। ਇਹ ਕਹਿੰਦਾ ਜੀ ਤੁਸੀਂ ਆਪਣਾ ਨੰਬਰ ਪਾਓ, ਇੱਥੇ ਨੰਬਰ ਪਾਣਾ ਹੈ। ਜਿਵੇਂ ਸਪੋਜ਼ ਮੈਂ ਆਪਣਾ ਨੰਬਰ ਪਾ ਰਿਹਾ, ट्रेस बटन दबाना। देखो गुरचरण सिंह साइबर सम टाइम ते तुहाडा नाम इत्थे गलत भी, मोस्ट ऑफ द केसेस दे विच फोटो भी नजर आंदी है ते गलत भी हो सकदा है। देखो हुण मैं कोई बैड गाय हां, मैं देखो इहदे विच की कर सकदा, एक ऑप्शन आ रहा सुजैस्ट ए नेम, मैं इत्थे क्लिक करके इस नाम नू बिगाड़ भी सकदा, कुछ भी नाम गलत मलत लिख सकदा, मतलब किसी नू मैं बदनाम करना तो नाम बिगाड़ सकदा। तो मतलब कितना आसान काम है किसी के नाम नू बदनाम करना। तो तुसी भी की करना, अगर तुहानू लगे भी तुहाडा नाम गलत दिखा रहा है, तुसी एक काम जरूर करना, अपने नाम नू हटाना है उत्थों। किवें हटाना है, तुसी की करना, अनलिस्टिंग, एक अन की यूज करना, अनलिस्टिंग फ्रॉम ट्रूकालर। किवें करना है जी अनलिस्टिंग, एक वेबसाइट ते जाना है www.truecaller.com/अनलिस्टिंग। ਇੱਥੇ ਇਸ ਵੈਬਸਾਈਟ ਤੇ ਤੁਸੀਂ ਜਾਓਗੇ, ਆਪਣਾ ਨੰਬਰ ਪਾਓਗੇ ਤੇ ਤੁਹਾਡਾ ਨੰਬਰ ਤੇ ਤੁਹਾਡਾ ਨਾਮ ਜਿਹੜਾ ਟਰੂਕਾਲਰ ਦੇ ਉੱਤੇ ਕਿਸੇ ਨੇ ਗਲਤ ਪਾਇਆ ਹੋਇਆ ਹੈ ਉਹ ਇਮੀਡੀਏਟਲੀ ਹਟ ਜਾਏਗਾ। ਇਸ ਵੈਬਸਾਈਟ ਤੇ ਜਾਣਾ www.truecaller.com/unlisting। ਬਹੁਤ ਹੀ ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗਾ ਜੀ, ਬਹੁਤ ਗਲਤ ਤਰੀਕੇ ਨਾਲ ਉਹਨਾਂ ਦੇ ਨਾਮ ਰਿਪਰੈਜ਼ੈਂਟ ਕੀਤੇ ਹੁੰਦੇ ਆ। ਮੇਰੇ ਕੋਲ ਕਈ ਕੁੜੀਆਂ ਦੇ ਆਂਦੇ, ਹੁਣ ਪਿੱਛੇ ਕੇਸ ਆਇਆ ਸੀ ਪੰਚਕੂਲਾ ਦਾ, ਕੁੜੀ ਦਾ ਨਾਮ ਜਾਨੂ ਪਾਇਆ ਹੋਇਆ ਸੀ। ਉਹ ਮਤਲਬ ਜਿਹਨੂੰ ਵੀ ਕਾਲ ਕਰਦੀ ਸੀ ਉਹਨੂੰ ਉਹਦਾ ਹਰ ਬੰਦੇ ਕੋਲ ਨਾਮ ਜਾਨੂ ਹੀ ਜਾ ਰਿਹਾ ਸੀਗਾ। that girl got ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਈ ਸੀਗੀ। ਆਪਾਂ ਨੇ truecaller.com ਤੇ ਜਾ ਕੇ ਅਨਲਿਸਟਿੰਗ ਤੇ ਉਹਦਾ ਨਾਮ ਹਟਾ ਦਿੱਤਾ, ਜਾਂ ਫਿਰ ਉਹਦਾ ਨਾਮ ਆਪਾਂ ਬਦਲ ਵੀ ਸਕਦੇ ਹਾਂ। ਤੇ ਖਾਸ ਇੱਕ ਗੱਲ ਦਾ ਇਹ ਧਿਆਨ ਰੱਖਣਾ। ਦੂਜੇ ਉੱਤੇ ਤੁਸੀਂ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ, ਖਾਸ ਕਰਕੇ ਜਦੋਂ ਆਪਾਂ ਕੋਈ ਵੀ ਐਪਲੀਕੇਸ਼ਨ ਲੋਡ ਕਰਨ ਲੱਗੀਏ ਨਾ, ਅੱਜ ਹੀ ਕੰਮ ਕਰਨਾ ਤੁਸੀਂ ਆਪਣੇ ਮੋਬਾਈਲ ਫੋਨ ਦੇ ਉੱਤੇ ਜਿੰਨੇ ਵੀ ਐਪਲੀਕੇਸ਼ਨ ਲੋਡ ਕੀਤੇ ਹੋਏ ਨਾ, ਤੁਸੀਂ ਸੈਟਿੰਗਸ ਤੇ ਵੀ ਜਾਣਾ। ਸੈਟਿੰਗਸ ਵਿੱਚ ਆਪਸ਼ਨ ਆਏਗਾ ਐਪਸ ਜਾਂ ਆਏਗਾ ਐਪਲੀਕੇਸ਼ਨ ਮੈਨੇਜਰ। ओके ਹੁਣ ਉਸ ਤੋਂ ਬਾਅਦ ਕੀ ਕਰਨਾ, ਜਿਹੜੇ ਐਪਲੀਕੇਸ਼ਨ ਮੈਨੇਜਰ ਤੇ ਤੁਸੀਂ ਜਾਓਗੇ ਤੁਹਾਡੇ ਸਾਹਮਣੇ ਲਿਸਟ ਆਫ ਐਪਲੀਕੇਸ਼ਨ ਆ ਜਾਏਗੀ ਜਿਹੜੇ ਤੁਸੀਂ ਮੋਬਾਈਲ ਫੋਨ ਦੇ ਉੱਤੇ ਲੋਡ ਕੀਤੇ ਹੋਏ ਨੇ। ਤੁਸੀਂ ਕੀ ਕਰਨਾ, ਇੱਕ ਇੱਕ ਐਪਲੀਕੇਸ਼ਨ ਦੇ ਉੱਤੇ ਜਾ ਕੇ ਨਾ, ਜਦੋਂ ਤੁਸੀਂ ਸਪੋਜ਼ ਤੁਹਾਡੇ ਸਭ ਤੋਂ ਪਹਿਲੇ ਟਰੂਕਾਲਰ ਆਇਆ, ਟਰੂਕਾਲਰ ਤੇ ਕਲਿੱਕ ਕਰੋਗੇ, ਉਹਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਮਿਲੇਗਾ ਪਰਮਿਸ਼ਨਸ। ਪਰਮਿਸ਼ਨਸ ਤੇ ਵੀ ਜਾ ਕੇ ਚੈੱਕ ਕਰਨਾ ਵੀ ਤੁਸੀਂ ਕਿਹੜੀ ਕਿਹੜੀ ਪਰਮਿਸ਼ਨਸ ਦਿੱਤੀ ਹੋਈਆਂ। परमिशन केड़ी दित्ती होंदी है, नंबर 1 परमिशन दित्ती होंदी कैमरा दी, नंबर 2 परमिशन दित्ती होंदी है डाटा एक्सेस दी। डाटा एक्सेस का मतलब तुहाडे मोबाइल फोन का कोई भी फाइल पढ़ सकता है। नंबर 3 परमिशन दित्ती होंदी कॉन्टैक्ट्स दी। कॉन्टैक्ट्स का मतलब तुहाडे सारे जिन्ने भी तुहाडे मोबाइल दे विच जिन्ने भी मोबाइल नंबर सेव कीते ने तुसी, वो उन्हां नूं पढ़ सकदा, उहदा सारा डाटा लैके जा सकदा है। और उस तो बाद चौथे नंबर ते हुंदी है परमिशन दित्ती, उहनूं कहंदे लोकेशन दी। बहुत ही खतरनाक है लोकेशन परमिशन। ਤੁਸੀਂ ਇਮੀਡੀਏਟਲੀ ਕੀ ਕਰਨਾ, ਅਗਰ ਤੁਸੀਂ ਉਸ ਐਪਲੀਕੇਸ਼ਨ ਨਹੀਂ ਚਲਾ ਰਹੇ, ਇਹ ਜਿੰਨੀਆਂ ਵੀ ਪਰਮਿਸ਼ਨਸ ਤੁਸੀਂ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚ ਇੱਕ ਆਪਸ਼ਨ ਆਉਂਦਾ ਡਿਸੇਬਲ ਪਰਮਿਸ਼ਨ। ਤੁਸੀਂ ਸਾਰੀਆਂ ਪਰਮਿਸ਼ਨਸ ਨੂੰ ਡਿਸੇਬਲ ਕਰ ਸਕਦੇ ਹੋ। ਕੈਮਰੇ ਦੀ ਪਰਮਿਸ਼ਨ ਨੂੰ ਸਵਾਈਪ ਕਰਕੇ ਡਿਸੇਬਲ ਕਰ ਦੇਣਾ, ਲੋਕੇਸ਼ਨ ਨੂੰ ਡਿਸੇਬਲ ਕਰ ਦੇਣਾ, ਕੰਟੈਕਟਸ ਨੂੰ ਡਿਸੇਬਲ ਕਰ ਦੇਣਾ, ਪਲੱਸ ਡਾਟਾ ਨੂੰ ਡਿਸੇਬਲ ਕਰ ਦੇਣਾ। ठीक है, ते नहीं तो अदरवाइज बहुत ही मुश्किल पैदा हो सकती है, तुहाडा कोई भी डाटा लेके जा सकता है। और चौथे नंबर के उत्ते तुसीं एक होर ध्यान करना, एक एप्लीकेशन आप बहुत ही ज्यादा यूज करते हैं व्हाट्सएप, बहुत ही ज्यादा खतरनाक हो सकता है जी व्हाट्सएप। और इस केस दे विच अगर तुहाडा मोबाइल फोन सिर्फ 10 सेकंड दे वास्ते, 10 सेकंड जानदे तुसीं किन्ने हुंदे हैं, मतलब तुसीं साह ही लैंदे हो एक 10 सेकंड दा, 10 सेकंड वास्ते अगर किसी गलत आदमी दे हथ लग जावे ते तुहाडे व्हाट्सएप नूं रियल टाइम एक्सेस दे विच लैके जा सकदा है। ਤੁਹਾਡੇ WhatsApp ਨੂੰ ਰੀਅਲ ਟਾਈਮ ਐਕਸੈਸ ਦੇ ਵਿੱਚ ਲੈ ਕੇ ਤੁਹਾਨੂੰ ਲਾਈਵ ਮੋਨੀਟਰ ਕਰਕੇ ਜਾ ਸਕਦਾ ਹੋ। ਤੇ ਬਹੁਤ ਜ਼ਿਆਦਾ ਤੁਸੀਂ ਧਿਆਨ ਰੱਖਣਾ ਵੀ ਮੇਰਾ ਕਿਧਰੇ WhatsApp ਕੋਈ ਰੀਅਲ ਟਾਈਮ ਮੋਨੀਟਰਿੰਗ ਦੇ ਵਿੱਚ ਤੇ ਨਹੀਂ ਲੈ ਕੇ ਚਲਾ ਗਿਆ, ਕਿਉਂਕਿ ਮੋਬਾਈਲ ਫੋਨ ਕਈ ਵਾਰ ਕੀ ਹੁੰਦਾ ਘਰ ਦੇ ਵਿੱਚ ਇੱਧਰ ਉੱਧਰ ਪਿਆ ਹੁੰਦਾ, ਜਾਂ ਇਵਨ ਆਪਣੇ ਸਕੂਲ ਦੇ ਵਿੱਚ ਕਿਸੇ ਬੰਦੇ ਦੇ ਹੱਥ ਲੱਗ ਜਾਂਦਾ ਹੈ, ਜਾਂ ਫਿਰ ਹੋਰ ਕਿਸੇ ਸਹੇਲੀ ਦੇ। ਸਮ ਟਾਈਮ
देखो एक चीज का ध्यान रखना, जो आप साइबर स्पेस की गल करीदा ना, कई बार साडे दोस्त साडी सहेलियां ही साडे अगेंस्ट साडा कुछ काम कर देंदे हैं। मतलब मैं नहीं दसांगा भी सारे सारे दोस्त इक्को जैसे होंदे हैं, अच्छे दोस्त भी हैगे हैं, पर इन्ना अच्छे ते बुरे दोस्तां दे विच सानू पहचान करनी है भी केड़ा अच्छा है ते केड़ा बुरा दोस्त है। ठीक है, ते देखो WhatsApp दे विच कोई मेरा WhatsApp हैक ते नहीं करके लै गया, ਉਹਨੂੰ ਚੈੱਕ ਕਰਨੇ ਵਾਸਤੇ ਤੁਸੀਂ ਕੀ ਕਰਨਾ ਹੈ, ਉੱਪਰ ਟੌਪ WhatsApp ਐਪਲੀਕੇਸ਼ਨ ਨੂੰ ਖੋਲੋ, ਟੌਪ ਦੇ ਵਿੱਚ ਤੁਹਾਨੂੰ ਕੀ ਮਿਲੇਗਾ, 3 ਡਾਟਸ ਮਿਲਣਗੇ, 3 ਡਾਟਸ ਜਿਹਨੂੰ ਕਹਿੰਦੇ ਆ ਸੈਟਿੰਗਸ। ਇਹਦੇ ਤੇ ਕਲਿੱਕ ਕਰੋ। ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਕ ਆਪਸ਼ਨ ਆਏਗਾ, ਉਹਦੇ ਤੇ ਲਿਖਿਆ ਹੋਇਆ WhatsApp ਵੈਬ, ਜਾਂ ਇਹਨੂੰ ਕਹਿੰਦੇ ਨੇ ਵੈਬ WhatsApp, ਵੈਬ WhatsApp। ਤੁਸੀਂ ਇਹਦੇ ਤੇ ਕਲਿੱਕ ਕਰੋ। ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤੇ ਸਾਹਮਣੇ ਇੱਕ ਆਪਸ਼ਨ ਆਏਗਾ ਲਿਖਿਆ ਹੋਇਆ ਲਿੰਕ ए डिवाइस, और थल्ले लिखा होएगा ऑलरेडी लिंक्ड, मतलब ऑलरेडी जुड़े हुए हो। जे तुहाडा थल्ले आया होया लिंक ए डिवाइस दे थल्ले कुछ एवें दा दिखा रहा है भी तुसी ऑलरेडी किसी विंडो डिवाइस दे नाल जुड़े हुए हो ऑलरेडी, ते समझ लो भी तुहाडा डाटा ऑलरेडी कोई जोड़ के बैठा है ते तुहाडे पूरे ते पूरे WhatsApp दी चैट नूं पढ़ रहा है। अगर एवें दा नजर आ रहा होए ते इत्थे थल्ले लिखा आंदा नजर लिखा हुआ आंदा है लॉग आउट फ्रॉम ऑल डिवाइसेस, ਤੁਸੀਂ ਇਹਨੂੰ ਕਲਿੱਕ ਕਰ ਦੋ ਤੇ ਬਚ ਜਾਓਗੇ, ਨਹੀਂ ਤੇ ਬਹੁਤ ਹੀ ਮੁਸ਼ਕਿਲ ਪੈਦਾ ਹੋ ਸਕਦੀ ਹੈ। ਕਈ ਵਾਰ ਕੀ ਹੁੰਦਾ ਹੈ, ਬੰਦਾ ਜਿਹੜਾ ਹੈ ਪੂਰੇ ਦੇ ਪੂਰੇ WhatsApp, ਮੇਰੀ ਸਾਰੀ ਪ੍ਰਾਈਵੇਸੀ WhatsApp ਦੇ ਉੱਤੇ ਹੈ ਤੇ ਮੇਰੀ ਸਾਰੀ ਪ੍ਰਾਈਵੇਸੀ ਨੂੰ ਪੜ ਸਕਦਾ ਕੋਈ ਵੀ ਆਦਮੀ, ਉਹਦੇ ਬਾਰੇ ਜਾਣਕਾਰੀ ਲੈ ਸਕਦਾ। ਔਰ ਖਾਸ ਕਰਕੇ WhatsApp ਨੂੰ ਯੂਜ਼ ਕਰਦੇ ਹੋਏ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ ਹੈ, ਕਦੀ ਵੀ ਕੋਈ ਪ੍ਰੋਫਾਈਲ ਪਿਕਚਰ ਜਿਹੜੀ ਹੈਗੀ ਨਾ ਆਪਣੀ ਨਹੀਂ ਲਾਣੀ। ਮੇਰੇ ਕੋਲ ਇੱਕ ਡਾਕਟਰ ਦਾ ਕੇਸ ਆਇਆ ਹੋਇਆ ਦਿੱਲੀ ਦਾ, ਡਾਕਟਰ ਗਾਇਨੋਕੋਲੋਜਿਸਟ ਹੈਗੀ ਹੈ ਲੇਡੀ, ਉਹਨੇ ਆਪਣੀ ਫੋਟੋ ਲਾਈ ਹੋਈ ਪ੍ਰੋਫਾਈਲ ਦੇ ਉੱਤੇ। किसी फ्रॉडस्टर ने पता की किया, उदी WhatsApp दे उत्ते उदी फोटो नु डाउनलोड किया। अपन प्राइवेसी ते ला के नहीं रखते WhatsApp दे उत्ते, बिल्कुल भी प्राइवेसी नहीं लगी हुई। जरूर ध्यान रखना WhatsApp दी सेटिंग्स दे विच जाके प्राइवेसी ला सकते हो भी तुहाडी प्रोफाइल पिक्चर सिर्फ तुहाडे दोस्त ही देख सकन, या तुहाडी प्रोफाइल पिक्चर कोई ना देख सके, पर अपन ने प्राइवेसी कदी लाई नहीं होंदी। देखो उस डॉक्टर दी किसी ने उन्हें प्राइवेसी नहीं लाई सी, उदी WhatsApp दी प्रोफाइल पिक्चर नु किसी ने डाउनलोड किया, डाउनलोड करने तो बाद उन्होंने मॉर्फ करता। मॉर्फ जानते हो बच्चों की होंदा मॉर्फिंग? चेहरा डॉक्टर का लाता ते थल्ले नंगी तस्वीर लाती। ओके, मॉर्फ करने तो बाद उस बंदे ने पता की किया, फिर उसी डॉक्टर नु उहदे WhatsApp दे उत्ते नंगी तस्वीर भेजती। डॉक्टर घबरा गई मेरी अपनी नंगी तस्वीर देख के, जबकि असली नहीं सीगी। और उस बंदे ने पता की डॉक्टर नु कहा भी देखो यह तस्वीर मेरी तो मेरे कोल है तुहाडी, मैं इस तस्वीर नु वायरल कर दांगा, तुहानू बदनाम कर दांगा। ते डॉक्टर तो उन्हें डिमांड कीते 80,000 रुपए दी, 80,000 रुपए। ज्यादातर केसेस दे विच लोग दे देंदे हैं पैसे, पर ऐसे पैसे देने नहीं, क्योंकि क्रिमिनल जिहड़ा हुंदा ना कदी भी रुकदा नहीं है, बिल्कुल भी नहीं रुकेगा। तुसी एक बार 80,000 दे दोगे तो फिजिकल कंटैक्ट की कोशिश करेगा, फिर उस तो बाद होर पैसे मंगण की कोशिश करेगा। कदी भी तुहाडा कोई भी पिक्चर भी अगर किसी को चली जावे, मैं गारंटी लेना कोई कुछ नहीं बिगाड़ सकता तुहाडी। तुसी कदी भी उस बंदे दी कहने दे विच नहीं आना भी वो पैसे मंग रहा है या तुहानू आप बुला रहा है, तुहानू मिलण दी गल कर रहा है। बिल्कुल भी उहदी ध्यान नहीं देना उस गल्लां दे उत्ते। इमीडिएटली मैटर नूं की करना है, तुसी रिपोर्ट करना है। रिपोर्ट कित्थे करना है? www.cybercrime.gov.in दे उत्ते जाके। नहीं ते नहीं रिपोर्ट करोगे तो बंदा जिहड़ा हैगा उहदा पर्पस देखो की है, उहदा पर्पस है तुहाडे तो पैसा लेना, तुहानू हरास करना, तुहानू परेशान करना। पर अगर तुसी एक बार रिपोर्ट कर दोगे तो हो सकता है उस बंदे दे अगेंस्ट, पक्का हो सकता है कि पक्का उस बंदे दे अगेंस्ट एक्शन होएगा। एक्शन तो बाद वो बंदे नूं सजा मिलेगी ते वो किसी होर नूं बदनाम करन तो पहले 1000 बार सोचेगा। ठीक है, ते बच्चों एक होर चीज का ध्यान देना, जदों भी मैं WhatsApp यूज कर रहा हुंदा ना, WhatsApp दे उत्ते कई बार मेरे दोस्त यार मैनूं लिंक भेजदे हैं, है ना, लिंक भेज दिंदे हैं। मेरे के जन्मदिन दे उत्ते कोई ऐसा ग्रीटिंग कार्ड लिंक किवें दा नजर आएगा, एवें दा www.gogl. एवें दे लिंक आंदे ने। लिंक की पहचान की होंदी, नीले रंग का होंदा ते थल्ले एवें अंडरलाइन होंदा, इहनूं कहंदे लिंक। ते कदी भी तुहाडा कोई इवन क्लोज तो क्लोज फ्रेंड तुहानूं कवे भी मैं ग्रीटिंग कार्ड भेज रहा तुहानूं लिंक दे तौर ते, कदी भी उस लिंक ते क्लिक ना करना। ਇਹ ਜ਼ਿਆਦਾਤਰ ਮੈਲੀਸ਼ੀਅਸ ਲਿੰਕ ਹੁੰਦੇ ਆ। ਮੈਲੀਸ਼ੀਅਸ ਲਿੰਕ ਦਾ ਮਤਲਬ ਵੀ ਤੁਸੀਂ ਅਗਰ ਉਸ ਤੇ ਕਲਿੱਕ ਕਰ ਦੋਗੇ, ਹੋ ਸਕਦਾ ਉਹ ਲਿੰਕ ਦੇ ਥਰੂ ਬੰਦਾ ਕ੍ਰਿਮੀਨਲ ਕੀ ਕਰ ਰਿਹਾ, ਸਪਾਈਵੇਅਰ ਲੋਡ ਕਰ ਰਿਹਾ ਤੁਹਾਡੇ ਮੋਬਾਈਲ ਫੋਨ ਦੇ ਉੱਤੇ। ਸਪਾਈਵੇਅਰ ਦਾ ਮਤਲਬ ਇੱਕ ਵਾਰ ਅਗਰ ਤੁਸੀਂ ਇਸ ਲਿੰਕ ਨੂੰ ਐਕਟੀਵੇਟ ਕਰ ਦੋਗੇ ਤੇ ਉਸ ਤੋਂ ਬਾਅਦ ਤੁਹਾਡਾ ਮੋਬਾਈਲ ਫੋਨ ਕੀ ਹੋ ਜਾਏਗਾ, ਹੈਕ ਹੋ ਜਾਏਗਾ। ਤੁਹਾਡਾ ਸਾਰਾ ਦਾ ਸਾਰਾ ਡਾਟਾ ਦੂਜੇ ਪਾਸੇ ਜਾਣਾ ਸ਼ੁਰੂ ਹੋ ਜਾਏਗਾ ਤੇ ਉਹ ਬੰਦਾ ਤੁਹਾਡੀ ਪਿਕਚਰਸ ਵੀ ਲੈ ਕੇ ਜਾ ਸਕਦਾ, ਤੁਹਾਡੀ ਲੋਕੇਸ਼ਨ ਵੀ ਲੈ ਕੇ ਜਾ ਸਕਦਾ, ਸਭ ਕੁਝ ਲੈ ਕੇ ਜਾ ਸਕਦਾ। ਤੇ ਅਗਰ ਕੋਈ ਤੁਹਾਨੂੰ ਕੋਈ ਤੁਹਾਡਾ ਦੋਸਤ ਯਾਰ या कोई तो सगा संबंधी तुहानू कोई लिंक भेजे, कभी भी डायरेक्टली उस लिंक ते क्लिक ना करना। ओके, पर हाँ अगर कोई मैनू ज्यादा ही जरूरत है भी मैं उस लिंक नू चेक करना चाहता तो दो वेबसाइट्स नोट कर लो।
बहुत ही वधिया वैबसाइट्स हैगी किहड़ी-किहड़ियां। पहली वैबसाइट है www.urlvoid.com, URL void बहुत ही वधिया वैबसाइट है। दूजी वैबसाइट है www.virustotal.com। इस वैबसाइट ते जाओ, देखो मैं तुहाडे सामने डेमो कर रहा इस वैबसाइट का www.virustotal। देखो मैं वायरस टोटल ते गया ना, सॉरी मैं गलत पाता, वायरस, देखो वायरस टोटल ਦੇ ਉੱਤੇ ਜਾ ਕੇ ਇਹ ਦੇਖੋ ਖੁੱਲ ਗਈ ਵੈਬਸਾਈਟ। ਮਤਲਬ ਤੁਸੀਂ ਜਿਹੜਾ ਤੁਹਾਨੂੰ ਕਿਸੇ ਨੇ ਲਿੰਕ ਭੇਜਿਆ, ਇੱਥੇ URL ਤੇ ਕਲਿੱਕ ਕਰਕੇ ਇੱਥੇ ਪੇਸਟ ਕਰ ਦਿਓ ਉਸ ਲਿੰਕ ਨੂੰ, ਸਰਚ ਬਟਨ ਦਬਾਓ, ਨਾਲ ਦੀ ਨਾਲ ਦੱਸ ਦੇਗਾ ਤੁਹਾਨੂੰ ਵੀ ਇਹ ਲਿੰਕ ਜਿਹੜਾ ਮੈਲੀਸ਼ੀਅਸ ਹੈ, ਕਿੰਨਾ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਪਹਿਲੇ ਕਿੰਨਾ ਨੁਕਸਾਨ ਪਹੁੰਚਾ ਚੁੱਕਾ ਹੋ। ਠੀਕ ਹੈ, ਤੁਸੀਂ ਸਾਰੇ ਦੇ ਸਾਰੇ ਲਿੰਕ ਜਿਹੜੇ ਇੱਥੇ ਚੈੱਕ ਕਰ ਸਕਦੇ ਹੋ। ਔਰ ਇੱਕ ਚੀਜ਼ ਦਾ ਖਾਸ ਕਰਕੇ WhatsApp ਦੇ ਉੱਤੇ ਜਦੋਂ ਤੁਸੀਂ ਯੂਜ਼ ਕਰਨ ਲੱਗੋ, ਇੱਕ ਚੀਜ਼ ਦਾ ਜ਼ਰੂਰ ਧਿਆਨ ਦੇਣਾ। ਕਈ ਵਾਰ ਕੀ ਹੁੰਦਾ, ਅਚਾਨਕ ਮੇਰਾ WhatsApp ਚਲਦੇ ਚਲਦੇ ਬੰਦ ਹੋ ਗਿਆ, मतलब कोई मैसेज आना जाना ही बंद हो गया, इनू कहते WhatsApp डीएक्टिवेट हो गया। WhatsApp डीएक्टिवेट किवें होंदा है? कई बार क्रिमिनल पता की करते हैं, तुहानू कोई एवें दा सोशल इंजीनियरिंग करके तुहानू एवें मैसेज भेज देणगे जी तुहाडा WhatsApp जिहड़ा है बंद होने वाला है, या तुहाडा जिहड़ा ब्लू टिक जिहड़ा WhatsApp दा डिसेबल हो गया, तुसीं इहनू अगर इनेबल करना चाहते हो, तुहाडे मोबाइल फोन दे उत्ते OTP आएगा, तुसीं सानू OTP दे दो। ओके, ते कदी भी वो OTP ना देना। वो क्रिमिनल की करते हैं, ਤੁਹਾਡਾ ਨੰਬਰ ਦਾ ਜਿਹੜਾ ਉਹ WhatsApp ਹੁੰਦਾ ਨਾ, ਉਹਨੂੰ ਆਪਣੇ ਨੰਬਰ ਤੇ ਐਕਟੀਵੇਟ ਕਰ ਲੈਂਦੇ ਆ। ਮੇਰੇ ਕੋਲ ਇੱਕ ਡਾਕਟਰ ਦਾ ਕੇਸ ਆਇਆ ਸੀਗਾ ਚੰਡੀਗੜ੍ਹ ਦਾ, ਬਹੁਤ ਹੀ ਫੇਮਸ ਡਾਕਟਰ ਸੀਗਾ। ਕ੍ਰਿਮੀਨਲ ਪਤਾ ਕੀ ਕੀਤਾ, ਡਾਕਟਰ ਸਾਹਿਬ ਨੂੰ ਮੈਸੇਜ ਭੇਜਿਆ ਜੀ ਤੁਹਾਡਾ WhatsApp ਬੰਦ ਹੋਣੇ ਵਾਲਾ ਹੈ, ਅਗਰ ਤੁਸੀਂ WhatsApp ਨੂੰ ਐਕਟੀਵੇਟ ਕਰਨਾ ਚਾਹੁੰਦੇ ਹੋ ਦੁਬਾਰਾ ਤੇ ਇੱਕ ਕੋਡ ਭੇਜਾਂਗੇ ਤੁਹਾਨੂੰ, ਤੁਸੀਂ ਉਹ ਕੋਡ ਸਾਨੂੰ ਦੇ ਦੇਣਾ। ਡਾਕਟਰ ਸਾਹਿਬ ਕੋਲ ਫਿਰ ਕੋਡ ਆਇਆ, ਥੋੜੀ ਦੇਰ ਬਾਅਦ ਡਾਕਟਰ ਸਾਹਿਬ ਨੇ ਉਹ ਕੋਡ ਜਿਹੜਾ ਸੀਗਾ ਵਾਪਿਸ ਫਿਰ ਸ਼ੇਅਰ ਕਰਤਾ। ਕਿਹਨੂੰ ਸ਼ੇਅਰ ਕਰਤਾ? ਫਰਾਡਸਟਰ ਨੂੰ। ओके, तो थोड़ी देर बाद की होया, डॉक्टर साहब का अपना WhatsApp चलना बंद हो गया, उस बंदे का WhatsApp चलना शुरू हो गया, उस बंदे ने डॉक्टर के नंबर का WhatsApp उस बंदे को चलना शुरू हो गया। ओके, तो हुण बता उस बंदे ने की किया, जिन्हें भी डॉक्टर साहब के दोस्त थे ना, सारियां नूं पोर्नोग्राफिक नंगियां तस्वीरां भेजना शुरू करतियां। और उन्हां डॉक्टर साहब के दोस्तां दे विच किसी दोस्तां ने जाके की किया, चंडीगढ़ दे विच पुलिस स्टेशन दे विच डॉक्टर साहब के अगेंस्ट कंप्लेंट दर्ज करवाती। क्या कंप्लेंट दर्ज करवाई भी डॉक्टर साहब जिहड़े हैगे हैं वो न्यूड पिक्चर शेयर कर रहे हैं। पुलिस भी बगैर किसी वेरिफिकेशन किए डॉक्टर साहब को पकड़ के लै गई। उन्होंने फिर पूरी तरह नाल तसल्ली नाल इंटरोगेशन किया। डॉक्टर मना कर रहा जी मैं नहीं कुछ किया, मैं नहीं कुछ किया। पर डॉक्टर साहब ने गलती पता की की सीगी, डॉक्टर साहब ने अपना OTP शेयर करता सीगा उहदे नाल WhatsApp दा। ते एवें केसेस दे विच अगर भी तुहानू कोई डरावे कि तुहाडा WhatsApp बंद हो गया, तुसी OTP शेयर कर दो, कदी भी गलती दे नाल उस OTP नू तुसी शेयर नहीं करना, उन्होंने डिलीट कर देना। ठीक है, नहीं तो WhatsApp एक्टिवेट हो सकता है। पर एक होर चीज ध्यान रखना, तुसी अपने WhatsApp नू ना 2 फैक्टर ऑथेंटिकेशन देना, इहनू कहंदे 2 स्टेप वेरिफिकेशन, इहनू इनेबल करके रखना। इहदा फायदा पता की होएगा, क्योंकि WhatsApp जिहड़ा है बड़ी आसानी नाल हैक हो सकता है, बड़ी आसानी नाल कोई भी WhatsApp तुहाडे खोल के तुहाडे सारे मैसेजेस पढ़ सकता है। पर जे तुसी अगर 2 स्टेप वेरिफिकेशन लाई हुई है ना, तो तुहाडे WhatsApp नू कोई भी नहीं पढ़ सकता, कोई हैक नहीं कर सकता। ओके, किवें करनी है 2 स्टेप वेरिफिकेशन इनेबल करना है, तुसी की करो, ऊपर 3 डॉट्स जिहड़े हैगे हैं सैटिंग्स ते उहदे ते क्लिक करो। जदों तुसी उहदे ते क्लिक करोगे उहदे विच एक ऑप्शन आएगा अकाउंट्स। ओके, फिर अकाउंट्स से क्लिक करो। जदों तुसी अकाउंट्स से क्लिक करोगे, अकाउंट्स दे उत्ते क्लिक करने तो बाद तुहाडे कोल एक ऑप्शन आएगा 2 स्टेप वेरिफिकेशन। ओके, 2 स्टेप वेरिफिकेशन ते जदों तुसी क्लिक करोगे वो कहेगा जी एंटर 6 डिजिट कोड, 6 डिजिट का कोड एंटर कर देना उहदे विच। ठीक है, जदों तुसी 6 डिजिट का कोड, कोई भी कोड का की मतलब जिहड़ा तुहानू याद रह जे, डिजिट का कोड कोई एवें दा भी ना ला देना भी 1 2 3 4 5 6, लोग ज्यादातर एवें दा ला देंदे हैं। कोई ऐसा कोड जिहड़ू तुसी याद रख सको वो तुसी 6 डिजिट का ला लेना, अगे पीछे करके, सीक्वेंस विच नहीं लाना, क्योंकि सीक्वेंस दे विच क्रिमिनल गैस कर लेंदे हैं। लगाने तो बाद तुसी सिर्फ इनेबल कर दो तो मैं कहना तुसी बच जाओगे। जिन्ने अपराध जिहड़े अज दी डेट WhatsApp के उत्ते हो रहे हैं, जिन्ने आपां आसानी नाल विक्टिम बन रहे हैं, वो विक्टिमाइजेशन तो बचाया जा सकता है। तुसी की करना है, सिंपल अपना 2 फैक्टर ऑथेंटिकेशन नू इनेबल करना है। ठीक है, कोई इशू तो नहीं है, आप बच सकते हैं ना अगे। ग्रेट, बहुत ही अच्छा लग रहा है। देखो मैं तो जदों भी किसी बच्चों के नाल कदे इंटरैक्शन करदा ना, देखो मैं 100% सक्सैस के नाल काम करदा। कदी भी कोई क्राइम रिपोर्ट होंदा है वो आपां बंदे नू पकड़ीदा, अपराधी नू बिल्कुल पकड़ीदा हुंदा।
बस सिर्फ रिपोर्टिंग की देरी है, तुसी रिपोर्ट नहीं करना आंदे। एक होर चीज का ध्यान रखना भी, मैं कहना प्रिवेंशन इज ऑलवेज बेटर देन क्योर। प्रिवेंशन का मतलब आप खुद चौकसी वरतीए ते कदी भी आप विक्टिम नहीं बन सकते। आप की करते चौकसी नहीं वरतते और कोई भी क्रिमिनल जिहड़ा हैगा साडे 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 ते वार करदा ते सानू नुकसान पहुंचाता है। ठीक है, हुण देखो आप WhatsApp का जो मैं तुहानू दस दिता भी WhatsApp के उत्ते एक होर चीज का ध्यान रखना, कदी भी रूमर्स तुहाडे कोल आउण ना, क्योंकि रूमर्स भेज देंगे ने जी, जिवें हुण कोविड के दौरान बहुत सारे रूमर्स फैल रहे सीगे जी, तुसी कोविड का टीका नहीं लाना जी, ये फलाना हो जाता है, हो जाता। कदी भी कोई रूमर्स आवे ना, तुसी कदी रूमर्स ते विश्वास नहीं करना, कदी भी रूमर्स तुहाडे कोल आउण ना, क्योंकि रूमर्स भेज देंगे ने जी, जिवें हुण कोविड, आई थिंक इन्हां दा माइक ऑन हो गया विचकार होस्ट, तुसी कोविड का टीका नहीं लाना जी। हाँ, नाउ इट्स ओके। हाँ, कदे भी तुहाडे कोल रूमर्स कोई WhatsApp ਦੇ ਉੱਤੇ ਆਣ ਨਾ, ਉਹ रूमर्स ਨੂੰ ਤੁਸੀਂ ਇੱਕ ਵਾਰ ਜ਼ਰੂਰ ਦੇਖੋ, ਕੋਈ ਵੀ ਬਿਲਕੁਲ ਬਲਾਈਂਡ ਫੇਥ ਉਹਦੇ ਤੇ ਵਿਸ਼ਵਾਸ ਨਹੀਂ ਕਰਨਾ। ਕਈ ਵਾਰ ਆਪਾਂ ਉਹਨੂੰ ਫਾਰਵਰਡ ਕਰ ਦਿੱਤਾ ਹੁੰਦਾ ਅੱਗੇ, ਕਹਿੰਦੇ ਨੇ ਕੋਈ ਵੀ ਐਸਾ रूमर्स ਨੂੰ ਫਾਰਵਰਡ ਕਰਨਾ, ਮਤਲਬ ਉਨਾ ਹੀ ਜਿਹੜਾ रूमर ਬਣਾਉਣੇ ਵਾਲਾ ਉਨਾ ਹੀ ਦੋਸ਼ੀ ਹੈ ਜਿੰਨਾ ਦੋਸ਼ੀ ਤੋਂ रूमर ਨੂੰ ਫਾਰਵਰਡ ਕਰਨੇ ਵਾਲਾ। ਤੇ ਤੁਸੀਂ ਕਦੀ ਵੀ ਭੋਗੀ ਨਹੀਂ ਬਣ ਜਾਣਾ ਵੀ ਕਿ ਤੁਸੀਂ ਖੁਦ ਦੋਸ਼ੀ ਬਣ ਜਾਓ। कदी भी कोई तुहानू कोई मैसेज फॉरवर्ड करता है एवें दा भी जिहदे च उन्हें कुछ लिख रहा, देश के प्रति कुछ लिखा होया, तुहाडी स्टेट के प्रति कुछ लिखा होया, गवर्नमेंट के प्रति कुछ लिखा होया, ते कदी भी तुसी उन्नू बगैर वेरीफाई किते हुए, वैसे तो मैं कोशिश तुहानू रिक्वेस्ट करांगा कदी फॉरवर्ड ना करना, क्योंकि वो बंदा भी उन्ना दोषी मन्निया जाता है जिन्ना की बनाने वाला जिन्हें फॉरवर्ड किया सीगा। ठीक है, तो बिल्कुल भी अख बंद करके कोई ऐसी तस्वीर आ जाए जिन्हों तुहानू कहे कोई दोस्त भी इन्हू फॉरवर्ड कर दो, 10 बंदियां नू फॉरवर्ड करो तो तुहानू कोई मिरेकल नजर आएगा। कदी भी कोशिश करना भी वो तस्वीर नू अगे ना भेजा जा सके, उन्होंने डिलीट कर देना सब तो वधिया तरीका है। ठीक है, या तुसी अगर कोई तुहानू कोई ऐसा रूमर भेज भी देंदा जिवें कोरोना के टाइम दे विच आए सीगे, तुसी गूगल दे विच जाके ए वर्ड टाइप करना फैक्ट फाइल रूमर चेक, तुहानू वैबसाइट्स मिल जाएगी। ए देखो ए फास्ट चैकिंग, ए देखो बहुत सारी वैबसाइट्स हैं, तुसी इहदे ते जाके कुछ भी रूमर्स होक्स फाइल्स नू जाके चेक कर सकते हो भी ये सच है या गलत है। कोई तस्वीर भेज दे, कुछ भेज दे, तुसी उन्होंने चेक कर सकते हो। ठीक है, ए सारी आपां जिहड़ियां गल्लां कर रहे हैं सिर्फ WhatsApp दियां। ओके, ते हुण अगे नंबर आंदा साडा जी, किहड़ा किस चीज का नंबर आंदा है, वो आंदा फेसबुक का। ठीक है, बहुत सारे देखो अज की डेट बच्चे यूजर जिहड़े है फेसबुक चलाते हैं। ओके, और फेसबुक चलाते हुए उन्होंने यह नहीं पता भी फेसबुक के उत्ते बहुत सारिया बहुत ही ज्यादा ऐसे कई आप विक्टिम बन सकते हैं, कई चीज़ां आप गलत कर देंगे हैं। पहली तो गल एक काम करना, फेसबुक की सैटिंग्स से भी जाके ना एक ऑप्शन आता प्राइवेसी, प्राइवेसी दे भी जाके तुसी फुल प्राइवेसी लानी है। मैं तुम्हें एक आसान तरीका दस दांगा प्राइवेसी लाने का। ठीक है, फुल प्राइवेसी। दूजे नंबर ते कोशिश करना WhatsApp अपने फेसबुक अकाउंट नू भी, जिहड़ा फेसबुक का अकाउंट है, इनू 2 फैक्टर दे नाल ऑथेंटिकेट करना है। 2 फैक्टर ऑथेंटिकेशन का मतलब तुहाडा फेसबुक का अकाउंट तां तक ना खुले जदों तक तुसी OTP तुहाडे मोबाइल फोन दे उत्ते ना तुसी उहदे ते भर दो। कई बार साडे पासवर्ड के थ्रू कोई भी बंदा गैस करके ना साडे फेसबुक अकाउंट नू खोल लैंदा है ते साडे बिहाफ दे उत्ते साडे दोस्तां दे नाल गलबात करनी शुरू कर दिंदा। ठीक है, तो फेसबुक अकाउंट के उत्ते की करो, 2 फैक्टर ऑथेंटिकेशन लगा के रखो। मैं तुहानू हुणे तरीका दस दांगा। ठीक है, और देखो हुण बहुत सारे केसेस आंदे हैं, किहड़े आंदे हैं, वो बंदा फेक प्रोफाइल बना लैंदा है, फेक प्रोफाइल, और फेक प्रोफाइल बना के साडे दोस्तां दे नाल चैटिंग कर रहा है, साडे दोस्तां तो पैसे मांग रहा है। तो फेक प्रोफाइल पता कदों बनती है, जो मेरी खुद की जिहड़ी असली प्रोफाइल है ना वो अनसिक्योर होवे। मैं तुहानू एक रिक्वेस्ट करांगा अज दी डेट विच, वो की करांगा, तुसी अपनी प्रोफाइल नू इमीडिएटली लॉक कर दो, फेसबुक प्रोफाइल नू लॉक कर दो। फेसबुक प्रोफाइल नू लॉक करना किवें करना है, देखो मैं तुहानू स्टैप दस रहा, एक बार तुसी डेमो देख लिया जे। मैं फेसबुक का अकाउंट खोल रहा, मैं लॉग इन कर रहा हूं अपने फेसबुक अकाउंट से। बस एक मिनट रुको, मैं लॉग इन, क्योंकि दूजे सिस्टम पे बैठे हैं इस करके थोड़ा टाइम लग रहा है। मैं लॉग इन कर रहा, देखो मैं जो ही लॉग इन कर लगांगा, हुण पहले मेरे मोबाइल के उत्ते OTP आएगा। देखो OTP आ रहा है ना, 6 डिजिट का OTP। इसका मतलब कोई मेरा पासवर्ड चुरा भी लेगा ता तक मेरा प्रोफाइल नहीं खोल सकता जदों तक उहदे कोल OTP नहीं होएगा।
देखो हुण मेरे मोबाइल फोन ते OTP आएगा, मैं हुण OTP ਇਹਦੇ ਵਿੱਚ ਮੇਰੇ ਕੋਲ WhatsApp ਦੇ ਉੱਤੇ खुल रहे मैसेज। दोबारा मैं, हाँ मैं दोबारा शेयर, क्योंकि मेरे को हाले तक OTP ਇਹਦਾ ਮਿਲਿਆ नहीं, मैं दोबारा शेयर करदा। सम टाइम व्हाट हैपन्स यू नो बिकॉज ऑफ दिस नेटवर्क ना होने करके OTP नहीं आते। एक मिनट रुकिए बस। हाँ ਜਦੋਂ ਤੱਕ ਮੇਰੇ ਕੋਲ OTP ਆ ਰਿਹਾ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਆਪਣੀ WhatsApp ਤੇ Facebook ਦੀ ਪ੍ਰੋਫਾਈਲ ਨੂੰ ਕਿਵੇਂ ਲੌਕ ਕਰਨਾ ਹੈ। ਉਹਦੇ ਵਾਸਤੇ ਤੁਸੀਂ ਕੀ ਕਰਨਾ, ਕੰਪਿਊਟਰ ਦੇ ਵਿੱਚ ਬੈਠੇ ਹੋ ਤਾਂ ਠੀਕ ਹੈ, ਅਗਰ ਮੋਬਾਈਲ ਫੋਨ ਤੋਂ ਕਰ ਰਹੇ ਤਾਂ ਬਹੁਤ ਹੀ ਆਸਾਨ ਤਰੀਕਾ ਹੁੰਦਾ ਆਪਣੀ ਪ੍ਰੋਫਾਈਲ ਨੂੰ ਲੌਕ ਕਰਨੇ ਦਾ। ਕੀ ਕਰੋ, ਤੁਸੀਂ ਆਪਣੇ Facebook ਪ੍ਰੋਫਾਈਲ ਤੇ ਲੌਗਇਨ ਕਰੋ। ਓਕੇ, ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲ ਕੀ ਹੋਏਗਾ, ਇੱਕ ਆਪਸ਼ਨ ਆਏਗਾ, ਉਹਦੇ ਵਿੱਚ ਲਿਖਿਆ ਹੋਇਆ ਸੈਟਿੰਗਸ। ਸੈਟਿੰਗਸ ਤੇ ਕਲਿੱਕ ਕਰੋ। ਜਦੋਂ ਤੁਸੀਂ ਸੈਟਿੰਗਸ ਤੇ ਕਲਿੱਕ ਕਰ ਦੋਗੇ, ਸੈਟਿੰਗਸ ਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਆਏਗਾ लॉक है प्रोफाइल। क्या ऑप्शन आएगा जी, लॉक है प्रोफाइल। ये आएगा प्रोफाइल लॉकिंग। ਤੁਸੀਂ ਪ੍ਰੋਫਾਈਲ ਲੌਕਿੰਗ ਹੈ ਲੇਟੈਸਟ ਫੀਚਰ ਆਇਆ WhatsApp ਦਾ। ਤੁਸੀਂ ਕੀ ਕਰਨਾ, ਪ੍ਰੋਫਾਈਲ ਲੌਕਿੰਗ ਤੇ ਜਾ ਕੇ ਇਨੇਬਲ ਕਰ ਦੇਣਾ ਇਹਨੂੰ। ਜਦੋਂ ਤੁਸੀਂ ਇਨੇਬਲ ਕਰ ਦੋਗੇ ਤੇ ਤੁਹਾਡੀ ਪ੍ਰੋਫਾਈਲ ਜਿਹੜੀ ਲੌਕ ਹੋ ਜਾਏਗੀ। ਲੌਕ ਦਾ ਮਤਲਬ ਕੋਈ ਵੀ ਉਸ ਪ੍ਰੋਫਾਈਲ ਦਾ ਕੀ ਕਰੇਗਾ, ਕੋਈ ਵੀ ਉਸ ਪ੍ਰੋਫਾਈਲ ਦਾ ਕੋਈ ਕਲੋਨ ਨਹੀਂ ਤਿਆਰ ਕਰ ਸਕਦਾ, ਕੋਈ ਫੇਕ ਪੇਜ ਨਹੀਂ ਤਿਆਰ ਕਰ ਸਕਦਾ। ਤਾਂ ਮਤਲਬ ਤੁਸੀਂ ਯੂ ਵਿਲ ਬੀ ਸਰਵਾਈਵਡ, ਮਤਲਬ ਤੁਹਾਨੂੰ ਉਹਦਾ ਫਾਇਦਾ ਹੋ ਜਾਏਗਾ ਪ੍ਰੋਫਾਈਲ ਅਗਰ ਤੁਸੀਂ ਲੌਕ ਕੀਤੀ ਹੋਵੇਗੀ। ਠੀਕ ਹੈ, ਲੌਕ ਹੈ ਪ੍ਰੋਫਾਈਲ ਪਿਕਚਰ, ਕਿਉਂਕਿ ਇਹ ਹੁਣ ਮੇਰਾ ਦੂਜਾ ਮੋਬਾਈਲ ਫੋਨ ਮੇਰੇ ਰੂਮ ਦੇ ਉੱਤੇ ਪਿਆ ਜਿਹਦੇ ਤੋਂ OTP ਆ ਰਿਹਾ ਹੈ। ਠੀਕ ਹੈ, ਮਤਲਬ OTP ਦਾ ਮਤਲਬ 2 ਫੈਕਟਰ ਆਥੈਂਟੀਕੇਸ਼ਨ ਲਾਈ ਹੋਈ ਆਲਰੇਡੀ ਇਹਦੇ ਤੇ ਇਨੇਬਲ ਕੀਤੀ ਹੋਈ ਹੈ। ਅਗਰ ਉਹ ਮੋਬਾਈਲ ਫੋਨ ਮੈਂ ਮੰਗਵਾਇਆ ਅਗਰ ਆ ਜਾਏਗਾ ਤੇ ਮੈਂ ਇਹਨੂੰ ਤੁਹਾਨੂੰ ਚਲਾ ਕੇ ਦਿਖਾ ਦਾਂਗਾ ਵੀ OTP ਦੇ ਨਾਲ ਵੀ ਆਪਾਂ ਕਿਵੇਂ ਆਪਣੀ ਪ੍ਰੋਫਾਈਲ ਨੂੰ ਲੌਕ ਕਰ ਲਈਦਾ ਹੁੰਦਾ। ਔਰ ਦੂਜਾ, ਕਦੀ ਵੀ ਫੇਸਬੁੱਕ ਨੂੰ ਯੂਜ਼ ਕਰਦੇ ਹੋਏ ਨਾ, ਕਦੀ ਵੀ ਟਾਈਮਲਾਈਨ ਦੇ ਵਿੱਚ, ਬਿਲਕੁਲ ਟਾਈਮਲਾਈਨ ਦੇ ਉੱਤੇ ਆਪਾਂ ਕੀ ਕਰੀਦਾ, ਆਪਣਾ ਸਟੇਟਸ ਅਪਡੇਟ ਕਰੀਦਾ, ਜਿਵੇਂ WhatsApp ਦੇ ਉੱਤੇ ਕਰੀਦਾ। ਕਦੀ ਐਗਜ਼ੈਕਟ ਸਟੇਟਸ ਅਪਡੇਟ ਨਹੀਂ ਕਰਨਾ। ਕਈ ਵਾਰ ਆਪਾਂ ਕੀ ਲਿਖ ਦਿੱਤਾ ਐਗਜ਼ੈਕਟ ਸਟੇਟਸ ਦੇ ਵਿੱਚ, ਜਿਵੇਂ ਜੀ ਮੈਂ ਘੁੰਮਣ ਵਾਸਤੇ ਜਾ ਰਿਹਾ ਤੇ ਆਪਣੇ ਸਟੇਟਸ ਤੇ ਲਿਖ ਦਿੰਦੇ ਆਪਾਂ ਵੀ ਵੀ ਆਰ ਗੋਇੰਗ ਟੂ ਵੈਸ਼ਨੋ ਦੇਵੀ, ਵੀ ਆਰ ਗੋਇੰਗ ਟੂ ਗੋਲਡਨ ਟੈਂਪਲ, ਵੀ ਆਰ ਗੋਇੰਗ ਟੂ ਦਿੱਲੀ, ਪੂਰੇ ਪਰਿਵਾਰ ਦੇ ਨਾਲ। ਉਹਦੇ ਨਾਲ ਕੀ ਹੁੰਦਾ, ਕ੍ਰਿਮੀਨਲ ਨੂੰ ਮੌਕਾ ਮਿਲ ਜਾਂਦਾ ਹੈ, ਪਤਾ ਲੱਗ ਜਾਂਦਾ ਵੀ ਤੁਸੀਂ ਘਰ ਨਹੀਂ ਹੈਗੇ ਤੇ ਤੁਸੀਂ ਬਾਹਰ ਹੈਗੇ ਹੋ। ਤੇ ਹੁਣ ਬਹੁਤ ਸਾਰੇ ਪਿੱਛੇ ਕੇਸਿਸ ਹੋਏ ਚੋਰੀ ਦੇ ਘਰ ਦੇ ਵਿੱਚ। ਉਹ ਚੋਰੀ ਦੇ ਪਿੱਛੇ ਸਾਨੂੰ ਕੀ ਪਤਾ ਲੱਗਿਆ ਵੀ ਜਿਹੜੇ ਘਰਾਂ ਦੇ ਵਿੱਚ ਚੋਰੀ ਹੋਈ ਸੀਗੀ, ਉਹਨਾਂ ਘਰਾਂ ਦੇ ਬੱਚਿਆਂ ਨੇ ਆਪਣੇ ਫੇਸਬੁੱਕ ਦੇ ਸਟੇਟਸ ਦੇ ਉੱਤੇ ਕੀ ਪਾਇਆ ਹੋਇਆ ਸੀਗਾ, ਫੇਸਬੁੱਕ ਦੇ ਸਟੇਟਸ ਦੇ ਉੱਤੇ ਪੂਰਾ ਐਗਜ਼ੈਕਟ ਸਟੇਟਸ ਪਾਇਆ ਸੀ ਵੀ ਆਪਾਂ ਘੁੰਮਣ ਵਾਸਤੇ ਜਾ ਰਹੇ ਹਾਂ, ਵੀ ਆਰ ਗੋਇੰਗ ਅਲੋਂਗ ਵਿਦ ਫੈਮਿਲੀ, ਇੰਨੇ ਦਿਨਾਂ ਵਾਸਤੇ ਜਾ ਰਹੇ ਹਾਂ। ਤੇ ਉਹਦੇ ਵਿੱਚ ਚੋਰਾਂ ਨੂੰ ਤੇ ਮੌਕਾ ਮਿਲ ਜਾਂਦਾ ਵੀ ਅਗਰ ਘਰੋਂ ਬਾਹਰ ਜਾ ਰਹੇ ਆ ਤੇ ਉਹ ਫਿਰ ਦੁਬਾਰਾ ਮਤਲਬ ਉੱਥੋਂ ਵੀ ਉਹਨਾਂ ਨੂੰ ਪਤਾ ਵੀ ਹੁਣ ਆਪਾਂ ਅਪਰਾਧ ਕਰ ਸਕਦੇ ਹਾਂ। ਹੁਣ ਮੇਰੇ ਕੋਲ 1 ਮਿੰਟ, ਮੈਂ ਦੁਬਾਰਾ ਮੰਗਵਾ ਰਿਹਾ, ਮੈਂ ਆਪਣਾ ਮੋਬਾਈਲ ਮੰਗਵਾ ਲਿਆ। ਜਸਟ ਯੂ ਨੋ ਮੈਂ ਇੱਥੇ ਕਲਿੱਕ ਕਰ ਰਿਹਾ, ਟੈਕਸਟ ਵੀ ਲੌਗਇਨ ਕੋਡ, ਮੇਰੇ ਮੋਬਾਈਲ ਦੇ ਉੱਤੇ ਲੌਗਇਨ ਕੋਡ ਆਏਗਾ। ਹਾਂ, ਆ ਗਿਆ। ਮੈਂ ਹੁਣ ਪਾ ਰਿਹਾ 337719। ਹਾਂ, ਦੇਖੋ ਮੈਂ ਤੁਹਾਨੂੰ ਹੁਣ ਉਹ ਜਿਹੜਾ ਪ੍ਰੋਫਾਈਲ ਲੌਕਿੰਗ ਦਾ ਫੀਚਰ ਇਹਦੇ ਵਿੱਚ ਦੱਸ ਰਿਹਾ। ਦੇਖੋ ਮੇਰੀ ਫੇਸਬੁੱਕ ਪ੍ਰੋਫਾਈਲ ਤੁਹਾਡੇ ਸਾਹਮਣੇ ਖੁੱਲ ਗਈ ਹੈ। ਹੁਣ ਦੇਖੋ ਮੈਂ ਇਹਦੇ ਵਿੱਚ ਲੌਕਿੰਗ ਫੀਚਰ ਕਿੱਥੋਂ ਮਿਲੇਗਾ। ਇਹ ਜਿਹੜਾ ਲੌਕਿੰਗ ਫੀਚਰ ਹੈ ਨਾ ਤੁਹਾਡੇ ਇਹ ਡੈਸਕਟਾਪ ਤੇ ਨਹੀਂ ਮਿਲੇਗਾ। ਮੈਂ ਹੁਣ ਕੰਪਿਊਟਰ ਤੇ ਚਲਾ ਰਿਹਾ।
ਜੇ ਤੁਸੀਂ ਕੰਪਿਊਟਰ ਤੇ ਤੁਸੀਂ ਲੌਕਿੰਗ ਫੀਚਰ ਨੂੰ ਚਲਾਉਣਾ ਚਾਹੁੰਦੇ ਹੋ, ਤੁਸੀਂ ਕੀ ਕਰੋ, ਐਵੇਂ ਕਰਨਾ, ਆਪਣੇ ਬਰਾਊਜ਼ਰ ਦੇ ਉੱਤੇ ਇੱਥੇ ਟਾਈਪ ਕਰਨਾ, ਇਹ ਜਿਹੜਾ ਲਿਖ ਰਹੇ ਨੇ ਐਵੇਂ ਕਰਨਾ, ਸਾਰੇ ਸਟੈਪ ਨੋਟ ਕਰ ਲਓ। ਇਹ ਲਿਖਣਾ ਤੁਸੀਂ m.facebook.com, ਠੀਕ ਹੈ। ਇਹ ਦੇਖੋ ਮੈਂ ਹੁਣ ਤੁਹਾਡੇ ਸਾਹਮਣੇ, ਇਹਦਾ ਮਤਲਬ ਕੀ ਹੈ, ਮੈਂ ਮੋਬਾਈਲ ਵਰਜ਼ਨ ਨੂੰ ਉਹ ਕਰ ਰਿਹਾ, ਆਪਣੇ ਕੰਪਿਊਟਰ ਤੇ ਚਲਾ ਰਿਹਾ। ਇਹ ਦੇਖੋ ਮੈਂ ਟਾਈਪ ਕਰਨਾ ਹੁਣ ਇੱਥੇ m. ਇਹ ਦੇਖੋ ਜਿਉਂ ਹੀ ਮੈਂ m ਡਾਟ ਕੀਤਾ ਤੇ ਹੁਣ ਦੇਖੋ ਮੇਰਾ ਫੇਸਬੁੱਕ ਇਹ ਵਰਜ਼ਨ ਜਿਹੜਾ ਹੈਗਾ, ਇਹ ਮੋਬਾਈਲ ਵਰਜ਼ਨ ਖੁੱਲ ਗਿਆ। ਇਹ ਦੇਖੋ ਇਹ 3 ਲਾਈਨਸ ਹੈਗੀਆਂ, ਇਹਨੂੰ ਸੈਟਿੰਗਸ ਦੀ ਲਾਈਨ ਕਹੀਦਾ। ਇਹਦੇ ਤੇ ਕਲਿੱਕ ਕਰੋ। ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ, ਬਿਲਕੁਲ ਬਾਟਮ ਦੇ ਉੱਤੇ ਆ ਜਾਓ, ਇੱਕ ਆਪਸ਼ਨ ਮਿਲੇਗਾ ਸੈਟਿੰਗਸ। ਇਹ ਦੇਖੋ ਸੈਟਿੰਗਸ ਤੇ ਕਲਿੱਕ ਕਰੋ। ਸੈਟਿੰਗਸ ਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਮਿਲੇਗਾ, ਦੇਖੋ ਲੌਕ ਪ੍ਰੋਫਾਈਲ। ਇਹ ਦੇਖੋ ਪ੍ਰੋਫਾਈਲ ਲੌਕਿੰਗ, ਇਹ ਦੇਖੋ ਪ੍ਰੋਫਾਈਲ ਲੌਕਿੰਗ, ਇਹ ਨਜ਼ਰ ਆ ਰਿਹਾ ਪ੍ਰੋਫਾਈਲ ਲੌਕਿੰਗ। ਇਹਦੇ ਤੇ ਕਲਿੱਕ ਕਰੋ। ਪ੍ਰੋਫਾਈਲ ਲੌਕਿੰਗ ਨੂੰ ਕਰਕੇ ਤੁਸੀਂ ਬਸ ਸਿਰਫ ਇਹ ਦੇਖੋ, ਯੂਰ ਪ੍ਰੋਫਾਈਲ ਇਜ਼ ਆਲਰੇਡੀ ਲੌਕਡ, ਮੈਂ ਆਲਰੇਡੀ ਲੌਕ ਕੀਤਾ ਹੋਇਆ। ਤੁਸੀਂ ਆਪਣੀ ਪ੍ਰੋਫਾਈਲ ਲੌਕਿੰਗ ਨੂੰ ਲੌਕ ਕਰਕੇ ਰੱਖਣਾ, ਤਾਂ ਕਿ ਕੱਲ ਨੂੰ ਕੋਈ ਵੀ ਮਤਲਬ ਤੁਹਾਡੀ ਪ੍ਰੋਫਾਈਲ ਦਾ ਕਲੋਨ ਨਾ ਤਿਆਰ ਕਰ ਸਕੇ, ਤੁਹਾਡੀ ਪ੍ਰੋਫਾਈਲ ਦਾ ਕੋਈ ਕਾਪੀ ਨਾ ਤਿਆਰ ਕਰ ਸਕੇ, ਤੂੰ ਫੇਕ ਪੇਜ ਨਾ ਬਣਾ ਸਕੇ। ਪਰ ਹਾਂ, ਅਗਰ ਤੁਹਾਡਾ ਕਿਸੇ ਨੇ ਫੇਕ ਪੇਜ ਬਣਾ ਲਿਆ, ਦੇਖੋ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਹਾਡਾ ਕਿਸੇ ਨੇ ਫੇਕ ਪੇਜ ਬਣਾ ਲਿਆ, ਤੁਸੀਂ ਕੀ ਕਰੋ, ਉਸ ਫੇਕ ਪੇਜ ਨੂੰ ਖੋਲੋ। ਮੈਂ ਤੁਹਾਨੂੰ ਦੱਸ ਰਿਹਾ ਬੜਾ ਆਸਾਨ ਕੰਮ ਹੈ ਉਸ ਪੇਜ ਨੂੰ ਹਟਾਉਣਾ। ਜਿਵੇਂ ਸਪੋਜ਼ ਕਿਸੇ ਨੇ ਇਹ ਕੀ ਕੀਤਾ ਵੀ, ਮੈਂ ਤੁਹਾਨੂੰ ਇੱਥੇ ਦੱਸ ਰਿਹਾ ਵੀ ਐਸ ਨਾਮ ਦਾ ਫੇਕ ਪੇਜ ਬਣਾ ਲਿਆ, ਇੱਕ ਇਹ ਵੈਬਸਾਈਟ ਦੇਖੋ, ਜਿਵੇਂ ਸਪੋਜ਼ ਹੈ ਭਾਨੂ ਪ੍ਰਤਾਪ ਸਿੰਘ ਨਾਮ ਦੀ ਕੋਈ ਕਿਸੇ ਨੇ ਫੇਕ ਪ੍ਰੋਫਾਈਲ ਬਣਾ ਲਈ ਹੈ, ਔਰ ਤੁਸੀਂ ਉਹਨੂੰ ਬੰਦ ਕਰਵਾਉਣਾ ਚਾਹੁੰਦੇ ਹੋ। ਤੁਸੀਂ ਕੁਝ ਨਹੀਂ ਕਰਨਾ, ਉਹਦੀ ਪ੍ਰੋਫਾਈਲ ਨੂੰ ਖੋਲ ਕੇ ਇਹ ਦੇਖੋ, ਇਹ 3 ਡਾਟਸ ਨਜ਼ਰ ਆ ਰਹੇ, 3 ਡਾਟਸ, ਦਿਸ ਵਨ, ਇੱਥੇ ਕਲਿੱਕ ਕਰੋ। ਇੱਥੇ ਕਲਿੱਕ ਕਰਦੇ ਹੀ ਇਹਦੇ ਚ ਇੱਕ ਆਪਸ਼ਨ ਆ ਰਿਹਾ, ਦੇਖੋ ਇਹ ਫਾਈਂਡ ਸਪੋਰਟ, ਇਹ ਦੇਖੋ ਫਾਈਂਡ ਸਪੋਰਟ ਔਰ ਰਿਪੋਰਟ ਪ੍ਰੋਫਾਈਲ, ਇਹਦੇ ਤੇ ਕਲਿੱਕ ਕਰ ਦਿਓ। ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ, ਅੱਗੇ ਇੱਕ ਹੋਰ ਆਪਸ਼ਨ ਆਇਆ ਵੀ ਕੀ ਤੁਹਾਡਾ ਕੀ ਹੈਗਾ, ਫੇਕ ਪ੍ਰੋਫਾਈਲ ਬਣੀ ਹੈ ਕੀ ਹੈ। ਤੁਸੀਂ ਇਹ ਸਭ ਤੋਂ ਪਹਿਲੇ ਤੇ ਕਲਿੱਕ ਕਰਨਾ, ਪ੍ਰੀਟੈਂਡਿੰਗ ਟੂ ਬੀ ਸਮਵਨ ਔਰ ਮੀ, ਇਹ ਦੇਖੋ ਇਹਦੇ ਤੇ ਕਲਿੱਕ ਕਰਨਾ। ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ, ਇਹ ਹੁਣ ਤੁਸੀਂ ਪੁੱਛ ਰਿਹਾ ਵੀ ਤੁਹਾਡਾ ਫੇਕ ਪ੍ਰੋਫਾਈਲ ਬਣਾਈ, ਤੁਹਾਡੇ ਦੋਸਤ ਦੀ ਬਣਾਈ ਹੈ, ਇਹ ਮੀ ਤੇ ਕਲਿੱਕ ਕਰਨਾ, ਮੀ ਤੇ। ਜਦੋਂ ਤੁਸੀਂ ਮੀ ਤੇ ਕਲਿੱਕ ਕਰੋਗੇ, ਬਸ ਸਬਮਿਟ ਬਟਨ ਦਬਾਉਣਾ, ਸਬਮਿਟ। ਅੱਧੇ ਘੰਟੇ ਤੋਂ ਲੈ ਕੇ 8 ਘੰਟਿਆਂ ਦੇ ਅੰਦਰ ਅੰਦਰ ਤੁਹਾਡੀ ਪ੍ਰੋਫਾਈਲ ਬੰਦ ਹੋ ਜਾਏਗੀ। ਤੁਹਾਨੂੰ ਇੱਧਰ ਉੱਧਰ ਭਟਕਣ ਦੀ ਲੋੜ ਹੀ ਨਹੀਂ, ਜਿਹੜੀ ਫੇਕ ਪ੍ਰੋਫਾਈਲ ਬਣੀ ਹੈ ਉਹ ਬੰਦ ਹੋ ਜਾਏਗੀ। ਦੁਬਾਰਾ ਸਟੈਪਸ ਨੋਟ ਕਰ ਲਓ ਜੇ ਤੁਹਾਨੂੰ ਨਹੀਂ ਪਤਾ ਲੱਗਿਆ। ਤੁਸੀਂ ਕੀ ਕਰਨਾ, ਇਹ ਦੇਖੋ 3 ਡਾਟਸ ਤੇ ਕਲਿੱਕ ਕਰਨਾ ਹੈ ਜਿਹੜੇ ਨਜ਼ਰ ਆ ਰਹੇ ਹੈ, ਓਕੇ। ਜਦੋਂ ਤੁਸੀਂ ਇਹਨਾਂ 3 ਡਾਟਸ ਤੇ ਕਲਿੱਕ ਕਰੋਗੇ, ਇਹਦੇ ਵਿੱਚ ਆਪਸ਼ਨ ਆ ਰਿਹਾ ਹੈ ਰਿਪੋਰਟ, ਫਾਈਂਡ ਸਪੋਰਟ ਔਰ ਰਿਪੋਰਟ ਹੈ ਪ੍ਰੋਫਾਈਲ, ਇਹਦੇ ਤੇ ਕਲਿੱਕ ਕਰ ਦਿਓ। ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ, ਇਹ ਦੇਖੋ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਪ੍ਰੀਟੈਂਡ, ਪਹਿਲੇ ਵਾਲਾ ਆਪਸ਼ਨ ਪ੍ਰੀਟੈਂਡਿੰਗ ਟੂ ਬੀ ਮੀ ਔਰ ਸਮਵਨ, ਪਹਿਲੇ ਵਾਲੇ ਆਪਸ਼ਨ ਤੇ ਕਲਿੱਕ ਕਰਨਾ ਜੀ, ਪ੍ਰੀਟੈਂਡਿੰਗ ਟੂ ਬੀ ਮੀ ਔਰ ਸਮਵਨ। ਇਹਦੇ ਤੇ ਕਲਿੱਕ ਕਰੋਗੇ, ਹੁਣ ਆ ਰਿਹਾ ਜੀ ਮੇਰੀ ਪ੍ਰੋਫਾਈਲ ਫੇਕ ਬਣਾਈ ਹੈ, ਮੇਰੇ ਦੋਸਤ ਦੀ ਬਣਾਈ ਹੈ। ਤੁਸੀਂ ਆਪਣੇ ਤੇ ਕਲਿੱਕ ਕਰਨਾ, ਮੀ। ਜਦੋਂ ਤੁਸੀਂ ਮੀ ਤੇ ਕਲਿੱਕ ਕਰੋਗੇ, ਇਹ ਸਬਮਿਟ ਬਟਨ ਦਬਾਉਣਾ, ਇਮੀਡੀਏਟਲੀ ਤੁਹਾਡੀ ਪ੍ਰੋਫਾਈਲ ਸਬਮਿਟ ਹੋ ਜਾਏਗੀ। ਔਰ ਫੇਸਬੁੱਕ ਹੈਲਪ ਡੈਸਕ ਜਿਹੜਾ ਹੈ ਤੁਹਾਡੀ ਪ੍ਰੋਫਾਈਲ ਨੂੰ ਅੱਧੇ ਘੰਟੇ ਤੋਂ ਲੈ ਕੇ 8 ਘੰਟਿਆਂ ਦੇ ਅੰਦਰ ਅੰਦਰ ਰਿਮੂਵ ਕਰ ਦੇਗਾ। ਤੁਹਾਨੂੰ ਇੱਧਰ ਉੱਧਰ ਕਿਧਰੇ ਵੀ ਭਟਕਣ ਦੀ ਲੋੜ ਨਹੀਂ ਹੈ, ਓਕੇ। ਮਤਲਬ ਤੁਸੀਂ ਅਗਰ ਤੁਹਾਡੇ ਨਾਲ ਕੋਈ ਵਲਗੈਰਿਟੀ ਕਰ ਰਿਹਾ ਹੈ, ਓਕੇ, ਤੁਹਾਨੂੰ ਤੰਗ ਕਰ ਰਿਹਾ, ਤੁਹਾਡੇ ਤੋਂ ਪੈਸੇ ਦੀ ਡਿਮਾਂਡ ਕਰ ਰਿਹਾ, ਤੁਹਾਡੇ ਨਾਲ ਫਿਜ਼ੀਕਲ ਰਿਲੇਸ਼ਨ ਦੀ ਗੱਲ ਕਰ ਰਿਹਾ, ਤੇ ਉਸ ਕੇਸ ਦੇ ਵਿੱਚ ਤੇ ਤੁਸੀਂ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਆਨਲਾਈਨ ਪੋਰਟਲ www.cybercrime.gov.in ਦੇ ਉੱਤੇ ਜਾ ਕੇ ਰਿਪੋਰਟ ਕਰਨਾ ਹੀ ਕਰਨਾ ਹੈ, ਓਕੇ। ਹਾਂ, ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ, ਜਦੋਂ ਆਪਾਂ ਫੇਸਬੁੱਕ ਦੀ ਗੱਲ ਕਰ ਰਹੇ ਹੋਈਏ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਤੁਹਾਡੀ ਫੇਸਬੁੱਕ ਦਾ ਅਕਾਊਂਟ ਕਿਸੇ ਨੇ ਹੈਕ ਤੇ ਨਹੀਂ ਕੀਤਾ, ਉਹਦੇ ਵਾਸਤੇ ਤੁਸੀਂ ਕੀ ਕਰਨਾ, ਦੇਖੋ ਇੱਥੇ ਕਲਿੱਕ ਕਰੋ, ਇਹ ਦੇਖੋ ਇਹ ਡ੍ਰੌਪ ਡਾਊਨ ਐਰੋ ਹੈ ਸੈਟਿੰਗਸ ਦਾ, ਇੱਥੇ ਜਦੋਂ ਤੁਸੀਂ ਇਹਦੇ ਤੇ ਕਲਿੱਕ ਕਰੋਗੇ, ਤੁਹਾਨੂੰ ਇੱਕ ਆਪਸ਼ਨ ਮਿਲੇਗਾ ਅੱਗੇ ਸੈਟਿੰਗਸ, ਇਹ ਦੇਖੋ ਸੈਟਿੰਗਸ। ਜਦੋਂ ਤੁਸੀਂ ਸੈਟਿੰਗਸ ਤੇ ਕਲਿੱਕ ਕਰੋਗੇ, ਉਹਦੇ ਚ ਇੱਕ ਆਪਸ਼ਨ ਆ ਰਿਹਾ ਸਿਕਿਉਰਿਟੀ ਐਂਡ ਲੌਗਇਨ, ਇਹ ਦੇਖੋ ਜਰੂਰ ਚੈੱਕ ਕਰਨਾ, ਤੁਹਾਡੀ ਹੋ ਸਕਦਾ ਤੁਹਾਡੀ ਪ੍ਰੋਫਾਈਲ ਹੀ ਕਿਸੇ ਨੇ ਹੈਕ ਕੀਤੀ ਹੋਵੇ। ਸਿਕਿਉਰਿਟੀ ਐਂਡ ਲੌਗਇਨ ਤੇ ਕਲਿੱਕ ਕਰੋ। ਜਦੋਂ ਤੁਸੀਂ ਸਿਕਿਉਰਿਟੀ ਐਂਡ ਲੌਗਇਨ ਤੇ ਕਲਿੱਕ ਕਰੋਗੇ, ਇਹ ਦੇਖੋ ਆ ਰਿਹਾ ਹੁਣ ਸਾਹਮਣੇ ਲਿਖਿਆ ਹੋਇਆ ਵੀ ਤੁਹਾਡੀ ਪ੍ਰੋਫਾਈਲ ਨੂੰ ਇਹ ਪਿਛਲੇ 20 ਦਿਨਾਂ ਦੇ ਵਿੱਚ ਪਹਿਲੇ ਤਾਂ ਦਿੱਲੀ ਤੋਂ ਕਿਸੇ ਨੇ ਖੋਲਿਆ, ਫਿਰ ਲੁਧਿਆਣਾ ਤੋਂ ਖੋਲਿਆ, ਫਿਰ ਉਹਨੇ ਦਿੱਲੀ ਤੋਂ ਖੋਲਿਆ, ਫਿਰ ਉਹਨੇ ਮਤਲਬ ਇਹ ਲੋਕੇਸ਼ਨਾਂ ਆ ਰਹੀਆਂ ਨੇ, ਠੀਕ ਹੈ। ਤੁਸੀਂ ਇਹਨਾਂ ਲੋਕੇਸ਼ਨ ਤੇ ਨਹੀਂ ਜਾਣਾ, ਤੁਸੀਂ ਇੱਕ ਕੰਮ ਕਰਨਾ, ਜਿੱਥੇ ਸ਼ਹਿਰ ਦਾ ਨਾਮ ਲਿਖਿਆ ਨਾ, ਜਿਵੇਂ ਲੁਧਿਆਣਾ ਲਿਖਿਆ, ਲੁਧਿਆਣੇ ਦੇ ਉੱਤੇ ਆਪਣੇ ਮਾਊਸ ਨੂੰ ਲੈ ਕੇ ਆਣਾ, ਦੇਖੋ ਇਹ ਮਾਊਸ ਦੇ ਪੁਆਇੰਟਰ ਨੂੰ, ਕੁਝ ਨਜ਼ਰ ਆ ਰਿਹਾ ਤੁਹਾਨੂੰ ਆਈਪੀ ਐਡਰੈਸ, ਇਹ ਦੇਖੋ ਇਹ ਤੁਸੀਂ ਦਿੱਲੀ ਤੇ ਇੱਕ ਹੋਰ ਆਈਪੀ ਐਡਰੈਸ ਮਿਲ ਗਿਆ, ਠੀਕ ਹੈ। ਸਿਰਫ ਇਹ ਆਈਪੀ ਐਡਰੈਸ ਨੂੰ ਨੋਟ ਕਰ ਲੈਣਾ। ਹੋ ਸਕਦਾ ਇਹ ਵਾਲਾ ਆਈਪੀ ਐਡਰੈਸ ਜਿਹੜਾ ਹੈ ਹੈਕਰ ਦਾ ਆਈਪੀ ਐਡਰੈਸ ਹੈ, ਜਿਹੜਾ ਤੁਹਾਨੂੰ ਕੀ ਕਰ ਰਿਹਾ, ਜਿਹੜਾ ਤੁਹਾਡੀ ਪ੍ਰੋਫਾਈਲ ਨੂੰ ਹੈਕ ਕਰ ਰਿਹਾ ਹੈ, ਠੀਕ ਹੈ। ਇਹ ਸਾਰਿਆਂ ਨੇ ਇਹ ਚੀਜ਼ਾਂ ਨੂੰ ਜਾ ਕੇ ਜ਼ਰੂਰ ਚੈੱਕ ਕਰਨਾ ਹੈ, ਓਕੇ। ਔਰ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ, ਬਹੁਤ ਜ਼ਿਆਦਾ ਆਪਾਂ ਗਲਤੀਆਂ ਕਰਦੇ ਹਾਂ ਕਈ ਵਾਰ ਨੇ, ਕਿ ਗੂਗਲ ਦੇ ਉੱਤੇ ਕੁਝ ਚੀਜ਼ ਨੂੰ ਸਰਚ ਕਰ ਰਹੇ ਹੋਈਏ ਨਾ,
ਤੇ ਉਹ ਸਰਚ ਕਰਨੇ ਤੋਂ ਬਾਅਦ ਜਿਹੜਾ ਵੀ ਰਿਜ਼ਲਟ ਆਉਂਦਾ ਹੈ, ਜਿਵੇਂ ਸਪੋਜ਼ ਮੈਂ ਕੁਝ ਸਰਚ ਕੀਤਾ ਗੂਗਲ ਦੇ ਉੱਤੇ, ਸਪੋਜ਼ ਮੈਂ ਕੁਝ ਸਰਚ ਕਰ ਲੈਣਾ, ਜਿਵੇਂ ਮੈਂ ਲਿਖਣਾ ਕੁਝ ਸਕੂਲ ਦੇ ਬਾਰੇ, ਸਕੂਲਸ ਇਨ ਜਲੰਧਰ, ਜਿਵੇਂ ਕੁਝ ਸਰਚ ਕਰਨ ਲੱਗਣਾ ਸਕੂਲ ਇਨ ਜਲੰਧਰ, ਮੈਂ ਪਹਿਲੇ ਪੇਜ ਤੇ ਜਿਵੇਂ ਮੈਂ ਕਲਿੱਕ ਕਰਨਾ ਨਾ, ਜਿਵੇਂ ਸਪੋਜ਼ ਫॉर ਐਗਜ਼ਾਮਪਲ, ਤੇ ਮੈਂ ਕਲਿੱਕ ਕਰਦੇ ਹੀ ਉਹ ਮੈਨੂੰ ਕਹਿੰਦਾ ਹੈ ਵੀ ਅਗਰ ਤੁਸੀਂ ਇਸ ਪੇਜ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ, ਚੈੱਕ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਫੇਸਬੁੱਕ ਅਕਾਊਂਟ ਤੋਂ ਲੌਗਇਨ ਕਰੋ। ਆਪਾਂ ਕੀ ਕਰਦੇ ਹਾਂ, ਬੜੀ ਅਣਗਹਿਲੀ ਕਰਦੇ ਹਾਂ ਇੱਥੇ, ਆਪਣੇ ਖੁਦ ਦੇ ਫੇਸਬੁੱਕ ਅਕਾਊਂਟ ਦਾ ਯੂਜ਼ਰ ਨੇ ਪਾਸਵਰਡ ਪਾ ਕੇ ਉਸ ਪੇਜ ਨੂੰ ਖੋਲ ਲੈਂਦੇ ਆ। ਉਸ ਤੋਂ ਬਾਅਦ ਹੁੰਦਾ ਕੀ ਹੈ ਪਤਾ ਹੈ, ਉਹ ਪੇਜ ਜਿਹਨੂੰ ਆਪਾਂ ਵਿਜ਼ਿਟ ਕੀਤਾ ਆਪਣੇ ਗੂਗਲ ਦੇ ਅਕਾਊਂਟ ਤੋਂ, ਪਰਮਾਨੈਂਟਲੀ ਮੇਰੀ ਫੇਸਬੁੱਕ ਪ੍ਰੋਫਾਈਲ ਦੇ ਨਾਲ ਅਟੈਚ ਹੋ ਜਾਂਦਾ ਹੈ, ਤੇ ਬਾਅਦ ਵਿੱਚ ਮੇਰੇ ਬਿਹਾਫ ਦੇ ਉੱਤੇ ਮੇਰੇ ਸਾਰੇ ਦੋਸਤਾਂ ਨੂੰ ਨੋਟੀਫਾਈ ਕਰਦਾ ਹੈ ਵੀ ਤੁਸੀਂ ਫਲਾਣੇ ਪੇਜ ਨੂੰ ਵਿਜ਼ਿਟ ਕਰੋ। ਇਹਦੇ ਨਾਲ ਦਿੱਕਤ ਪਤਾ ਕੀ ਹੋ ਸਕਦੀ, ਮੇਰੇ ਕੋਲ ਇੱਕ ਕੇਸ ਆਇਆ ਸੀਗਾ, ਕੇਸ ਸੀਗਾ ਗੁਜਰਾਤ ਦਾ। ਗੁਜਰਾਤ ਦੇ ਵਿੱਚ ਇੱਕ ਬਹੁਤ ਹੀ ਸੀਨੀਅਰ ਪੁਲਿਸ ਅਫੀਸਰ ਨੇ ਕੀ ਕੀਤਾ, ਸ਼ਾਮ ਨੂੰ ਨਾ ਉਹਦੇ ਦਿਲ 'ਚ ਪਤਾ ਨਹੀਂ ਕੀ ਆਇਆ ਵੀ ਪੋਰਨੋਗ੍ਰਾਫੀ ਦੇ ਬਾਰੇ ਜਾਣੀਏ, ਪੋਰਨੋਗ੍ਰਾਫੀ ਕੀ ਚੀਜ਼ ਹੁੰਦੀ ਹੈ, ਅਸ਼ਲੀਲਤਾ ਦੇ ਬਾਰੇ। ਉਹਨਾਂ ਨੇ ਗੂਗਲ ਦੇ ਉੱਤੇ ਸਰਚ ਕੀਤਾ ਪੋਰਨੋਗ੍ਰਾਫਿਕ ਵੈਬਸਾਈਟਸ। ਗੂਗਲ ਨੇ ਕੀ ਕੀਤਾ ਜੀ, ਪੋਰਨੋਗ੍ਰਾਫਿਕ ਵੈਬਸਾਈਟ ਦੀ ਲਿਸਟ ਸਾਹਮਣੇ ਲੈ ਆਏ। ਉਹਨਾਂ ਨੇ ਪਹਿਲੀ ਜਿਹੜੀ ਪੋਰਨੋਗ੍ਰਾਫਿਕ ਵੈਬਸਾਈਟ ਦਾ ਜਿਹੜਾ ਆਇਆ ਸੀ ਨਾ ਰਿਜ਼ਲਟ, ਉਹਦੇ ਤੇ ਕਲਿੱਕ ਕੀਤਾ। ਜਦੋਂ ਕਲਿੱਕ ਕੀਤਾ ਨਾ, ਉਹਨੇ ਕਿਹਾ ਵੀ ਅਗਰ ਤੁਸੀਂ ਇਸ ਪ੍ਰੋਫਾਈਲ ਨੂੰ ਵਿਜ਼ਿਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਫੇਸਬੁੱਕ ਅਕਾਊਂਟ ਤੋਂ ਲੌਗਇਨ ਕਰੋ। ਓਕੇ, ਉਸ ਬੰਦੇ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਲੌਗਇਨ ਕਰ ਲਿਆ, ਅੱਧਾ ਘੰਟਾ ਆਰਾਮ ਨਾਲ ਬੈਠ ਕੇ ਪੋਰਨੋਗ੍ਰਾਫੀ ਦੇਖੀ, ਨਾਲ ਇਹ ਵੀ ਚੈੱਕ ਕੀਤਾ ਵੀ ਖਿੜਕੀ ਦਰਵਾਜ਼ੇ ਸਾਰੇ ਬੰਦ ਨੇ ਕਰਦੇ। ਪਰ ਹੋਇਆ ਪਤਾ ਕੀ, ਜਦੋਂ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਲੌਗਇਨ ਕੀਤਾ ਨਾ, ਉਹਨਾਂ ਦੇ ਸਾਰੇ ਦੋਸਤਾਂ ਨੂੰ ਕੀ ਚਲਾ ਗਿਆ, ਨੋਟੀਫਿਕੇਸ਼ਨ ਚਲੀ ਗਈ ਵੀ ਮਿਸਟਰ ਸੋ ਐਂਡ ਸੋ ਵਿਜ਼ਿਟਡ ਦਿਸ ਪੇਜ ਐਂਡ ਰਿਕਮੈਂਡ ਦੀ ਸੇਮ ਟੂ ਯੂ ਆਲਸੋ। ਸਾਰਿਆਂ ਨੂੰ ਲਿੰਕ ਭੇਜਤਾ ਉਹਨੇ, ਉਹ ਨੰਗੀ ਪੋਰਨੋਗ੍ਰਾਫਿਕ ਵੈਬਸਾਈਟ ਦਾ। ਬੋਲੋ ਇਤਨੀ ਜ਼ਿਆਦਾ ਐਮਬੈਰਸਮੈਂਟ ਹੋ ਗਈ ਉਹਨਾਂ ਨੂੰ, ਪੁਲਿਸ ਅਫਸਰ ਸਾਹਿਬ ਨੂੰ। ਤੇ ਕਦੀ ਤੁਸੀਂ ਗਲਤੀ ਨਾਲ ਆਲਰੇਡੀ ਆਪਣੀ ਫੇਸਬੁੱਕ ਅਕਾਊਂਟ ਨੂੰ ਯੂਜ਼ ਕਰਕੇ ਕਿਸੇ ਵੈਬਸਾਈਟ ਤੇ ਵਿਜ਼ਿਟ ਕਰ ਲਿਆ ਹੋਏਗਾ, ਤੇ ਤੁਸੀਂ ਉਸ ਤੋਂ ਬਚਣਾ ਕਿਵੇਂ ਹੈ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ। ਤੁਸੀਂ ਕੀ ਕਰੋ, ਦੇਖੋ ਆਪਣੇ ਫੇਸਬੁੱਕ ਤੇ ਸੈਟਿੰਗਸ ਤੇ ਕਲਿੱਕ ਕਰੋ। ਜਦੋਂ ਤੁਸੀਂ ਸੈਟਿੰਗਸ ਤੇ ਕਲਿੱਕ ਕਰੋਗੇ, ਦੇਖੋ ਉਹਦੇ ਵਿੱਚ ਆਪਸ਼ਨ ਆਏਗਾ ਇੱਥੇ, ਇਹ ਦੇਖੋ ਐਪਸ ਐਂਡ ਵੈਬਸਾਈਟਸ ਤੇ ਕਲਿੱਕ ਕਰੋ। ਕਲਿੱਕ ਕਰਨੇ ਤੋਂ ਬਾਅਦ ਇਹ ਦੇਖੋ ਤੁਹਾਡੇ ਸਾਹਮਣੇ ਆ ਗਿਆ, ਤੁਸੀਂ ਕ੍ਰਿਮੀਨਲ ਕੇਸ ਐਂਡ ਉਬਰ ਨੂੰ ਆਪਣੇ ਫੇਸਬੁੱਕ ਅਕਾਊਂਟ ਦੇ ਥਰੂ ਐਕਸੈਸ ਕੀਤਾ ਹੈ। ਓਕੇ, ਤੇ ਇਮੀਡੀਏਟਲੀ ਤੁਸੀਂ ਕੀ ਕਰੋ, ਤੁਸੀਂ ਇਹਨੂੰ ਰਿਮੂਵ ਕਰ ਦਿਓ। ਇਹ ਦੇਖੋ ਰਿਮੂਵ, ਮੈਂ ਇੱਥੇ ਕਲਿੱਕ ਕਰ ਰਿਹਾ, ਰਿਮੂਵ ਕਹਿੰਦਾ ਜੀ ਕਰਨਾ ਚਾਹੁੰਦੇ ਹੋ, ਮੈਂ ਲੋ ਰਿਮੂਵ ਕਰਤਾ। ਇਹ ਦੇਖੋ ਇਹ ਉਬਰ ਜਿਹੜਾ ਰਿਮੂਵ ਹੋ ਗਿਆ, ਹੋ ਗਿਆ ਨਾ। ਐਵੇਂ ਕ੍ਰਿਮੀਨਲ ਕੇਸ ਨੂੰ ਕਰਨਾ, ਰਿਮੂਵ ਬਟਨ ਦਬਾਓ, ਤੇ ਹੋ ਸਕਦਾ ਤੁਸੀਂ ਜਦੋਂ ਚੈੱਕ ਕਰੋਗੇ ਤੇ ਤੁਹਾਡੇ ਕੇਸ ਦੇ ਵਿੱਚ ਤੁਹਾਨੂੰ 40 ਜਾਂ 50 ਵੈਬਸਾਈਟਸ ਮਿਲ ਜਾਣ ਜਿਹੜੀ ਤੁਹਾਡੇ ਫੇਸਬੁੱਕ ਅਕਾਊਂਟ ਦੇ ਨਾਲ ਅਟੈਚ ਹੋਈਆਂ ਹੋਈਆਂ। ਓਕੇ, ਤੇ ਤੁਸੀਂ ਇੱਕ ਇੱਕ ਕਰਕੇ ਸਾਰੀ ਦੀ ਸਾਰੀ ਵੈਬਸਾਈਟਸ ਨੂੰ ਰਿਮੂਵ ਕਰਨਾ ਹੈ। ਠੀਕ ਹੈ, ਹੁਣ ਦੇਖੋ ਕਈ ਵਾਰ ਕੀ ਹੁੰਦਾ, ਮੇਰੇ ਆਧਾਰ ਨੰਬਰ ਦੇ ਉੱਤੇ ਕੋਈ ਮੋਬਾਈਲ ਕਨੈਕਸ਼ਨ ਲੈ ਕੇ ਬਹਿ ਗਿਆ। ਬਹੁਤ ਸਾਰੇ ਕੇसेस ਆਧਾਰ ਦੇ ਉੱਤੇ ਹੋ ਰਹੇ ਹਨ, ਬਹੁਤ ਸਾਰੇ ਕੇसेस ਅੱਜ ਕੱਲ ਰਿਪੋਰਟ ਹੋ ਰਹੇ ਹਨ। ਇੱਕ ਬਹੁਤ ਹੀ ਅੱਛਾ ਤਰੀਕਾ ਦੱਸਣਾ ਤੁਹਾਨੂੰ ਵੀ ਤੁਹਾਡੇ ਆਧਾਰ ਕਾਰਡ ਦੇ ਉੱਤੇ ਕੋਈ ਮੋਬਾਈਲ ਕਨੈਕਸ਼ਨ ਤੇ ਨਹੀਂ ਇਸ਼ੂ ਕਰਵਾ ਕੇ ਬਹਿ ਗਿਆ, ਤੁਹਾਡੇ ਕਿਸੇ ਫੈਮਿਲੀ ਦੇ ਮੈਂਬਰ ਦੇ ਉੱਤੇ ਨੰਬਰ ਦੇ ਉੱਤੇ ਕਿਸੇ ਹੋਰ ਨੇ ਕਨੈਕਸ਼ਨ ਤੇ ਨਹੀਂ ਲੈ ਲਿਆ। ਉਹਦੇ ਵਾਸਤੇ ਤੁਸੀਂ ਕੀ ਕਰੋ, ਗੂਗਲ ਦੇ ਉੱਤੇ ਜਾ ਕੇ ਟਾਈਪ ਕਰੋ, ਦੇਖੋ ਟੈਫਕॉप, ਬਹੁਤ ਹੀ ਵਧੀਆ ਵੈਬਸਾਈਟ ਬਣਾਈ ਗਵਰਨਮੈਂਟ ਆਫ ਇੰਡੀਆ ਨੇ। ਇਹ ਦੇਖੋ ਮੈਂ ਜਾ ਰਿਹਾ ਟੈਫਕॉप ਦੇ ਉੱਤੇ, ਟੈਫਕॉप। ਮੈਂ ਤੁਹਾਨੂੰ ਅਗਰ ਚਾਹੋਗੇ ਤਾਂ ਮੈਂ ਤੁਹਾਨੂੰ ਪੂਰੀ ਵੈਬਸਾਈਟ ਲਿਖਵਾ ਦਾਂਗਾ, ਇਹ ਵਾਲੀ ਵੈਬਸਾਈਟ ਹੈ, ਮੈਂ ਤੁਹਾਨੂੰ ਲਿਖ ਦੇਣਾ, ਪੂਰੀ ਦੀ ਪੂਰੀ ਵੈਬਸਾਈਟ ਨੋਟ ਕਰ ਲਓ ਤੁਸੀਂ। ਬਹੁਤ ਹੀ ਵਧੀਆ ਵੈਬਸਾਈਟ ਹੈ, ਤੁਸੀਂ ਸਾਰੇ ਫੈਮਿਲੀ ਦੇ ਨੰਬਰਾਂ ਨੂੰ ਜ਼ਰੂਰ ਚੈੱਕ ਕਰਨਾ ਇਹਦੇ ਤੇ। ਇਹ ਦੇਖੋ ਮੈਂ ਲਿਖ ਰਿਹਾ ਇਹਦੇ ਤੇ, ਇਹ ਨੋਟ ਕਰ ਲਓ। ਇਹ ਦੇਖੋ ਜੀ, ਇਹ ਵੈਬਸਾਈਟ ਹੈ tefcop.dgtelecom.gov.in। ਓਕੇ, ਇਸ ਵੈਬਸਾਈਟ ਤੇ ਜਾਓ, ਇਹ ਦੇਖੋ ਇੱਥੇ ਆਪਣਾ ਮੋਬਾਈਲ ਨੰਬਰ ਪਾਓ ਔਰ OTP ਆਏਗਾ ਤੁਹਾਡੇ ਮੋਬਾਈਲ ਫੋਨ ਦੇ ਉੱਤੇ। ਉਸ OTP ਦੇ ਉਹਨੂੰ ਤੁਸੀਂ ਇਹਦੇ ਚ ਭਰ ਦੇਣਾ, ਤੁਹਾਡੇ ਪੂਰੇ ਦੇ ਪੂਰੇ ਮੋਬਾਈਲ ਨੰਬਰ ਜਿੰਨੇ ਵੀ ਤੁਹਾਡੇ ਅਗੇਂਸਟ ਇਸ਼ੂ ਹੋਏ ਆ ਤੁਹਾਡੇ ਆਧਾਰ ਦੇ ਉੱਤੇ ਪੂਰੀ ਲਿਸਟ ਆ ਜਾਏਗੀ। ਜੇ ਤੁਹਾਨੂੰ ਲੱਗਦਾ ਉਹਦੇ ਵਿੱਚ ਕੁਝ ਨੰਬਰ ਐਸੇ ਆ ਜਾਣ ਜਿਹੜੇ ਤੁਸੀਂ ਕਦੀ ਇਸ਼ੂ ਕਰਵਾਏ ਹੀ ਨਹੀਂ, ਉਹਦੇ ਵਿੱਚ ਇੱਕ ਆਪਸ਼ਨ ਮਿਲੇਗਾ ਤੁਹਾਨੂੰ, ਕਿਆ ਆਪਸ਼ਨ ਮਿਲੇਗਾ, ਰਿਮੂਵ। ਉਸ ਨੰਬਰ ਨੂੰ ਰਿਮੂਵ ਕਰ ਸਕਦੇ ਹੋ, ਬਲੌਕ ਕਰ ਸਕਦੇ ਹੋ। ਠੀਕ ਹੈ, ਇਹ ਜ਼ਰੂਰ ਕਰਨਾ ਜੇ ਤੁਸੀਂ ਟੈਫਕॉप। ਔਰ ਹੁਣ ਮੈਂ ਜਿਹੜਾ ਲਾਸਟ ਦੇ ਵਿੱਚ ਦੱਸ ਰਿਹਾ, ਲਾਸਟ ਦੇ ਵਿੱਚ ਉਸ ਤੋਂ ਬਾਅਦ ਅਗਰ ਆਪਾਂ ਵਾਈਂਡ ਅਪ ਕਰਾਂਗੇ ਸੈਸ਼ਨ, ਲਾਸਟ ਦੇ ਵਿੱਚ ਅਗਰ ਤੁਹਾਡਾ ਕੋਈ ਮੋਬਾਈਲ ਫੋਨ ਗੁੰਮ ਹੋ ਜਾਏ, ਓਕੇ, ਉਹਨੂੰ ਮੋਬਾਈਲ ਫੋਨ ਨੂੰ ਤੁਸੀਂ ਟ੍ਰੇਸ ਕਿਵੇਂ ਕਰਨਾ, ਬਹੁਤ ਹੀ ਆਸਾਨ ਤਰੀਕਾ ਮੈਂ ਤੁਹਾਨੂੰ ਦੱਸਾਂਗਾ। ਜਦੋਂ ਕਦੀ ਮੋਬਾਈਲ ਫੋਨ ਗੁੰਮ ਹੋ ਜਾਏ ਨਾ, ਮੈਂ ਕੀ ਕੀ ਚੀਜ਼ਾਂ ਕਰ ਸਕਦਾ। ਮੈਂ ਉਹਨੂੰ ਜੀਓ ਲੋਕੇਟ ਕਰ ਸਕਦਾ, ਨੰਬਰ 1 ਗੱਲ। ਨੰਬਰ 2 ਦੂਜਾ ਮੈਂ ਕੀ ਕੰਮ ਕਰ ਸਕਦਾ, ਮੈਂ ਉਸ ਮੋਬਾਈਲ ਫੋਨ ਦੇ ਉੱਤੇ ਅਗਰ ਸਪੋਜ਼ ਮੇਰਾ ਮੋਬਾਈਲ ਫੋਨ ਕਦੀ ਸਾਇਲੈਂਟ ਮੋਡ ਵਿੱਚ ਪਿਆ ਹੋਏ,
कई बार की होंगे मैं ना साइलेंट मोड ते करके किधरे भुल गया, बाद मैं बैला मारी जा रहा, बैला तो सुनन गया नहीं, साइलेंट मोड ते पिया होया। अगर साइलेंट मोड दे उत्ते पिया होया मोबाइल फोन, तुसी उहदे ते रिंग वजा सकदे हो। नंबर 3 दे उत्ते तुसी मोबाइल फोन तुहाडा गुम हो गया, तुसी रिमोटली उहदा सारा डाटा डिलीट कर सकदे हो। रिमोटली डिलीट डाटा मतलब तुहानू मोबाइल फोन मिले ना मिले पर डाटा जरूर डिलीट हो जाएगा। नंबर जियो लोकेट का मतलब तुसी लभ सकदे हो उस मोबाइल फोन नू। कहते जो तुम मोबाइल फोन की कभी किसी कंप्लेंट लिखवान जाओ ना थाने दे विच, वो तुहानू IMEI नंबर मंगदा ओहदा, और IMEI नंबर साडे कोल हुंदा ही नहीं। मैं तुहानू IMEI नंबर भी कढ़ना सिखा दांगा भी IMEI नंबर भी इत्थों निकल जाता है। ठीक है, यह सारा काम करना किवें है, एक वैबसाइट नोट कर लो, बहुत ही वधिया वैबसाइट है। वो वैबसाइट है www.google.com/android/device manager। ओके, नोट कर लिया जे चंगी तरह नाल बच्चियो, google.com/android/device manager। देखो तुहाडे सामने मैं चला के दिखा रहा वेबसाइट। ओके, जरा देखिया जे, दोबारा जा रहे हैं। मैं जरा इनू लॉग आउट कर देना एक बार, जी पुराने किसी होर तो लॉगिन होया हुआ है। देखियो हुण देखो मैं किहड़ी वैबसाइट ते गया सी, इस वैबसाइट के उत्ते Android/device manager। देखो हुण मैनू की दस रहा है, कहंदे जी 2 मोबाइल चल रहे हैं जी तुहाडे इहदे ते, 2, एक है विवो का चल रहा है, एक सैमसंग का चल रहा है। यह देखो हुण सपोज विवो का मोबाइल फोन मेरा गुम हो गया, मैं इहदा IMEI नंबर लेना चाहना सब तो पहले, कित्थों मिलेगा? यह देखो आई लिखा ना जिथे आई, ओके इत्थे क्लिक करो, यह देखो IMEI नंबर मिल गया। अगर तुहानू नजर आ रहा हो, यह देखो वड्डा करके दिखा रहा, यह देखो IMEI नंबर। तो मतलब कभी IMEI नंबर भी ना मिले तो इत्थों कट सकते हो तुसी। ओके, हुण सपोज मेरा मोबाइल फोन जिहड़ा सीगा सैमसंग कंपनी का गुम हो गया, पहले तो देखो जो मैं इहदे ते आया ना, यह देखो इन्हें मैनू लोकेशन दस दी भी यह जिहड़ा मोबाइल फोन है यह सैक्टर 36 दे विच इस जगह ते पिया होया है। देखो ओके, देखो पूरी एग्जैक्ट लोकेशन दस रहा है दिस वन। दूजे नंबर ते हुण मोबाइल फोन जिहड़ा है मेरा वो साइलेंट मोड ते करके रखा हुआ मैं, अगर तुहानू नजर आ रहा हो साइलेंट मोड ते पिया है। मैं इहदे ते बेल वजाना चाहना है, देखो इहदे च ऑप्शन आ रहा है प्ले साउंड, प्ले साउंड। देखो प्ले साउंड किया मैं, देखो सुनिया तुहानू, मतलब साइलेंट मोड तो होने तो बाद भी इहदे ते घंटी बज सकती है। ओके, देखो स्टॉप रिंगिंग ते क्लिक करना मैं, देखो बंद हो गया। ओके, हुण इहदे विच एक ऑप्शन हो रहा है, देखो इरेज, देखो इरेज डिवाइस। जे मैं इहदे ते क्लिक कर दांगा तो सारा डाटा जिहड़ा मेरे मोबाइल फोन के उत्ते पिया होया वो इरेज हो जाएगा, डिलीट हो जाएगा, मतलब जिन्हों भी मोबाइल मिलेगा वो चला ही नहीं सकता। एक होर ऑप्शन आ रहा है सिक्योर डिवाइस। सिक्योर डिवाइस का मतलब इत्थे क्लिक करांगा, मैनू कहेगा जी पासवर्ड क्रिएट करो, मैं नवा पासवर्ड क्रिएट करांगा, जिन्हों भी मोबाइल मिलेगा ना उहदे कोल खुलेगा नहीं जब तक वो पासवर्ड नहीं लगेगा वाला। ओके, तो तुसी डाटा डिलीट भी कर सकते हो, डाटा रिमूव भी कर सकते हो, पासवर्ड ही लगा सकते हो। अगर मोबाइल फोन साइलेंट मोड ते पिया होया उहदे ते रिंग भी वजा सकते हो। देखो कितनी सारी चीज़ां पई हैं, और तुसी अपने मोबाइल फोन नू लभ भी सकते हो। देखो यह लोकेशन दस रहा है भी यह मोबाइल फोन की लोकेशन है पुरानी जगह ते। ओके, कि केड़ी वेबसाइट ते गया सीगा, दोबारा नोट कर लो, वो वेबसाइट है www.google.com/android/device manager। ओके, हाँ हुण एक चीज का ध्यान रखना, बहुत सारे ऐसे केस आ रहे हैं जिन्होंने आप कहते हैं फाइनेंशियल क्राइम्स। क्रिमिनल की करता है तुहाडे तो क्रेडिट कार्ड डेबिट कार्ड नंबर लैके या तुहाडे तो QR कोड स्कैन करके तुहाडे खाते चो पैसे कट लैंदा है। पंजाब विच तो बहुत हो रहे हैं, किते खाते 40,000 निकल गए, किते 45,000 निकल गए। एक चीज का इत्थे ध्यान रखना, अगर कोई तुहाडा खाते चो पैसा निकल जाए तो एक गोल्डन पीरियड होंदा है आधे घंटे का, 30 मिनट्स गोल्डन पीरियड। गोल्डन पीरियड मैं नाम क्यों दिता इनू भी तुसी आधे घंटे के अंदर अंदर अगर इस जी ट्रांजैक्शन हुई है इनू रिपोर्ट कर दोगे तो तुहाडा सारा का सारा पैसा वापस आ जाएगा। ओके, इस गोल्डन पीरियड तुसी की करना है, टोल फ्री नंबर ते कॉल करना है जिहड़ा कि साइबर क्राइम पोर्टल ने बनाया हुआ है। और टोल फ्री नंबर की है, देखो तुसी गूगल के उत्ते जाके देखो मैं तुहानू दिखा रहा इत्थे टोल फ्री नंबर
एक मिनट रुकियो, मैं इत्थे लिख रहा, इत्थे मैं टाइप कर रहा गूगल ते टोल फ्री नंबर फॉर साइबर फाइनेंशियल क्राइम। तुसी यार जेड़ा नंबर आ रहा है ना, तुसी नोट भी कर लेना। ਇਹ देखो साइबर क्राइम हेल्प डेस्क ने एक नवा नंबर हुणे कढ़िया है, वो नंबर है देखो, नोट कर लेना जी, वड्डा वड्डा लिख रहा, हुणे ही इंट्रोड्यूस होया वाला। अद्धे घंटे का गोल्डन पीरियड होंदा है, तुहाडा सारा पैसा वापस आ जाएगा जी। जेड़ी हार्ड है देखो मैं लिख रहा, नोट कर लिया जे, मैं वड्डा कर देना नो 155260। इस नंबर के उत्ते कॉल करना, कंप्लेंट तुहाडी एंटरटेन हो जाएगी, पैसा तुहाडा जेड़े भी पेमेंट गेटवे दे विच पिया होया उत्थों वापस हो जाएगा। ओके, ते देखो जिन्ने भी तुसी सोशल नेटवर्क अकाउंट यूज करने ने, चाहे तुसी अपने मोबाइल फोन यूज करना है या तुसी किसी वैबसाइट नूं प्रयोग विच लैके आना है, तुसी बिल्कुल एक चीज का ध्यान रखना भी कोई भी वैबसाइट दे उत्ते अपनी पर्सनल इन्फॉर्मेशन नहीं पानी। कोई भी वैबसाइट के उत्ते अपनी पर्सनल इन्फॉर्मेशन नहीं पानी। पर अगर सपोज तुसी किसी कॉलेज का कोई फॉर्म जमा करवा रहे हो, तो कभी भी गूगल दे विच सर्च करके उस वैबसाइट ते विजिट नहीं करना। ओके, एक चीज का जरूर ध्यान रखना, जेड़ी भी वैबसाइट ते तुसी ट्रांजैक्शन कर रहे हो, वो वैबसाइट का शुरू ते उत्ते लिखा होना चाहिए HTTPS। जेड़ी वैबसाइट HTTPS तो स्टार्ट हो रही होवे, वो वैबसाइट सिक्योर्ड होंदी है, सिक्योर्ड वैबसाइट। ओके, जिवें मैं तुहानूं इत्थे दिखा रहा हुण, ए देखो ए वैबसाइट ते तुसीं इत्थे क्लिक करोगे, ए वैबसाइट सिक्योर, ए देखो HTTPS लिखिया होया है। और कुछ वैबसाइट के उत्ते देखो ए वैबसाइट ते लिखिया नजर आ रहा तुहानूं, HTTP लिखिया होया है, ते समझ लो ए वैबसाइट सिक्योर्ड नहीं है। ते इहनूं यूज करन तो पहले तुसीं की करना, वैबसाइट नूं वेरीफाई कर लेना भी प्रॉपर है या नहीं है। उसी वैबसाइट के उत्ते विश्वास करना जिहड़ी HTTPS तो स्टार्ट हो रही होवे। बाकी वैबसाइट्स नूं तुसीं वेरीफाई करना, उन्होंने यूज करने तो पहले। वो वैबसाइट मैलिशियस हो सकती है, खतरा पहुंचा सकती है तुहानूं। ठीक है, सो दैट्स ऑल फ्रॉम माई साइड। मैं एक नंबर मैं तुहानूं अपना ईमेल ID शेयर कर रहा, तुसीं नोट कर सकते हो। कभी भी तुहानूं कभी भी किसी चीज की जरूरत होवे, यू जस्ट सेंड मी ए मेल। मेरी मेल ID है cdtschd@rediffmail.com। मैं तुहाडे सामने ओके, cdtschd@rediffmail.com। इस दे उत्ते जाके तुसी कभी भी तुहाडे कोल कोई एनी टाइम दे तुसी कभी विक्टिम बन जाओ या किसी चीज की लोड़ होवे, ते जस्ट यू कैन मेक मी दिस, इत्थे तुसी टेक्स्ट कर दो मैनू, इमीडिएटली मैं रिवर्ट करांगा तुहानूं। ओके, सो ओवर टू मिस्टर यूनुस, दैट्स ऑल फ्रॉम माई साइड। क्योंकि ऑडियंस सामने नजर नहीं आ रही, अदरवाइज आप क्वेश्चन आंसर सैशन ले सकते सीगे। मैं अपना स्टॉप शेयर कर रहा, मैं ताकि आप नजर आ सकिए। यस सर, थैंक यू सो मच सर, थैंक यू सो मच, सच ए वंडरफुल सेशन सर। थैंक यू सर, साडे कोल साडे कुछ DM साहबान साडे नाल Zoom ते जुड़े हुए ने। इफ यू हैव सम टाइम वी कैन टेक देयर क्वेरीज। यस अगर मैं हुण अपने DM साहबान नूं बेनती करांगा, जेकर तुसीं अपना कोई सवाल साडे अज दे फैकल्टी नूं पुछना चाहते हैं, यू आर मोस्ट वेलकम सर। हाँ जी सर, सवाल पूछ सकते हो DM साहब। हाँ जी, गुड इवनिंग सर। हियर इज DM पठानकोट, विकास राय सर। हाँ जी विकास जी। सर एक क्वेश्चन हैगा, थोड़ा इस तो हट के, थोड़ा ATM ਦੇ ਜਿਹੜੇ ਕਾਰਡਸ ਹੈਗੇ ਆ ਸਰ, ਇਹਨਾਂ ਦੇ ਨਾਲ ਕੁਝ ਰਿਲੇਟਡ ਜਿਹੜੇ ਕਾਮਨ ਜਿਹੜੇ ਖਤਰੇ ਹੈਗੇ ਆ ਜਾਂ ਕਾਮਨ ਪ੍ਰੋਬਲਮਸ ਜਾਂ ਜਿਹੜੀਆਂ ਹੈਗੀਆਂ ਜੀ, ਉਹਨਾਂ ਬਾਰੇ ਥੋੜੀ ਜਿਹੀ ਗੱਲ ਕਰ ਲਈ। ਫॉर ਐਗਜ਼ਾਮਪਲ ਜਿੱਦਾਂ ਸਕਿਮਿੰਗ ਇਜ਼ ਵਨ ਆਫ them। ਬਿਲਕੁਲ ਸੋ ਪਲੀਜ਼ ਸਰ ਥੋੜਾ ਜਿਹਾ ਗਾਈਡ ਕਰ ਦਿਓ ਇਹਨਾਂ ਦੇ ਨਾਲ ਕਿਹੜੀ ਚੀਜ਼ਾਂ ਹੋਰ ਖਤਰਨਾਕ ਹੈਗੀਆਂ ਜੀ। ਜਦੋਂ ਤੁਸੀਂ ATM ਕਾਰਡ ਦਾ ਪ੍ਰਯੋਗ ਕਰਨ ਲੱਗੋ ਤਾਂ ਇਹਨੂੰ ਡੈਬਿਟ ਕਾਰਡ ਕਹਿੰਦੇ ਆਪਾਂ। ਡੈਬਿਟ ਕਾਰਡ ਦਾ ਮਤਲਬ ਮੇਰਾ ਸਿੱਧਾ ਖਾਤੇ ਦੇ ਨਾਲ ਜੁੜਿਆ ਹੋਇਆ, ਉਹ ਪੂਰਾ ਖਾਤਾ ਹੀ ਖਾਲੀ ਹੋ ਸਕਦਾ ਮੇਰਾ। कभी भी तुसी ATM कार्ड नूं तुसी यूज करन जाओगे किसी भी ATM मशीन दे उत्ते, ਇਹ ਜ਼ਰੂਰ ਧਿਆਨ ਕਰਨਾ ਸਰ, ATM ਮਸ਼ੀਨ ਦੇ ਵਿੱਚ ਤੁਸੀਂ क्या ਧਿਆਨ ਕਰਨਾ ਵੀ ਕੋਈ ਜਿੱਥੇ ਸਲੋਟ ਦੇ ਵਿੱਚ ਤੁਸੀਂ ਆਪਣਾ ਕਾਰਡ ਪਾ ਰਹੇ ਹੋ, ਉੱਥੇ ਕੁਝ ਫੋਰਨ ਮਟੀਰੀਅਲ ਤੇ ਨਹੀਂ ਕੋਈ ਐਸੀ ਚੀਜ਼ ਹੈਂਗਿੰਗ ਨਜ਼ਰ ਆ ਰਹੀ ਹੋਵੇ। ਤੁਸੀਂ ਖਿੱਚ ਕੇ ਇੱਕ ਵਾਰ ਚੈੱਕ ਕਰ ਲੈਣਾ ਵੀ ਅਗਰ ਹੱਥ 'ਚ ਆ ਗਈ ਤਾਂ ਸਮਝ ਲੈਣਾ ਸਕੀਮਰ ਲਗਿਆ ਉਹਦੇ ਤੇ। ਸਕੀਮਰ ਦਾ ਮਤਲਬ ਜਦੋਂ ਵੀ ਤੁਸੀਂ ਕਾਰਡ ਉਹਦੇ ਵਿੱਚ ਪਾਉਣ ਲੱਗੋਗੇ ਤੇ ਉਹ ਕਾਰਡ ਤੁਹਾਡੇ ਕਾਰਡ ਦਾ ਇੱਕ ਕਲੋਨ ਤਿਆਰ ਕਰ ਦਿੰਦਾ ਉਠਾ ਕੇ ਸਕੀਮਰ। ठीक है, दूजे नंबर के उत्ते की करना भी जदों भी तुसी कदी पिन पान लगो, पिन टाइप कर दियो ना, पिन क्रिमिनल ने की कीता हुंदा, पिन नूं कैप्चर करने वास्ते कैमरा लाया हुंदा ओवरहेड दे उत्ते।
ਕਦੇ ਵੀ ਪਿਨ ਟਾਈਪ ਕਰਨ ਲੱਗੋ ਤੇ ਤੁਸੀਂ ਟੱਕ ਕੇ ਉਹਨੂੰ ਟਾਈਪ ਕਰੋ, ਵੀ ਹੱਥ ਨਾਲ ਟੱਕ ਲਓ ਜਾਂ ਕਿਸੇ ਕਿਤਾਬ ਨਾਲ ਟੱਕ ਲਓ, ਵੀ ਵਿਜ਼ੀਬਲ ਨਾ ਹੋਵੇ। ਓਕੇ, ਤੇ ਕਈ ਵਾਰ ਕੀ ਹੁੰਦਾ ਵੀ ਮੈਂ ਇੱਕ ਵਾਰ ਪਿਨ ਪਾ ਲਿਆ ਹੋਵੇ ਤੇ ਦੁਬਾਰਾ ਪਿਨ ਮੰਗ ਲੈਂਦਾ, ਤੇ ਸਮਝ ਲਓ ਵੀ ਇਹ ਫਰਾਡੂਲੈਂਟ ਟ੍ਰਾਂਜੈਕਸ਼ਨ ਹੈ। ਵੀ ਕ੍ਰਿਮੀਨਲ ਪਤਾ ਕੀ ਕਰਦੇ ਆ, ਉਹ ਕੀਪੈਡ ਨੂੰ ਹੀ ਲੌਕ ਕਰ ਦਿੰਦੇ ਆ। ਜਿਵੇਂ ਪਿੱਛੇ ਕੇਸ ਆਇਆ ਸੀ ਸਾਡੇ ਕੋਲ ਧਰਮਸ਼ਾਲਾ ਹਿਮਾਚਲ ਦਾ, ਕ੍ਰਿਮੀਨਲ ਨੇ ਕੀ ਕੀਤਾ ਸੀ, ਕੀਪੈਡ ਦੇ ਵਿੱਚ ਨਾ ਟੁੱਥਪਿਕ ਨਾਲ ਬਲੌਕ ਕਰ ਰੱਖਿਆ ਸੀ, ਇੱਕ ਕੀ ਨੂੰ ਹੀ ਬਲੌਕ ਕਰ ਰੱਖਿਆ ਸੀਗਾ, ਜਿਹਦੇ ਨਾਲ ਕੀ ਕਰਦਾ ਸੀ, ਜਦੋਂ ਮੈਂ ਪਿਨ ਪਾਉਂਦਾ ਸੀ ਨਾ, ਉਹ ਕੀਪੈਡ ਐਗਜ਼ੀਕਿਊਟ ਹੀ ਨਹੀਂ ਹੁੰਦਾ ਸੀ। ਮੈਂ ਘਬਰਾ ਕੇ ਕਰਦਾ ਸੀ, ਮੇਰੀ ਟ੍ਰਾਂਜੈਕਸ਼ਨ ਖਤਮ ਨਹੀਂ ਹੋਈ, ਮੈਂ ਬਾਹਰ ਚਲਾ ਜਾਂਦਾ ਸੀਗਾ। ਪਿੱਛੋਂ ਉਹ ਜਿਹੜਾ ਕ੍ਰਿਮੀਨਲ ਆਉਂਦਾ ਸੀ, ਉਹ ਟੁੱਥਪਿਕ ਨੂੰ ਹਟਾ ਕੇ ਉਹ ਮੇਰੇ ਕੀਪੈਡ ਫੰਕਸ਼ਨਲ ਹੋ ਜਾਂਦਾ ਸੀ, ਜਿਹੜਾ ਮੈਂ ਪਿਨ ਪਾਇਆ ਸੀ ਉਹ ਐਕਟੀਵੇਟ ਹੋ ਜਾਂਦਾ ਸੀ। ਤੇ ਕਦੀ ਧਿਆਨ ਕਰਨਾ ਵੀ ਕਦੀ ਪਿਨ ਪਾ ਲਿਆ ਹੋਵੇ ਤੇ ਐਵੇਂ ਲੱਗੇ ਵੀ ਅੱਗੇ ਨਹੀਂ ਵਧੇ, ਤੇ ਬਾਹਰ ਜਾਣ ਤੋਂ ਪਹਿਲੇ ਕੈਂਸਲ ਬਟਨ ਦਬਾ ਕੇ ਜਾਣਾ, 4-5 ਵਾਰ ਕੈਂਸਲ ਬਟਨ ਦਬਾ ਕੇ ਬਾਹਰ ਜਾਣਾ, ਨਹੀਂ ਤਾਂ ਮੁਸ਼ਕਲ ਹੋ ਜਾਏਗਾ। ਓਕੇ, ਔਰ ਧਿਆਨ ਕੀ ਕਰਨਾ ਤੁਸੀਂ, ਜਿਹੜੀ ਖਾਸ ਕਰਕੇ ਆਪਣੇ ਏਟੀਐਮ ਕਾਰਡ ਦੇ ਵਿੱਚ ਤੁਸੀਂ ਆਪਣੇ ਨੈਟ ਬੈਂਕਿੰਗ ਨੂੰ ਯੂਜ਼ ਕਰਕੇ ਪ੍ਰਿਵਿਲੇजेस ਡਿਫਾਈਨ ਕਰ ਸਕਦੇ ਹੋ, ਵੀ ਮੈਂ ਕਿੰਨਾ ਵਿਡਰਾਲ ਕਰ ਸਕਦਾ, ਏਟੀਐਮ ਦੇ ਥਰੂ ਕਿੰਨੀ ਆਨਲਾਈਨ ਸ਼ਾਪਿੰਗ ਕਰ ਸਕਦਾ। ਉਹਦੇ ਤੇ ਰਿਸਟ੍ਰਿਕਸ਼ਨ ਲਾ ਕੇ ਰੱਖੋ, 10,000 ਦੀ, 15,000 ਦੀ। ਆਪਾਂ ਕੀ ਕਰਕੇ ਰੱਖੀਏ, ਵੀ ਪੂਰਾ ਓਪਨ ਕਰਕੇ ਰੱਖੀਦਾ ਉਹਨੂੰ, ਵੀ ਲੱਖ ਰੁਪਇਆ ਵੀ ਕੱਢ ਲਓ ਮੇਰੇ ਖਾਤੇ ਤੋਂ ਚੱਲ ਜਾਏਗਾ। ਤੇ ਤੁਸੀਂ ਆਪਣੇ ਨੈਟ ਬੈਂਕਿੰਗ ਅਕਾਊਂਟ ਦੇ ਵਿੱਚ ਜਾ ਕੇ ਉਹਦੇ ਚ ਆਪਸ਼ਨ ਆਉਂਦਾ ਰੈਸਟ੍ਰਿਕਸ਼ਨ ਐਂਡ ਪ੍ਰਿਵਿਲੇजेस, ਆਪਣੇ ਉਹਨੂੰ ਬੈਂਕਰ ਨੂੰ ਪੁੱਛ ਲੈਣਾ, ਉਹਨੂੰ ਰੈਸਟ੍ਰਿਕਟ ਕਰਕੇ ਰੱਖਣਾ ਜੀ ਮੇਰੇ ਏਟੀਐਮ ਕਾਰਡ ਤੋਂ ਐਟ ਏ ਟਾਈਮ ਇੰਨਾ ਵਿਡਰਾਲ ਹੋਵੇ, ਨੰਬਰ 1। ਨੰਬਰ 2 ਦੇ ਉੱਤੇ, ਜਿਹੜੀ ਮੈਂ ਆਨਲਾਈਨ ਕਦੀ ਕੋਈ ਆਪਣੇ ਏਟੀਐਮ ਕਾਰਡ ਨੂੰ ਯੂਜ਼ ਕਰਕੇ ਕੋਈ ਵੀ ਆਨਲਾਈਨ ਟ੍ਰਾਂਜੈਕਸ਼ਨ ਕਰਨ ਲੱਗਾ ਤੇ ਮੇਰੀ 10,000 ਤੋਂ ਉੱਤੇ ਕੋਈ ਵੀ ਟ੍ਰਾਂਜੈਕਸ਼ਨ ਨਾ ਹੋਵੇ, ਅਗਰ ਹੋਏਗੀ ਤਾਂ ਬੈਂਕ ਜ਼ਿੰਮੇਵਾਰ ਹੋਏਗਾ। ਤੇ ਦੇਖੋ ਉਹਦੇ ਨਾਲ ਕੀ ਹੋਏਗਾ, ਵੀ ਕੋਈ ਅਗਰ ਕੋਈ ਜ਼ਿਆਦਾ ਵਿਡਰਾਲ ਕਰਨੇ ਦੀ ਜਾਂ ਕੋਈ ਜ਼ਿਆਦਾ ਤੁਹਾਡੀ ਟ੍ਰਾਂਜੈਕਸ਼ਨ ਕਰਨੇ ਦੀ ਕੋਸ਼ਿਸ਼ ਕਰੇਗਾ ਤੇ ਉਹ ਨਹੀਂ ਕਰ ਸਕਦਾ। ਚੌਥੇ ਨੰਬਰ ਤੇ ਤੁਸੀਂ ਕੀ ਕਰਨਾ, CVV ਨੰਬਰ ਸਾਡੇ ਕਾਰਡ ਦੇ ਪਿੱਛੇ ਲਿਖਿਆ ਹੁੰਦਾ ਹੈ, ਉਹਨੂੰ ਹਟਾ ਦੇਣਾ, ਉਹਨੂੰ ਬਲੈਕ ਕਰ ਦੇਣਾ। ਅਰੇ CVV ਨੰਬਰ ਬਲੈਂਕ ਚੈੱਕ ਦੇ ਬਰਾਬਰ ਹੁੰਦਾ ਹੈ। ਅਗਰ ਮੇਰਾ CVV ਨੰਬਰ ਕਿਸੇ ਨੂੰ ਮਿਲ ਜਾਏਗਾ ਤੇ ਕੁਝ ਦੇਖੋ, ਇੰਡੀਆ ਦੇ ਵਿੱਚ ਤੇ OTP ਆਉਂਦਾ ਨਾ ਤੁਹਾਡੇ ਮੋਬਾਈਲ ਦੇ ਉੱਤੇ ਜਦੋਂ ਤੁਸੀਂ ਆਪਣਾ ATM ਯੂਜ਼ ਕਰਦੇ ਹੋ, ਪਰ ਜੇ ਮੈਂ ਇੰਟਰਨੈਸ਼ਨਲ ਤੁਹਾਡੇ ATM ਕਾਰਡ ਨੂੰ ਯੂਜ਼ ਕਰਕੇ ਇੰਟਰਨੈਸ਼ਨਲ ਕੋਈ ਟ੍ਰਾਂਜੈਕਸ਼ਨ ਕਰਨ ਲਗਾ ਤੇ ਉਸ ਕੇਸ ਦੇ ਵਿੱਚ ਖਾਲੀ CVV ਨੰਬਰ ਹੀ ਚਾਹੀਦਾ ਹੁੰਦਾ, ਮੈਨੂੰ OTP ਵੀ ਨਹੀਂ ਚਾਹੀਦਾ। ਤੇ ਕੋਸ਼ਿਸ਼ ਕਰਨਾ ਜਿਹੜਾ CVV ਨੰਬਰ ਵਿਜ਼ੀਬਲ ਹੈ ਤੁਹਾਡੇ ਕਾਰਡ ਦੇ ਉੱਤੇ, ਤੁਸੀਂ ਉਹਨੂੰ ਟੇਪ ਦੇ ਨਾਲ ਜਾਂ ਤੇ ਛੁਪਾ ਦੇਣਾ, ਜਾਂ ਫਿਰ ਉਹਨੂੰ ਤੁਸੀਂ ਕੀ ਕਰਨਾ, ਕਦੀ ATM ਕਾਰਡ ਗੁੰਮ ਹੋ ਜਾਏ ਨਾ ਤੇ CVV ਨੰਬਰ ਨੂੰ ਮਿਸਯੂਜ਼ ਨਾ ਕਰ ਸਕੇ। ਔਰ ਅਗਰ ਤੁਹਾਡਾ ਕਿਧਰੇ ATM ਕਾਰਡ ਮਿਸਪਲੇਸ ਹੋ ਜਾਵੇ, immediately report that matter to your banker through net banking, through online mode, through email, through physical mode. Okay, ਔਰ ਤੁਸੀਂ ਕਦੀ ਸਾਈਬਰ ਕ੍ਰਾਈਮ ਦੇ ਕਦੀ ਤੁਸੀਂ ਭੋਗੀ ਹੋ ਜਾਓ, ਕਦੀ ਫਾਈਨੈਂਸ਼ੀਅਲ ਕ੍ਰਾਈਮ ਦੇ, ਤੇ ਮੈਂ ਤੁਹਾਨੂੰ ਦੱਸਿਆ ਟੋਲ ਫ੍ਰੀ ਨੰਬਰ ਜਿਹੜਾ ਹੁਣ ਦੱਸਿਆ ਸੀਗਾ, that ਟੋਲ ਫ੍ਰੀ ਨੰਬਰ 1 ਕਿਹੜਾ ਨੰਬਰ 55260, ਅੱਧੇ ਘੰਟੇ ਦਾ 골ਡਨ ਪੀਰੀਅਡ ਹੁੰਦਾ ਜੀ। ਅੱਧੇ ਘੰਟੇ ਦੇ ਅੰਦਰ ਅੰਦਰ ਅਗਰ ਤੁਸੀਂ ਰਿਪੋਰਟ ਕਰ ਦੋ, ਸਾਰਾ ਪੈਸਾ ਗੇਟਵੇ ਦੇ ਉੱਤੇ ਪਿਆ ਹੁੰਦਾ, ਉਹ ਸਾਰਾ ਪੈਸਾ ਰਿਫੰਡ ਹੋ ਜਾਂਦਾ ਹੈ। ਤੇ ਤੁਸੀਂ ਆਪਣੇ ਆਪ ਨੂੰ ਵੀ ਧਿਆਨ ਰੱਖੋ, ਤੇ ਆਪਣੇ ਜਿਹੜੇ ਤੁਹਾਡੇ ਨੀਅਰ ਐਂਡ ਡੀਅਰ ਹੈ, ਤੁਹਾਡੇ ਹੋਰ ਕਿੰਨੇ ਜਾਣਕਾਰ ਸਕੂਲਸ ਦੇ ਵਿੱਚ ਹੈਗੇ, ਉਹਨਾਂ ਨੂੰ ਵੀ ਮੋਟੀਵੇਟ ਕਰੋ, ਉਹਨਾਂ ਨੂੰ ਵੀ ਐਜੂਕੇਟ ਕਰੋ, ਤਾਂ ਕਿ ਆਪਾਂ ਕਹਿੰਦੇ ਆ ਵੀ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਵੀ ਆਪਾਂ ਜਾਗਰੂਕ ਹੀ ਇੰਨੇ ਹੋ ਜਾਈਏ ਵੀ ਸਾਡੇ ਨਾਲ ਆਪਾਂ ਕਦੇ ਵਿਕਟਿਮ ਨਾ ਬਣੀਏ। ਠੀਕ ਹੈ, ਜਾਗਰੂਕਤਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਸਰ। ਠੀਕ ਹੈ ਜੀ, ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ? ਸਰ ਸਤਿ ਸ਼੍ਰੀ ਅਕਾਲ ਜੀ, ਮਨਿੰਦਰ ਸਿੰਘ ਫਤਿਹਗੜ੍ਹ ਸਾਹਿਬ ਤੋਂ DMIC। ਸਤਿ ਸ਼੍ਰੀ ਅਕਾਲ ਜੀ ਮਨਿੰਦਰ ਸਿੰਘ ਜੀ। ਸਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ 30 ਮਿੰਟ ਦਾ 골ਡਨ ਪੀਰੀਅਡ ਦੱਸਿਆ ਹੈ, ਮੰਨ ਲਓ ਬਾਈ ਚਾਂਸ ਟੋਲ ਫ੍ਰੀ ਨੰਬਰ ਨਹੀਂ ਮਿਲਦਾ ਜਾਂ 30 ਮਿੰਟ ਲੰਘ ਜਾਂਦੇ, ਸਰ ਉਸ ਤੋਂ ਬਾਅਦ ਦਾ ਕੀ? ਹਾਂ, ਉਸ ਤੋਂ ਬਾਅਦ ਦਾ ਪੀਰੀਅਡ ਕੀ ਹੁੰਦਾ ਹੈ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਜਿਹੜਾ ਤੁਹਾਡਾ ਬੈਂਕਰ ਹੈ, ਇਮੀਡੀਏਟਲੀ ਸਟੇਟ ਬੈਂਕ ਆਫ ਇੰਡੀਆ, ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਨੈਸ਼ਨਲ ਬੈਂਕ, ਜਿਹੜਾ ਵੀ HDFC ਬੈਂਕ, ਉਹਨਾਂ ਦੇ ਬੈਂਕਰ ਨੂੰ ਆਪਣੇ ਬੈਂਕਰ ਦੇ ਟੋਲ ਫ੍ਰੀ ਨੰਬਰ ਤੇ ਪਲੱਸ ਉਹਨਾਂ ਨੂੰ ਈਮੇਲ ਇਮੀਡੀਏਟਲੀ ਫਲੈਸ਼ ਕਰਨੀ, ਈਮੇਲ ਫਲੈਸ਼ ਕਰਨੀ। ਕਿਆ ਵੀ ਮੇਰੇ ਨਾਲ ਇਹ ਫਾਈਨੈਂਸ਼ੀਅਲ ਕ੍ਰਾਈਮ ਹੋ ਗਿਆ, ਕਾਈਂਡਲੀ ਸਾਰੀ ਦੀ ਸਾਰੀ ਟ੍ਰਾਂਜੈਕਸ਼ਨ ਨੂੰ ਰੋਕ ਦਿੱਤਾ ਜਾਵੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਕੀ ਕਿਹਾ, ਕਹਿੰਦੇ ਅਗਰ ਕੋਈ ਫਾਈਨੈਂਸ਼ੀਅਲ ਕ੍ਰਾਈਮ ਹੋ ਜਾਵੇ ਤੇ 3 ਦਿਨ ਦੇ ਅੰਦਰ ਅੰਦਰ ਅਗਰ ਕੋਈ ਵੀ ਵਿਕਟਿਮ ਰਿਪੋਰਟ ਕਰ ਦੇਵੇ, ਕਿਹਨੂੰ? ਰਿਜ਼ਰਵ ਬੈਂਕ ਆਫ ਇੰਡੀਆ ਨੂੰ, ਪੁਲਿਸ ਨੂੰ ਔਰ ਆਪਣੇ ਬੈਂਕਰ ਨੂੰ, ਤੇ ਉਸ ਕੇਸ ਦੇ ਵਿੱਚ 90% ਚਾਂਸ ਹੈ ਤੁਹਾਡਾ ਪੈਸਾ ਵਾਪਸ ਆ ਜਾਏਗਾ। 90% ਚਾਂਸ ਹੈ। ਪੁਲਿਸ ਨੂੰ ਰਿਪੋਰਟ ਕਰਨਾ ਹੈ, ਆਪਣੇ ਬੈਂਕ ਨੂੰ ਰਿਪੋਰਟ ਕਰਨਾ ਹੈ। ਓਕੇ, ਚਾਹੇ ਤੁਸੀਂ ਆਪਣੇ ਬੈਂਕ ਨੂੰ ਟੋਲ ਫ੍ਰੀ ਨੰਬਰ ਤੇ ਰਿਪੋਰਟ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਮੇਲ ਥਰੂ ਕਰ ਸਕਦੇ ਹੋ। ਔਰ ਤੀਜੇ ਨੰਬਰ ਤੇ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣਾ ਇੱਕ ਬਿਲਕੁਲ ਲੋਕਪਾਲ ਇੱਕ ਡਿਪਾਰਟਮੈਂਟ ਅਲੱਗ ਬਣਾਇਆ ਹੋਇਆ ਹੈ। ਤੁਸੀਂ ਨਾ ਗੂਗਲ ਦੇ ਉੱਤੇ ਜਾ ਕੇ ਸਰਚ ਕਰਨਾ, ਉਹ ਕਰਨਾ ਤੁਸੀਂ RBI ਅੰਬਡਸਮੈਨ, ਬੈਂਕਿੰਗ ਅੰਬਡਸਮੈਨ, OMBUDSMAN, ਬੈਂਕਿੰਗ ਅੰਬਡਸਮੈਨ ਸਰਚ ਕਰੋਗੇ ਤੇ ਤੁਹਾਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੀ ਇੱਕ ਆਨਲਾਈਨ ਪੋਰਟਲ ਮਿਲ ਜਾਏਗਾ ਰਿਪੋਰਟ ਕਰਨ ਦਾ।
ਤੁਸੀਂ ਆਨਲਾਈਨ ਪੋਰਟਲ ਦੇ ਥਰੂ ਵੀ ਆਰਬੀਆਈ ਨੂੰ ਰਿਪੋਰਟ ਕਰ ਸਕਦੇ ਹੋ ਤਾਂ ਕਿ ਤੁਹਾਡਾ ਪੈਸਾ ਵਾਪਸ ਆ ਜਾਏ, ਔਰ ਮੈਕਸਿਮਮ ਕੇਸਿਸ ਦੇ ਵਿੱਚ ਪੈਸਾ ਵਾਪਸ ਆ ਜਾਂਦਾ ਹੈ ਅਗਰ ਆਪਾਂ ਟਾਈਮਲੀ ਔਰ ਪ੍ਰੋਪਰਲੀ ਰਿਪੋਰਟ ਕਰੀਏ ਮਾਮਲੇ ਨੂੰ। ਠੀਕ ਹੈ, ਥੈਂਕ ਯੂ। ਹੋਰ ਕੋਈ ਪੁੱਛਣਾ ਚਾਹੇ? ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਸਰ, ਡੀਐਮਆਈਸੀਟੀ ਫਾਜ਼ਿਲਕਾ ਸਿਕੰਦਰ ਸਿੰਘ ਗੱਲ ਕਰ ਰਹੇ ਹਾਂ ਜੀ। ਹਾਂਜੀ ਸਿਕੰਦਰ ਜੀ ਦੱਸੋ। ਸਰ ਇੱਕ ਮੇਰੀ ਕੁਐਰੀ ਹੈ ਜੀ ਰਿਗਾਰਡਿੰਗ ਆਪਣੇ ਸੋਸ਼ਲ ਮੀਡੀਆ ਜੀ। ਜਿੱਦਾਂ ਮੈਂ ਆਪਦਾ ਇਨਸੀਡੈਂਟ ਹੀ ਦੱਸ ਦਿੰਦਾ ਤੁਹਾਨੂੰ ਕਿ ਮੈਂ ਉਹਨੂੰ ਐਜ਼ ਅ ਡਰਾਈਵ ਯੂਜ਼ ਕੀਤਾ ਹੋਇਆ ਸੀਗਾ, ਮੇਰੀਆਂ ਸਾਰੀਆਂ ਫੋਟੋਜ਼ ਵਗੈਰਾ ਤੇ ਉਹਦਾ ਰੱਖੀਆਂ ਹੋਈਆਂ ਸੀਗੀਆਂ। ਤੇ ਇੱਕ ਮੇਰਾ ਕਜ਼ਨ ਹੈ ਜਿਹੜਾ ਉਹ ਆਈਟੀ ਦੇ ਨਾਲ ਨਾ ਨਵਾਂ ਜਦੋਂ ਅੱਜ ਤੋਂ 3-4 ਸਾਲ ਪਹਿਲਾਂ ਦੀ ਗੱਲ ਹੈ ਫੈਮਿਲੀਅਰ ਹੋਇਆ ਸੀ, ਤੇ ਉਹਨੇ ਪਤਾ ਨਹੀਂ ਕੀ ਮਤਲਬ ਮੇਰਾ ਰਿਮੈਂਬਰ ਹੀ ਹੁੰਦਾ ਸੀਗਾ ਮੇਰੇ ਲੈਪਟਾਪ ਵਿੱਚ ਕੁਝ ਪੰਗੇ ਲਿੱਤੇ ਕਿ ਕਿਤਨਾ ਨਾ ਫੇਸਬੁੱਕ ਜੀ ਸਿਕੰਦਰ ਜੀ ਤੁਹਾਡੀ ਆਵਾਜ਼ ਕੱਟ ਰਹੀ ਹੈ ਵਿੱਚੋਂ। ਹੁਣ ਆ ਰਹੀ ਹੈ ਸਰ? ਹਾਂ ਹੁਣ ਆ ਰਹੀ ਹੈ। ਹਾਂਜੀ ਸਰ, ਮੈਂ ਹੀ ਕਹਿ ਰਿਹਾ ਸੀਗਾ ਕਿ 2-3 ਸਾਲ ਪਹਿਲੇ ਮੇਰਾ ਇੱਕ ਕਜ਼ਨ ਜਿਹੜਾ ਨਵਾਂ ਆਈਟੀ ਦੇ ਨਾਲ ਟੱਚ 'ਚ ਆਇਆ ਸੀ, ਉਹਨੇ ਕੁਝ ਪੰਗੇ ਲਿੱਤੇ ਮੇਰੇ ਅਕਾਊਂਟ ਨਾਲ, ਤੇ ਉਹ ਮੇਰਾ ਅਕਾਊਂਟ ਜਿਹੜਾ ਹੈ ਫੇਸਬੁੱਕ ਵੱਲੋਂ ਜਾਂ ਪਤਾ ਨਹੀਂ ਮੇਰੇ ਕਜ਼ਨ ਵੱਲੋਂ ਉਹ ਡੀਐਕਟੀਵੇਟ ਹੋ ਗਿਆ, ਮੇਰੀ ਪ੍ਰੋਫਾਈਲ ਡੀਐਕਟੀਵੇਟ ਹੋ ਗਈ। ਠੀਕ ਹੈ ਉਹਦੇ ਵਿੱਚ ਮੇਰੀਆਂ ਕਮ ਸੇ ਕਮ 500 to 700 ਫੋਟੋਗ੍ਰਾਫ ਸੀਗੀਆਂ, ਕਿਉਂਕਿ ਉਹਨੂੰ ਮੈਂ ਐਜ਼ ਅ ਡਰਾਈਵ ਯੂਜ਼ ਕਰਦਾ ਸੀਗਾ। ਤੇ ਉਹ ਪੇਜ ਮੈਂ ਬਹੁਤ ਕੋਸ਼ਿਸ਼ ਕੀਤੀ, ਉਹ ਕਹਿੰਦੇ ਵੀ ਫੇਸਬੁੱਕ ਨੂੰ ਮੇਲ ਪਾਓ, ਏਦਾਂ ਕਰੋ ਓਦਾਂ ਕਰੋ, ਮੈਂ ਸਾਰੇ ਐਫਰਟਸ ਲਾ ਲਿੱਤੇ, ਬਟ ਉਹ ਮੇਰਾ ਵਾਪਸ ਨਹੀਂ ਆ ਪਾਏ ਮੇਰੇ ਪ੍ਰੋਫਾਈਲ ਤੇ। ਉਹ ਮੇਰੀਆਂ ਸਾਰੀਆਂ ਫੋਟੋਜ਼ ਜਿਹੜੀਆਂ ਸੀਗੀਆਂ ਉਹ ਸਾਰੀਆਂ ਉਸ ਪ੍ਰੋਫਾਈਲ ਦੇ ਨਾਲ ਹੀ ਚਲੀਆਂ ਗਈਆਂ। ਕੀ ਇਦਾਂ ਦਾ ਕੁਝ ਹੈ, ਕੋਈ ਇਦਾਂ ਦਾ ਐਕਸੀਡੈਂਟਲੀ ਕੁਝ ਹੋ ਜਾਵੇ? ਕਿੰਨਾ ਟਾਈਮ ਹੋ ਗਿਆ ਇਸ ਗੱਲ ਨੂੰ? ਸਰ 3-4 ਸਾਲ ਹੋ ਗਏ, 3 ਸਾਲ ਹੋ ਗਏ ਜੀ। ਮੁਸ਼ਕਿਲ ਹੁੰਦਾ, ਅਗਰ ਮਹੀਨੇ ਦੇ ਅੰਦਰ ਹੋ ਜਾਂਦਾ ਤਾਂ ਐਕਟੀਵੇਟ ਕਰ ਦਿੰਦੇ। ਪਰ ਤੁਸੀਂ ਕੰਮ ਕਰਿਆ ਕਿ ਮੈਂ ਆਪਣਾ ਮੇਲ ਆਈਡੀ ਭੇਜਿਆ ਹੋਇਆ। ਠੀਕ ਹੈ ਸਰ। ਤੁਸੀਂ ਮੈਨੂੰ ਆਪਣੇ ਫੇਸਬੁੱਕ ਅਕਾਊਂਟ ਜਿਹੜੇ ਤੁਹਾਡੇ ਮੇਲ ਤੇ ਜਾਂ ਮੋਬਾਈਲ ਦੇ ਉੱਤੇ ਉਹ ਤੁਸੀਂ ਮੈਨੂੰ ਸੈਂਡ ਕਰਨਾ ਤੇ ਮੈਂ ਆਪਣਾ ਸੋਸ਼ਲ ਇੰਜੀਨੀਅਰਿੰਗ ਕਰਕੇ ਡਾਟਾ ਗੈਦਰ ਕਰਨੇ ਦੀ ਕੋਸ਼ਿਸ਼ ਕਰਾਂਗਾ। ਸ਼ੋਰ ਸਰ, ਬਸ ਆਪਾਂ ਨੂੰ ਪ੍ਰੋਫਾਈਲ ਦੀ ਕੋਈ ਚੱਕਰ ਨਹੀਂ, ਕੋਈ ਦਿੱਕਤ ਮੇਰੀਆਂ ਨਹੀਂ। ਸਾਰੀਆਂ ਫੈਮਿਲੀ ਫੋਟੋਗ੍ਰਾਫਸ, ਮੇਰੀਆਂ ਫੋਟੋਗ੍ਰਾਫਸ ਸਾਰੀਆਂ ਉਹਦੇ ਤੇ ਸੀਗੀਆਂ। ਹੋ ਸਕਦਾ ਉਹਦੀ ਬੈਕਅਪ ਸਾਡੇ ਮੋਬਾਈਲ ਤੇ ਕੰਪਿਊਟਰ ਤੇ ਵੀ ਹੋਵੇ। ਮੇਰੇ ਖਿਆਲ ਤਾਂ ਮੈਨੂੰ ਮੈਂ ਤਾਂ ਜਿੰਨੇ ਸੋਲੂਸ਼ਨ ਪੋਸੀਬਲ ਨੈਟ ਤੇ ਸੀਗੇ ਦੇਖ ਕੇ ਸਾਰੇ ਕਰ ਲਿੱਤੇ ਜੀ। ਉਹ ਉਸ ਤੋਂ ਬਾਅਦ ਤੁਸੀਂ ਯਕੀਨ ਮੰਨੋਗੇ ਤੇ ਗੱਲ ਤਾਂ ਹਾਸੇ ਵਾਲੀ ਹੈ, ਬਟ ਮੈਂ ਫੇਸਬੁੱਕ ਪ੍ਰੋਫਾਈਲ ਹੀ ਨਹੀਂ ਬਣਾਈ ਉਸ ਤੋਂ ਬਾਅਦ ਆਪਦੀ। ਨਹੀਂ ਤੁਹਾਡੇ ਆਪਾਂ ਜਿਹੜਾ ਲੈਪਟਾਪ ਹੈ ਨਾ, ਇਹ ਤੁਹਾਡੇ ਘਰ ਦਾ ਕੰਪਿਊਟਰ, ਆਪਾਂ ਉਹਦੇ ਤੋਂ ਵੀ ਸਾਰੀਆਂ ਤੁਹਾਡੀ ਪਿਕਚਰ ਰਿਕਵਰ ਕਰ ਸਕਦੇ ਹਾਂ। ਐਕਸਕਿਊਜ਼ ਮੀ ਸਰ, ਇੱਕ ਰਿਕੁਐਸਟ ਸੀ ਜੀ ਸਰ, ਇੱਕ ਰਿਕੁਐਸਟ ਹੈ ਜੀ। ਹਾਂਜੀ ਸਰ ਤੁਸੀਂ ਡਬਲ ਡਿਵਾਈਸ ਤੋਂ ਜੁੜੇ ਹੋ, ਡਬਲ ਆਵਾਜ਼ ਆ ਰਹੀ ਹੈ। ਹਾਂਜੀ ਉਹ ਇਕੋ ਹੋ ਰਿਹਾ। ਨਹੀਂ ਮੈਂ ਤੇ ਇੱਕ ਤੋਂ ਹੀ ਹਾਂ, ਵਿਚਕਾਰ ਇਕੋ ਹੋ ਰਿਹਾ ਸੀ। ਅੱਛਾ, is there any way ਕਿ ਮੈਂ ਆਪਦੇ ਲੈਪਟਾਪ ਤੋਂ ਲੌਗਇਨ ਕਰਕੇ ਉਹਦੇ ਵਿੱਚ ਆਪਦੀਆਂ ਫੋਟੋਜ਼ ਕੱਢ ਸਕਾਂ ਜਾਂ ਕੁਝ ਇਦਾਂ? ਦੇਖੋ ਮੈਨੂੰ ਪਹਿਲੇ ਡਿਟੇਲ ਮੈਂ ਚੈੱਕ ਕਰਾਂਗਾ। ਠੀਕ ਹੈ ਸਰ, ਮੈਂ ਤੁਹਾਨੂੰ ਸਾਰੀ ਡਿਟੇਲ ਈਮੇਲ ਬਣਾ ਕੇ ਨਾ ਮੈਂ ਤੁਹਾਨੂੰ ਸੈਂਡ ਕਰੂੰਗਾ। ਸਿਕੰਦਰ ਸਿੰਘ ਦੇ ਨਾਮ ਤੋਂ ਆਉਗੇ ਜੀ। ਠੀਕ ਹੈ ਓਕੇ ਠੀਕ ਹੈ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਸਰ। ਡੀਐਮ ਸਰ ਗੁਰਦਾਸਪੁਰ ਤੋਂ ਬੋਲ ਰਹੇ ਹਾਂ, ਸੁਖਦੀਪ ਸਿੰਘ। ਹਾਂਜੀ ਦੱਸੋ ਸੁਖਦੀਪ ਜੀ। ਸਰ ਇਹ ਸਾਡੀ ਪ੍ਰੋਬਲਮਸ ਇਹ ਚੱਲ ਰਹੀਆਂ ਅੱਜ ਕੱਲ ਜਿਵੇਂ ਲਾਈਵ ਕਲਾਸਿਸ ਚੱਲ ਰਹੀਆਂ ਬੱਚਿਆਂ ਦੀਆਂ। ਹਾਂ, ਜਦੋਂ ਮੈਂ ਜਿਹੜੀਆਂ ਦੂਸਰੀਆਂ ਸਾਈਟਸ ਰਿਸਟ੍ਰਿਕਟ ਤੇ ਕੀਤੀਆਂ ਆ, ਪਰ ਕਈ ਵਾਰ ਸਾਡੇ ਮਦਰ ਫਾਦਰ ਜਦੋਂ ਯੂਜ਼ ਕਰਦੇ ਆ ਫੋਨ ਜਾਂ ਬੱਚੇ ਯੂਜ਼ ਕਰਦੇ ਆਈਪੈਡਸ, ਉਸ 'ਚ ਤੁਹਾਨੂੰ ਪਤਾ ਜਿਹੜੀਆਂ ਵਰਗਲਰ ਜਿਹੜੀਆਂ ਸਾਈਟਸ ਉਹ ਓਪਨ ਹੋ ਜਾਂਦੀਆਂ ਕਈ ਵਾਰ, ਜਾਂ ਫੋਟੋਗ੍ਰਾਫਸ ਆ ਜਾਂਦੀਆਂ ਨੇ। ਹਾਂਜੀ ਉਹਨਾਂ ਵਾਸਤੇ ਪਰਮਾਨੈਂਟ ਹੱਲ ਕੀ? ਮੈਂ ਰਿਸਟ੍ਰਿਕਟਡ ਤੇ ਕੀਤੀਆਂ ਨੇ, ਪਰ ਫਿਰ ਵੀ ਕੋਈ ਨਾ ਕੋਈ ਮਤਲਬ ਓਪਨ ਹੋ ਜਾਂਦੀ, ਜਾਂ ਕੋਈ ਨਾ ਕੋਈ ਫੋਟੋਗ੍ਰਾਫਸ ਆ ਜਾਂਦੀਆਂ, ਵੀਡੀਓਜ਼ ਆ ਜਾਂਦੀਆਂ। ਅਜੇ ਤੇ ਫਿਲਹਾਲ ਬੱਚਿਆਂ ਨੂੰ ਸਮਝ ਨਹੀਂ ਹੈ, ਬੱਚੇ ਛੋਟੇ ਆ, ਪਰ ਪੇਰੈਂਟਸ ਦੇ ਨਾਲ ਕਈ ਵਾਰ ਪੇਰੈਂਟਸ ਦੇ ਨਾਲ ਅਸੀਂ ਫੀਲ ਕਰਦੇ ਆ, ਉਹ ਕਈ ਵਾਰ ਆ ਜਾਂਦੀ। ਉਹਦਾ ਪਰਮਾਨੈਂਟ ਹੱਲ ਕੀ ਹੈ? ਪਰਮਾਨੈਂਟ ਹੱਲ ਇੱਕੋ ਹੀ ਹੈਗਾ, ਤੁਸੀਂ ਨਾ ਆਪਣਾ ਜਿਹੜਾ ਬ੍ਰਾਊਜ਼ਰ ਯੂਜ਼ ਕਰਦੇ ਹੋ ਨਾ ਘਰ ਦੇ ਵਿੱਚ, ਗੂਗਲ ਕ੍ਰੋਮ ਜਾਂ ਜੋ ਵੀ, ਉਸ ਬ੍ਰਾਊਜ਼ਰ ਦੀ ਸੈਟਿੰਗਸ ਤੇ ਵੀ ਜਾਓਗੇ, ਉਸ ਸੈਟਿੰਗਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਆਪਸ਼ਨਸ ਮਿਲ ਜਾਣਗੇ ਵੀ ਤੁਸੀਂ ਕਿਹੜਾ ਸਟਫ ਚਾਹੁੰਦੇ ਹੋ, ਕਿਹੜਾ ਨਹੀਂ ਚਾਹੁੰਦਾ, ਕਿਹੜਾ ਸਟਫ ਕਿਵੇਂ ਆਵੇ, ਕਦੋਂ ਆਵੇ, ਬਿਲਕੁਲ ਹਰ ਚੀਜ਼ ਨੂੰ ਤੁਸੀਂ ਉਹਦੇ ਚ ਰਿਮੂਵ ਕਰ ਸਕਦੇ ਹੋ। ਮਤਲਬ ਕਿ ਪੂਰਾ ਦਾ ਪੂਰਾ ਉਹਦੇ ਚ ਫਿਲਟਰ ਕਹਿੰਦੇ ਨੂੰ। ਤੁਸੀਂ ਆਪਣਾ ਬ੍ਰਾਊਜ਼ਰ ਦੇ ਵਿੱਚ ਜਾਓ, ਬ੍ਰਾਊਜ਼ਰ ਦੇ ਸੈਟਿੰਗਸ ਦੇ ਵਿੱਚ ਤੁਹਾਨੂੰ ਐਡਵਾਂਸ ਸੈਟਿੰਗਸ ਮਿਲਣਗੀਆਂ। ਐਡਵਾਂਸ ਸੈਟਿੰਗਸ ਦੇ ਵਿੱਚ ਤੁਹਾਨੂੰ ਇੱਕ ਆਪਸ਼ਨ ਮਿਲੇਗਾ ਫਿਲਟਰ। ਤੁਸੀਂ ਉਹਦੇ ਤੇ ਜਾ ਕੇ ਫਿਲਟਰਿੰਗ ਕਰ ਸਕਦੇ ਹੋ ਵੀ ਕਿਹੜੀ ਵੈਬਸਾਈਟਸ ਖੁੱਲੇ, ਕਿਹੜੀ ਨਾ ਖੁੱਲੇ। ਪੂਰੀ ਦੀ ਪੂਰੀ ਪੋਰਨੋਗ੍ਰਾਫਿਕ ਵਾਇਲੈਂਟ ਵੈਬਸਾਈਟਸ ਨਹੀਂ ਖੁੱਲਣਗੀਆਂ ਤੁਹਾਡੀਆਂ।
ਜ਼ਿਆਦਾ ਸੇਫ ਐਂਡ ਬੈਸਟ ਕਿਹੜਾ ਸਰ ਤੁਹਾਡੇ ਖਿਆਲ ਨਾਲ browser? ਵੈਸੇ ਤਾਂ ਤੁਸੀਂ ਕੀ ਕਰੋ, ਇੱਕ ਆਂਦਾ ਹੈ, ਕੀ ਕਹਿੰਦੇ ਤੁਹਾਡਾ ਐਂਟੀਵਾਇਰਸ ਆਂਦਾ, ਕੁਇਕ ਹੀਲ ਟੋਟਲ ਸਿਕਿਉਰਿਟੀ। ਓਕੇ ਉਹ ਤੁਸੀਂ ਆਪਣੇ ਕੰਪਿਊਟਰ ਤੇ ਲੋਡ ਕਰ ਲਓ, ਔਰ ਉਹਦੇ ਵਿੱਚ ਹੀ ਤੁਹਾਨੂੰ ਆਪਸ਼ਨ ਮਿਲਣਗੇ ਰੈਸਟ੍ਰਿਕਸ਼ਨ ਦੇ। ਕੁਇਕ ਹੀਲ ਦੇ ਵਿੱਚ ਕਸਟਮਾਈਜ਼ ਆਪਸ਼ਨ ਮਿਲ ਜਾਏਗਾ ਵੀ ਸਾਰੀ ਚੀਜ਼ਾਂ ਰੈਸਟ੍ਰਿਕਟ ਕਰ ਦਿੰਦਾ ਉਹ, ਸਾਰੀਆਂ ਟਾਈਮ ਮੈਨੇਜਮੈਂਟ ਵੀ ਕਰ ਦਿੰਦਾ ਉਹ। ਨਹੀਂ ਸਰ, ਕੁਇਕ ਹੀਲ ਤੇ ਕਰ ਲਾਂਗੇ ਤਾਂ ਉਹ ਕੀ ਇੱਕ ਹੀ ਡਿਵਾਈਸ ਨੂੰ ਕਰੂਗਾ ਕਿ ਸਾਰੇ ਡਿਵਾਈਸ ਨੂੰ ਕਰ ਦੂੰਗਾ? ਨਹੀਂ, ਤੁਹਾਡੇ ਘਰ ਦੀ ਜਿਹੜੀ ਡਿਵਾਈਸ ਦੇ ਉੱਤੇ ਕੁਇਕ ਹੀਲ ਲੋਡ ਕਰੋਗੇ ਉਹਦੇ ਤੇ ਚਲਾਏਗਾ, ਬਾਕੀ ਸਾਰੇ ਡਿਵਾਈਸਸ ਤੇ ਤੁਹਾਨੂੰ ਅਲੱਗ-ਅਲੱਗ ਕਰਨਾ ਪੈਣਾ। ਸਰ ਉਹ ਪੇਡ ਆ? हाँ, क्विक हील फ्री वर्जन भी है, पेड भी है, पर पेड ਦੇ ਵਿੱਚ ਜ਼ਿਆਦਾ ਫੀਚਰ ਹੈ, पेड ਦੇ ਵਿੱਚ ਜ਼ਿਆਦਾ ਫੀਚਰ ਹੈ। ਨਹੀਂ ਫਿਰ ਸਾਡੇ ਜਿੰਨੇ ਡਿਵਾਈਸ ਨੇ ਉਹਨੇ ਹੀ ਆਪਾਂ ਨੂੰ ਉਹ ਪੇਡ ਖਰੀਦਣੇ ਪੈਣਗੇ? ਹਾਂਜੀ ਹਾਂਜੀ, ਕਿਉਂਕਿ ਉਹ ਇੱਕੋ ਸਿੰਗਲ ਯੂਜ਼ਰ ਦਾ ਆਉਂਦਾ ਉਹ ਆਪਸ਼ਨ, ਨਹੀਂ ਤੇ ਬਾਕੀ ਡਿਵਾਈਸਸ ਤੇ ਤੁਸੀਂ ਬ੍ਰਾਊਜ਼ਰ ਵਾਲਾ ਫ੍ਰੀ ਵਾਲਾ ਕਰ ਸਕਦੇ ਹੋ। ਓਕੇ ਠੀਕ ਹੈ, ਹਾਂਜੀ, ਥੈਂਕ ਯੂ ਸੋ ਮਚ। ਓਕੇ, ਥੈਂਕ ਯੂ ਜੀ, ਥੈਂਕ ਯੂ। ਓਕੇ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਹਾਂਜੀ ਸਰ, ਰਣਦੀਪ ਸਿੰਘ ਡੀਐਮ ਆਈਸੀਟੀ ਪਟਿਆਲਾ ਜੀ। ਹਾਂਜੀ, ਲਾਸਟ ਮੰਥ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਕਿ ਫੇਸਬੁੱਕ ਤੇ ਨਾ ਮੇਰੀ ਕਿਸੇ ਨੇ ਡੁਪਲੀਕੇਟ ਪ੍ਰੋਫਾਈਲ ਬਣਾਈ ਸੀ, ਔਰ ਉਸ ਤੋਂ ਬਾਅਦ ਕੀ ਕੀਤਾ ਕਿ ਉਸਨੇ ਮਤਲਬ ਮੇਰੇ ਜਿਹੜੇ ਖਾਸ ਫਰੈਂਡ ਸੀ ਉਹਨਾਂ ਨੂੰ ਰਿਕੁਐਸਟ ਭੇਜੀ। ਪੈਸੇ ਮੰਗਣੇ ਖਾਸ ਫਰੈਂਡਸ ਨੇ ਰਿਕੁਐਸਟ ਸਭ ਤੋਂ ਪੈਸੇ ਦੀ ਸਰ ਉਹਨਾਂ ਡਿਮਾਂਡ ਕੀਤੀ ਮੇਰੀ ਡੁਪਲੀਕੇਟ ਪ੍ਰੋਫਾਈਲ ਬਣਾਉਣ ਤੋਂ ਬਾਅਦ। ਔਰ ਹਾਂਜੀ, ਉਸ ਤੋਂ ਬਾਅਦ ਮੇਰੇ ਕੋਲ ਕਈ ਫਰੈਂਡਸ ਦੇ ਮੈਸੇਜ ਆ ਗਏ, ਇੱਕ ਦੋ ਫਰੈਂਡ ਇਸ ਤਰ੍ਹਾਂ ਦੇ ਸੀ ਜਿਹੜੇ ਬਿਲਕੁਲ ਜਾਣਦੇ ਸੀ, ਅੱਛੀ ਤਰ੍ਹਾਂ ਜਾਣਦੇ ਸੀ, ਉਹ ਘਰ ਪੈਸੇ ਵੀ ਦੇਣ ਆ ਗਏ। ਤਾਂ ਔਰ ਇੱਕ ਦੋ ਨੇ ਕੀ ਕੀਤਾ, ਸੋਚਿਆ ਕਿ ਮਤਲਬ ਸਾਰਾ ਕੁਝ ਫੇਕ ਹੈ, ਤਾਂ ਉਹਨਾਂ ਨੇ ਸਕਰੀਨਸ਼ਾਟ ਲੈ ਲਏ ਉਸ ਪਰਸਨ ਦੇ। ਤਾਂ ਮੈਨੂੰ ਇਸ ਚੀਜ਼ ਦਾ ਪਤਾ ਨਹੀਂ, ਸਾਰਾ ਕੁਝ 2-4 ਘੰਟਿਆਂ ਦੇ ਵਿੱਚ ਹੀ ਵਾਪਰ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਮੇਰੇ 2-3 ਫਰੈਂਡ ਸੀ ਉਹਨਾਂ ਜਿਹਨਾਂ ਨੇ ਸਕਰੀਨਸ਼ਾਟ ਭੇਜਿਆ ਸੀਗਾ, ਤਾਂ ਮੇਰੇ ਆਪਣੇ ਰਿਲੇਟਿਵ ਪੁਲਿਸ ਦੇ ਵਿੱਚ ਸੀਗੇ ਤੇ ਉਹਨਾਂ ਦੇ ਗਾੜੀ ਕੋਈ ਜਾਣਕਾਰ ਸੀਗੇ ਕ੍ਰਾਈਮ ਬ੍ਰਾਂਚ ਦੇ ਵਿੱਚ ਗੁੜਗਾਵਾਂ। ਮੈਂ ਉਹਨਾਂ ਨਾਲ ਉਸ ਟਾਈਮ ਸੰਪਰਕ ਕੀਤਾ, ਤਾਂ ਜਦੋਂ ਉਹਨਾਂ ਨੂੰ ਮੈਂ ਸਾਰਾ ਕੁਝ ਡਾਟਾ ਵਗੈਰਾ ਦਿੱਤਾ ਤਾਂ ਸ਼ਾਇਦ ਉਹਨਾਂ ਨੇ ਕੋਈ ਨਾ ਕੋਈ ਉਸ ਤੇ ਐਕਸ਼ਨ ਲਿਆ ਹੋਏਗਾ। ਤਾਂ ਸ਼ਾਮ ਤੱਕ, ਇਵਨਿੰਗ ਟਾਈਮ ਤੱਕ ਜਾਨੀ ਕਿ ਉਹ ਮੈਸੇਜ ਆਉਣੇ ਬੰਦ ਹੋ ਗਏ ਉਸ ਪਰਸਨ ਵੱਲੋਂ, ਪੈਸੇ ਦੀ ਜਿਹੜੀ ਡਿਮਾਂਡ ਸੀ ਬੰਦ ਹੋ ਗਈ। ਲੇਕਿਨ ਅਜੇ ਵੀ ਉਹ ਜਿਹੜੀ ਫੇਕ ਪ੍ਰੋਫਾਈਲ ਬਣੀ ਹੈ ਉਸੇ ਤਰ੍ਹਾਂ ਹੀ ਫੇਸਬੁੱਕ ਤੇ ਮੌਜੂਦ ਆ। ਉਸ ਨੂੰ ਮੈਂ ਕਿਸ ਤਰੀਕੇ ਨਾਲ ਡਿਲੀਟ ਕਰ ਸਕਦਾ ਜਾਂ ਫੇਸਬੁੱਕ ਵਾਲਿਆਂ ਨਾਲ ਕਿਸ ਤਰੀਕੇ ਨਾਲ ਸੰਪਰਕ ਕਰਕੇ? ਤੁਸੀਂ ਮੇਰਾ ਸੈਸ਼ਨ ਅਗਰ ਅਟੈਂਡ ਕੀਤਾ ਹੋਏਗਾ ਤੇ ਮੈਂ ਉਹਦੇ ਵਿੱਚ ਤੁਹਾਨੂੰ ਇੱਕ ਤਰੀਕਾ ਦੱਸਿਆ ਸੀਗਾ। ਫੇਸਬੁੱਕ ਪ੍ਰੋਫਾਈਲ ਨੂੰ ਤੁਸੀਂ ਅਗਰ ਰਿਮੂਵ ਕਰਨਾ, ਕਿਸੇ ਨੇ ਫੇਕ ਬਣਾਈ ਹੋਈ ਹੈ, ਤੁਸੀਂ ਫੇਸਬੁੱਕ ਉੱਪਰ ਜਿਹੜੇ ਤੁਸੀਂ ਉਹਦੀ ਪ੍ਰੋਫਾਈਲ ਬੰਦੇ ਦੀ ਖੋਲੋ, ਸਾਹਮਣੇ ਓਪਨ ਕਰਨੇ ਤੋਂ ਬਾਅਦ ਉੱਪਰ ਤੁਹਾਨੂੰ 3 ਡਾਟਸ ਨਜ਼ਰ ਆਣਗੇ ਲਿਖੇ ਰਾਈਟ ਹੈਂਡ ਕਾਰਨਰ ਦੇ ਉੱਤੇ। ਉਹਨਾਂ 3 ਡਾਟਸ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਉਹਦੇ ਵਿੱਚ ਇੱਕ ਆਪਸ਼ਨ ਆਉਂਦਾ ਰਿਪੋਰਟ ਏ ਪ੍ਰੋਫਾਈਲ। ਰਿਪੋਰਟ ਏ ਪ੍ਰੋਫਾਈਲ ਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਸ਼ਨ ਆਏਗਾ ਪ੍ਰੀਟੈਂਡਿੰਗ ਟੂ ਬੀ ਮੀ। ਠੀਕ ਹੈ ਸਰ। ਉਹਦੇ ਤੇ ਕਲਿੱਕ ਕਰਕੇ ਸਬਮਿਟ ਬਟਨ ਦਬਾਉਣਾ ਤੇ ਉਹ ਪ੍ਰੋਫਾਈਲ ਅੱਧੇ ਘੰਟੇ ਤੋਂ ਲੈ ਕੇ 8 ਘੰਟੇ ਦੇ ਅੰਦਰ ਅੰਦਰ ਰਿਮੂਵ ਹੋ ਜਾਏਗੀ। ਓਕੇ, ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਸਰ। ਥੈਂਕ ਯੂ। ਥੈਂਕ ਯੂ ਸਰ। ਮੈਂ ਹੁਣ ਸੰਦੀਪ ਜੀ ਨੂੰ ਬੇਨਤੀ ਕਰਾਂਗਾ, ਇਹ ਸਾਡੇ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਨੇ, ਕਿ ਉਹ ਸਾਡੇ ਅੱਜ ਦੇ ਜਿਹੜੇ ਸਪੀਕਰ ਨੇ ਸਰਦਾਰ ਗੁਰਚਰਨ ਸਿੰਘ ਜੀ, ਉਹਨਾਂ ਦਾ ਇੱਕ ਫਾਰਮਲ ਥੈਂਕ ਯੂ ਜਿਹੜਾ ਸਾਡੇ ਵੱਲੋਂ ਕਰ ਦਿੱਤਾ ਜਾਵੇ। ਸੰਦੀਪ ਸਿੰਘ ਜੀ। ਬਹੁਤ ਬਹੁਤ ਧੰਨਵਾਦ ਯੂਨਿਸ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਚਰਨ ਸਿੰਘ ਜੀ ਦਾ ਬਹੁਤ ਦਿਲੋਂ ਧੰਨਵਾਦੀ ਹਾਂ, ਤੇ ਸਾਡੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੀ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੀਮਤੀ ਵਿੱਚ ਇਹ ਸਮਾਂ ਕੱਢ ਕੇ ਸਾਡੇ ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜੇ ਹੋਏ ਹੈ ਇਸ ਵਕਤ, ਉਹ ਵਿਦਿਆਰਥੀ ਹੈ, ਅਧਿਆਪਕ, ਕੋਈ ਵੀ ਕਰਮਚਾਰੀ ਜਾਂ ਉਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਜਾਂ ਕੋਈ ਵੀ ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਹੋਏ ਹੈ, ਉਹਨਾਂ ਲਈ ਸਿੰਘ ਜੀ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਜਾਣਕਾਰੀ ਮੁਹੱਈਆ ਕਰਵਾਈ ਹੈ, ਮੇਰੇ ਲਈ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ, ਬਹੁਤ ਹੀ ਲਾਭਦਾਇਕ ਤੇ ਬਹੁਤ ਲਾਹੇਵੰਦ ਸਿੱਧ ਹੋਵੇਗੀ। ਤੇ ਬੇਨਤੀ ਕਰਾਂਗਾ ਕਿ ਵੀ ਸਰਦੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਸਮੇਂ ਤੇ ਲੈਣਗੇ, ਤੇ ਆਪਣੇ ਜਿਹੜੇ ਦਰਸ਼ਕ ਹੈਗੇ ਹੈ ਜੋ ਜੁੜੇ ਹੋਏ ਆ ਆਪਣੇ ਨਾਲ, ਮਨ ਦੇ ਵਿੱਚ ਬਹੁਤ ਸਵਾਲ ਹੋਣਗੇ, ਆਪਣੀ ਕੋਈ ਕੁਐਰੀਜ਼ ਹੋਣਗੀਆਂ ਤੇ ਜਿਨ੍ਹਾਂ ਦੇ ਨਾਲ ਅਸੀਂ ਇਸ ਵਕਤ ਰੂਬਰੂ ਨਹੀਂ ਹੋ ਸਕੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਸੀਂ ਪ੍ਰੋਗਰਾਮ ਉਲੀਕਾਂਗੇ ਸਰਦਾਰ ਗੁਰਚਰਨ ਸਿੰਘ ਜੀ ਨਾਲ, ਤੇ ਹੋ ਸਕਦਾ ਉਹਦੇ ਵਿੱਚ ਅਸੀਂ ਉਹਨਾਂ ਸਮੱਸਿਆਵਾਂ ਨੂੰ ਜਿਹੜਾ ਹੈਗਾ ਅੱਗੇ ਲੈ ਕੇ ਆਵਾਂਗੇ, ਉਹਨਾਂ ਦੀ ਕੁਐਰੀਜ਼ ਨੂੰ
ਵੀ ਉਹਨਾਂ ਦੇ ਜਿਹੜੇ ਮਨ ਦੇ ਵਿੱਚ ਪ੍ਰਸ਼ਨ ਹੈਗੇ ਆ ਉਹਨਾਂ ਦਾ ਵੀ ਜਿਹੜਾ ਹੱਲ ਹੈਗੇ ਆ ਸਰ ਵੱਲੋਂ ਜ਼ਰੂਰ ਦੱਸਾਂਗੇ, ਤਾਂ ਕਿ ਉਹਨਾਂ ਦੇ ਕੋਲ ਉਹਨਾਂ ਤੱਕ ਜਿਹੜੀ ਜਾਣਕਾਰੀ ਉਹਨਾਂ ਨੂੰ ਲੋੜੀਂਦੀ ਹੈਗੀ ਉਹ ਜ਼ਰੂਰ ਮਿਲ ਸਕੇ। ਤੇ ਮੈਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਤੇ ਸਾਡੇ ਪੂਰੇ ਡੀਐਮ ਸਾਹਿਬਾਨ ਵੱਲੋਂ ਤੇ ਆਪਣੇ ਵੱਲੋਂ ਸਰਦਾਰ ਗੁਰਚਰਨ ਸਿੰਘ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ। ਤੇ ਸਪੈਸ਼ਲ ਥੈਂਕਸ ਟੂ ਆਪਣੇ ਯੂਨੀਅਰ ਜੀ ਤੇ ਜਿਨ੍ਹਾਂ ਨੇ ਸਾਰੀ ਕਮਿਊਨੀਕੇਸ਼ਨ ਦੇ ਵਿੱਚ ਵੀ ਹੈਲਪ ਕੀਤੀ ਸਾਡੇ ਨਾਲ, ਬਹੁਤ ਵਧੀਆ ਜਿਹੜਾ ਹੈਗਾ ਅਸੀਂ। ਤੇ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਚਰਨ ਸਿੰਘ ਜੀ ਦਾ। ਥੈਂਕ ਯੂ ਜੀ। ਥੈਂਕ ਯੂ ਸੰਦੀਪ ਜੀ, ਥੈਂਕ ਯੂ ਸੋ ਮਚ। ਸੋ ਮੈਂ ਗੁਰਚਰਨ ਸਿੰਘ ਜੀ ਉਹਨਾਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹੋਇਆ ਸਰ ਵਿਦ ਯੋਰ ਡਿਊ ਪਰਮਿਸ਼ਨ ਕਿ ਅਸੀਂ ਅੱਜ ਦਾ ਵੈਬੀਨਾਰ ਖਤਮ ਕਰ ਦਈਏ ਸਰ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਐਂਡ ਆਈ ਵਿਸ਼ ਯੂ ਆਲ ਦੀ ਬੈਸਟ। ਐਂਡ ਬੜਾ ਜਲਦੀ ਉਮੀਦ ਕਰਦੇ ਹਾਂ ਆਪਾਂ ਵੀ ਕੋਵਿਡ ਪੀਰੀਅਡ ਤੋਂ ਬਾਹਰ ਆਈਏ, ਕਿਉਂਕਿ ਫਿਜ਼ੀਕਲ ਮੋਡ ਨੂੰ ਆਪਾਂ ਰਿਪਲੇਸ ਨਹੀਂ ਕਰ ਸਕਦੇ, ਚਾਹੇ ਜਿੰਨੀ ਮਰਜ਼ੀ ਆਪਾਂ ਆਨਲਾਈਨ ਸੈਸ਼ਨ ਕਰ ਲਈਏ, ਬਟ ਇਟ ਇਜ਼ ਓਨਲੀ ਦਾ ਫਿਜ਼ੀਕਲ ਮੋਡ ਜਿਹਦੇ ਨਾਲ ਬਿਲਕੁਲ ਐਕਚੁਅਲ ਦੇ ਵਿੱਚ ਦਿਲਾਂ ਦੇ ਵਿੱਚ ਟੱਚ ਮਿਲਦਾ ਸਾਨੂੰ। ਤੇ ਚਲੋ ਕੋਸ਼ਿਸ਼ ਕਰ ਰਹੇ ਹਾਂ, ਬਹੁਤ ਅੱਛਾ ਇੱਕ ਉਪਰਾਲਾ ਹੈ ਪੰਜਾਬ ਸਕੂਲ ਐਜੂਕੇਸ਼ਨ ਦੀ ਤਰਫੋਂ ਬਈ ਇੰਨੇ ਜ਼ਿਆਦਾ ਲੈਵਲ ਦੇ ਉੱਤੇ ਤੁਸੀਂ ਸਟੇਟ ਲੈਵਲ ਨੂੰ ਪੂਰਾ ਕਵਰ ਕਰ ਰਹੇ ਹੋ, ਔਰ ਖਾਸ ਕਰਕੇ ਜਿਹੜੇ 10ਵੀਂ 11ਵੀਂ 12ਵੀਂ ਦੇ ਬੱਚੇ, ਬਹੁਤ ਸਾਰੇ ਕੇਸਿਸ ਮੇਰੇ ਕੋਲ ਆਉਂਦੇ ਆ ਵਿਕਟਿਮਸ ਦੇ, ਤੇ ਅਗਰ ਉਹਨਾਂ ਨੂੰ ਆਪਾਂ ਸੈਂਸਿਟਾਈਜ਼ ਕਰ ਪਾ ਰਹੇ ਹਾਂ ਤੇ ਸਾਡੇ ਬਹੁਤ ਹੀ ਵੱਡੀ ਅਚੀਵਮੈਂਟ ਹੈਗੀ ਹੈ। ਔਰ ਪੰਜਾਬ ਜੈਸੀ ਸਟੇਟ ਦੇ ਵਿੱਚ ਆਪਾਂ ਐਵੇਂ ਦੀ ਅਗਰ ਉਮੀਦ ਕਰੀਏ ਤੇ ਬਹੁਤ ਵੰਡਰਫੁਲ ਕੰਮ ਕਰ ਰਹੇ ਹੋ ਤੁਸੀਂ। ਤੇ ਮੇਰੀ ਤਰਫੋਂ ਬਹੁਤ ਬਹੁਤ ਕੰਪਲੀਮੈਂਟਸ ਹੈ ਤੁਹਾਨੂੰ, ਤੁਹਾਡੇ ਪੂਰੇ ਆਰਗੇਨਾਈਜੇਸ਼ਨ ਨੂੰ। ਇੰਨਾ ਉਪਰਾਲਾ, ਇੰਨਾ ਵਧੀਆ ਤੁਸੀਂ ਉਪਰਾਲਾ ਕਰ ਰਹੇ ਹੋ, ਔਰ ਸਾਰਿਆਂ ਨੂੰ ਮੈਂ ਬਹੁਤ ਬਹੁਤ ਸ਼ੁਭਕਾਮਨਾਵਾਂ ਦੇਣਾ। ਥੈਂਕ ਯੂ ਵੈਰੀ ਮਚ, ਵਿਸ਼ ਯੂ ਆਲ ਦੀ ਬੈਸਟ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਵਿਦ ਯੋਰ ਡਿਊ ਪਰਮਿਸ਼ਨ ਸਰ, ਥੈਂਕ ਯੂ, ਥੈਂਕਸ ਅ ਲੋਟ ਸਰ। ਥੈਂਕ ਯੂ। ਸੋ ਅੱਜ ਦਾ ਵੈਬੀਨਾਰ ਅਸੀਂ ਖਤਮ ਕਰ ਰਹੇ ਹਾਂ। ਬਹੁਤ ਮਿਹਰਬਾਨੀ, ਥੈਂਕ ਯੂ। ਕਰਦੇ ਜੀ ਮੀਟਿੰਗ ਐਂਡ ਸਰ। ਹਾਂਜੀ ਸਰ, ਪਲੀਜ਼ ਸਰ। ਓਕੇ ਸਰ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ।